ਇਹ ਉਹ ਇਨਫੋਰਮੇਸ਼ਨ ਹੈ ਜੋ ਜਦੋਂ ਸਿੱਖ ਕੌਮ ਘੋੜਿਆਂ ਦੀਆਂ ਕਾਠੀਆਂ ਤੇ ਸਰਵਾਈਵ ਕਰਦੀ ਪਈ ਸੀ, ਤੇ ਇਹ ਜਿਹੜਾ ਫਿਲਮੀ ਟਿਊਨਾਂ ਨੂੰ ਮਿਕਸ ਕਰਕੇ ਬਾਣੀ ਦੇ ਨਾਲ ਗਾਣਾ, ਇਹ ਤੇ ਬਹੁਤ ਵੱਡਾ ਅਪਰਾਧ ਹੈ, ਗੁਨਾਹ ਹੈ। ਨਹੀਂ, ਇਹ ਪੁਰਾਤਨ ਢੰਗ ਹੈ ਜੀ, ਇਹ ਗੁਰੂ ਮਹਾਰਾਜ ਦੇ ਵੇਲੇ ਤੋਂ ਚੱਲਦਾ ਆ ਰਿਹਾ। ਮੈਂ ਮਕੈਨੀਕਲ ਇੰਜੀਨੀਅਰ ਹਾਂ ਜੀ। ਅੱਛਾ ਜੀ। ਹਾਂਜੀ। ਹੁਣ ਗੁਰੂ ਮਹਾਰਾਜ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਹਾਂਜੀ ਕਿਹੜੀਆਂ ਚੀਜ਼ਾਂ ਨੇ, ਕਿਹੜੇ ਫੈਕਟਰ ਨੇ ਜਿਨ੍ਹਾਂ ਨੇ ਕੀਰਤਨ ਨੂੰ ਪ੍ਰਭਾਵਿਤ ਕੀਤਾ ਜਾਂ ਕੀਰਤਨ 'ਚ ਬਦਲਾਵ ਲੈ ਕੇ ਆਂਦਾ। ਤੋ ਬਚਪਨ 'ਚ ਮੈਨੂੰ ਯਾਦ ਹੈ, ਮੈਂ ਕਹਿੰਦਾ ਹੁੰਦਾ ਸੀ ਮੈਂ ਜੱਜ ਬਣਨਾ। ਸਾਡਾ ਪੁਰਾਤਨ ਗੁਰੂ ਮਹਾਰਾਜ ਦਾ ਟਾਈਮ ਹੈ, ਕਿਉਂਕਿ ਸਵਾਲ ਪਿਤਾ ਜੀ ਨੂੰ ਵੀ ਪੁੱਛਦੇ ਸਨ ਲੋਕ ਵੀ ਘਰ ਦਾ ਕੀ ਮਤਲਬ ਹੈ। ਸਾਡੇ ਬਜ਼ੁਰਗਾਂ ਵਿੱਚੋਂ ਢਾਡੀ ਕਰਕੇ ਕੋਈ ਨਹੀਂ ਸੀ ਜਾਣਿਆ ਜਾਂਦਾ। ਪਰਿਵਾਰ 'ਚ ਸਿੱਖੀ ਜਿਹੜੀ ਆ ਉਹ ਤੀਸਰੇ ਪਾਤਸ਼ਾਹ ਤੋਂ ਆਈ ਸੀ। ਗੋਇੰਦਵਾਲ ਸਾਹਿਬ ਜਦੋਂ ਮਹਾਰਾਜ ਨੇ ਵਸਾਇਆ, ਹੁਣ ਕਈ ਲੋਕ ਕਹਿੰਦੇ ਜੀ ਟੁੰਡੇ ਸਰਾਜੇ ਕੀ ਧੁਨੀ ਜਿਹੜੀ ਹੈ, ਹਾਂਜੀ, ਇਹ ਅਲੋਪ ਹੋ ਗਈ। ਤੇ ਉਸ ਤੋਂ ਅਗਲੇ ਦਿਨ 20,000 ਦੀ ਤਾਦਾਦ ਵਿੱਚ ਸਿੱਖਾਂ ਨੇ ਅੰਮ੍ਰਿਤ ਛਕਿਆ ਜੀ। ਉਹ 20,000 ਵਿੱਚ ਸਾਡੇ ਬਜ਼ੁਰਗ ਸਨ। ਸੰਗਤ ਦੀ ਪਸੰਦ ਤੇ ਗੁਰੂ ਦੀ ਪਸੰਦ, ਹੁਣ ਤੁਸੀਂ ਉਹਨਾਂ ਚੋਂ ਕਿਹਨੂੰ ਤਰਜੀਹ ਦਿਓਗੇ? ਜੋ ਉਹਨਾਂ ਦੇ ਨਾਲ 7 ਸਾਲ ਕੀਰਤਨ ਕੀਤਾ ਨਾ, ਹਾਂਜੀ, ਉਹ ਆਪਣੇ ਆਪ ਹਰ ਕੀਰਤਨ ਮੇਰੇ ਲਈ ਟ੍ਰੇਨਿੰਗ ਸੀ। ਤੇ ਫਿਰ ਗੁਰੂ ਘਰ ਦੇ ਵਿੱਚ ਤੇ ਤੁਸੀਂ ਇਮਾਨਦਾਰੀ ਦਿਖਾਓ, ਵੀ ਕਹੋ ਵੀ ਦੇਖੋ ਜੀ ਆਹ ਟਿਊਨ ਹੈ ਜਿਹੜੀ ਇਹ ਮੇਰੀ ਨਹੀਂ, ਇਹ ਫਲਾਣੇ ਸੰਗੀਤਕਾਰ ਦੀ ਟਿਊਨ, ਗਾਣੇ ਦੀ ਟਿਊਨ ਹੈ। ਤੇ ਕੁਝ ਲੋਕ ਇਹਨੂੰ ਚੌਂਕੀ, ਕਿਉਂਕਿ 4 ਜਣੇ ਕੀਰਤਨ ਕਰਦੇ ਸਨ ਤਾਂ ਚੌਂਕੀ ਕਹਿ ਦਿੰਦੇ ਸਨ। ਇਹ ਧਰੁਪਦ ਹੈ, ਕਲਿਆਣ ਰਾਗ ਦਾ 5ਵੇਂ ਪਾਤਸ਼ਾਹ ਦੀ ਬਾਣੀ ਹੈ। ਗੁਣ ਨਾਦ ਧੁਨ ਆਨੰਦ। ਲੋਕੀ ਤੁਹਾਨੂੰ ਗੁਰੂ ਮਹਾਰਾਜ ਤੋਂ ਨੀਚੇ ਵਾਲਾ ਸਟੈਪ ਦਿੰਦੇ ਨੇ। ਹਾਂਜੀ, ਜਿੰਨਾ ਸਤਿਕਾਰ ਗੁਰੂ ਮਹਾਰਾਜ ਦਾ ਨਾ, ਉਹ ਤੋਂ ਇੱਕ ਸਟੈਪ ਥੱਲੇ ਤੁਹਾਡਾ ਸਤਿਕਾਰ ਹੈ। ਮਹਾਰਾਜ ਨੇ ਇੱਦਾਂ ਨਹੀਂ ਕੀਤਾ। ਮਹਾਰਾਜ ਹਰ ਸ਼ਬਦ ਤੇ ਰਾਗ ਦਾ ਨਾਂ ਲਿਖਿਆ ਜੀ, ਹਰ ਸ਼ਬਦ ਤੇ। ਮੋਤੀ ਦਾ ਮੰਦਰ ਉਸਰੇ ਦੇ ਟਾਈਟਲ ਹੈ ਸ਼੍ਰੀ ਰਾਗ ਮਹੱਲਾ ਪਹਿਲਾ। ਸੰਗਤ ਵੀ ਜਿਹੜੀ ਜੁੜੀ ਹੋਈ ਆ ਉਹੀ ਸੰਗਤ ਹੈ ਨਾ ਜੀ, ਬਿਲਕੁਲ। ਜਿਹੜੀ ਪਕੌੜੇ ਖਾਣ ਆਈ ਆ ਜਾਂ ਜਿਹੜੀ ਉਸ ਵੇਲੇ ਲੋਕਾਂ ਦੀਆਂ ਚੁਗਲੀਆਂ ਕਰਦੀ ਪਈ ਆ ਸੰਗਤ ਵਿੱਚ ਬੈਠ ਕੇ, ਉਹਨੂੰ ਸੰਗਤ ਨਹੀਂ ਕਹੋਗੇ। ਉਹਨੂੰ ਸੰਗਤ ਨਹੀਂ ਕਹਿ ਸਕਦੇ ਆਪਾਂ। ਜਾਂ ਉਹ ਆਪ ਕੁਝ ਵੀ ਸਾਜਨੇ ਸਨ ਵਜਾਉਂਦੇ, ਉਹਨਾਂ ਦੇ ਨਾਲ ਸਜਿੰਦੇ ਹੁੰਦੇ ਸਨ ਜੀ। ਇੱਦਾਂ ਦੇ ਵੀ ਤੁਸੀਂ ਇੱਕ ਪੁਰਾਣੀ ਪੇਂਟਿੰਗ ਦਰਬਾਰ ਸਾਹਿਬ ਦੇ ਅੰਦਰਲੀ ਕਿਸੇ ਨੇ ਬਣਾਈ ਹੋਈ ਹੈ। ਹਾਂਜੀ, ਉਹਦੇ 'ਚ ਕੀਰਤਨੀਆਂ ਜਿਹੜਾ ਉਹ ਹੱਥ ਕੋਈ ਸਾਜ਼ ਨਹੀਂ ਉਹਦੇ, ਹਾਂਜੀ, ਬਿਨਾਂ ਸਾਜ਼ ਦੇ ਉਹ ਗਾ ਰਿਹਾ। ਮੈਂ ਵਾਰੀ ਜਾਨੀ ਕਤ ਜੀ ਚਲਾਇਆ ਵਾ, ਘੋੜੀ ਤੇ ਜਣ ਦੇ ਜੀ ਰਾਮ ਪਈਆ ਵੇ ਰਾਮ ਜੀ। ਜਾਂ ਗੁਰੂ ਮਹਾਰਾਜ ਦੇ ਵੇਲੇ ਉਹਨਾਂ ਦੀ ਉਪਸਥਿਤੀ ਵਿੱਚ ਉਥੋਂ ਦੇ ਕੀਰਤਨੀਆਂ ਨੇ ਜਾਂ ਰਬਾਬੀਆਂ ਨੇ ਗਾਈਆਂ ਹੋਈਆਂ। ਤੁਸੀਂ ਕਾਪੀ ਕਰੋ, ਉਹਦੀ ਕੰਪੋਜੀਸ਼ਨ ਕਾਪੀ ਕਰੋ। ਜਿਹੜਾ ਗੁਰਸਿੱਖ ਹੈ, ਮਤਲਬ ਉਹ ਜੇ ਰਿਕਾਰਡਿੰਗ ਹੋਏਗੀ ਕਿਤੇ ਨੈੱਟ ਤੇ ਤਾਂ ਮੈਨੂੰ ਪਤਾ ਨਹੀਂ, ਲੇਕਿਨ ਉਦੋਂ ਸੰਗਤ ਨੇ ਇੰਨੀ ਗੂੰਜ ਪਾਈ ਉੱਥੇ, ਮਤਲਬ ਸੰਗਤ ਨਾਲ 15 ਮਾਤਰਾ ਦੇ ਵਿੱਚ ਸਾਡੇ ਨਾਲ ਗਾਇਨ ਕਰਦੀ ਪਈ। ਵਾਹ ਜੀ ਵਾਹ। ਮਤਲਬ ਇਹ ਸੰਗਤ ਦਾ ਕਸੂਰ ਨਹੀਂ ਮੈਂ ਕਹਾਂਗਾ, ਜਾਂ ਕੋਈ ਗੁਲਾਮ ਅਲੀ ਨੂੰ ਕਾਪੀ ਕਰਦਾ ਪਿਆ, ਜਾਂ ਕੋਈ ਫਤਿਹ ਅਲੀ ਦੀਆਂ ਜਿਹੜੀਆਂ ਕੁਝ ਗਾਈਆਂ ਹੋਈਆਂ ਨੇ ਉਹਨਾਂ ਨੂੰ ਉੱਤੇ ਬਾਣੀ ਲਾ ਕੇ ਗਾਈ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲੋ ਭਲੋਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ। ਕੀਰਤਨ ਨਿਰਮੋਲ ਕੇ ਹੀਰਾ, ਆਨੰਦ ਗੁਣੀ ਗਹੀਰਾ। ਨਾਨਕ ਕਹਿ ਸੁਨ ਰੇ ਮਨਾ, ਕਰ ਕੀਰਤਨ ਹੋਏ ਉਤਾਰ। ਕੀਰਤਨ ਦੇ ਨਾਲ ਸੰਬੰਧਿਤ ਅਨੇਕਾਂ ਹੀ ਪੰਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਦਰਜ ਹਨ। ਕੀਰਤਨ ਕੀ ਹੈ, ਇਹ ਕਿਵੇਂ ਪ੍ਰਾਪਤ ਹੋਇਆ ਹੈ? ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੱਚਖੰਡ ਦੇ ਵਿੱਚੋਂ ਬਾਣੀ ਆਉਂਦੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਸ ਬਾਣੀ ਨੂੰ ਗਾਇਨ ਕਰਿਆ ਕਰਦੇ ਸਨ ਅਤੇ ਭਾਈ ਮਰਦਾਨਾ ਜੀ ਨਾਲ ਰਬਾਬ ਵਜਾਇਆ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਗਾਇਨ ਕਰਿਆ ਕਰਦੇ ਸਨ, ਭਾਈ ਮਰਦਾਨਾ ਜੀ ਨਾਲ ਰਬਾਬ ਵਜਾਇਆ ਕਰਦੇ ਸਨ। ਤੁਰਕੀ ਬਾਣੀ ਅਤੇ ਧੁਨ ਦੇ ਸੁਮੇਲ ਨੇ ਗੁਰਬਾਣੀ ਕੀਰਤਨ ਦਾ ਰੂਪ ਧਾਰਨ ਕੀਤਾ। ਸਿੱਖ ਧਰਮ ਦੇ ਵਿੱਚ ਪਹਿਲੇ ਕੀਰਤਨੀਏ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆਪ ਹੋਏ ਹਨ ਅਤੇ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਸੁਣਿਆ
ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਾਸੋਂ ਗੁਰਬਾਣੀ ਕੀਰਤਨ ਸਿੱਖਿਆ ਅਤੇ ਸਿੱਖ ਕੇ ਗਾਇਨ ਕਰਨਾ ਸ਼ੁਰੂ ਕੀਤਾ। ਇਸ ਤਰ੍ਹਾਂ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਕੋਲੋਂ ਗੁਰਬਾਣੀ ਕੀਰਤਨ ਦੀ ਦਾਤ ਪ੍ਰਾਪਤ ਹੋਈ। ਭਾਈ ਮਰਦਾਨਾ ਜੀ ਤੋਂ ਅੱਗੇ ਉਹਨਾਂ ਦੇ ਸੁਪੁੱਤਰ ਭਾਈ ਸਜਾਦਾ ਜੀ ਅਤੇ ਭਾਈ ਰਜਾਦਾ ਜੀ, ਫਿਰ ਅੱਗੋਂ ਉਹਨਾਂ ਦੇ ਸੁਪੁੱਤਰ ਭਾਈ ਸਾਧੂ ਜੀ ਅਤੇ ਬਾਦੂ ਜੀ, ਉਹ ਵੀ ਗੁਰੂ ਘਰ ਦੇ ਰਬਾਬੀ ਹੋਏ ਸਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ ਰਬਾਬੀ ਕੀਰਤਨੀਏ ਸਨ। ਕਿਸੇ ਕਾਰਨ ਕਰਕੇ ਉਹਨਾਂ ਨੇ ਗੁਰੂ ਸਾਹਿਬ ਜੀ ਪਾਸ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਦਿਨ ਆਪਣੇ ਪਿਆਰੇ ਗੁਰਸਿੱਖਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ। ਭਾਵੇਂ ਕਿ ਇਸ ਤੋਂ ਪਹਿਲਾਂ ਗੁਰੂ ਸਾਹਿਬਾਨਾਂ ਤੋਂ ਬਿਨਾਂ ਰਬਾਬੀ ਹੀ ਕੀਰਤਨ ਕਰਿਆ ਕਰਦੇ ਸਨ, ਪਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਦਿਨ ਆਪਣੇ ਗੁਰਸਿੱਖਾਂ ਨੂੰ ਵੀ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਅਤੇ ਗੁਰਸਿੱਖਾਂ ਨੂੰ ਵੀ ਕੀਰਤਨ ਕਰਨ ਦਾ ਹੁਕਮ ਕੀਤਾ। ਕੀਰਤਨ ਇਕੱਲੇ ਰਬਾਬੀ ਹੀ ਨਹੀਂ ਕਰਿਆ ਕਰਦੇ ਸਨ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੱਕ ਸਾਰੇ ਗੁਰੂ ਸਾਹਿਬਾਨਾਂ ਨੇ ਕੀਰਤਨ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਬਾਅਦ ਵਿੱਚ ਵੀ ਜੋ ਗੁਰੂ ਸਾਹਿਬਾਨ ਹੋਏ ਹਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੱਕ ਸਾਡੇ ਗੁਰੂ ਸਾਹਿਬਾਨ ਕੀਰਤਨ ਕਰਦੇ ਰਹੇ। ਸੋ ਕੀਰਤਨ ਕਰਨ ਦੀ ਸੇਵਾ ਗੁਰਸਿੱਖਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਸ਼ੁਰੂ ਹੋਈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਆਪ ਕੀਰਤਨ ਕਰਿਆ ਕਰਦੇ ਸਨ ਅਤੇ ਜੋ ਗੁਰਸਿੱਖ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨਾਲ ਬੈਠ ਕੇ ਸੰਗਤ ਕਰਿਆ ਕਰਦੇ ਸਨ, ਉਹਨਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਪਾਸੋਂ ਕੀਰਤਨ ਸਿੱਖਿਆ ਅਤੇ ਗਾਇਨ ਕਰਨਾ ਸ਼ੁਰੂ ਕੀਤਾ। ਫਿਰ ਉਹਨਾਂ ਕੀਰਤਨੀਆਂ ਨੇ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਉਣਾ ਸ਼ੁਰੂ ਕੀਤਾ। ਫਿਰ ਅੱਗੋਂ ਉਹਨਾਂ ਦੇ ਬੱਚਿਆਂ ਨੇ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਉਣਾ ਸ਼ੁਰੂ ਕੀਤਾ। ਸੋ ਇਸ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਉਹਨਾਂ ਪਰਿਵਾਰਾਂ ਦੇ ਵਿੱਚ ਕੀਰਤਨ ਕਰਨ ਦੀ ਸੇਵਾ ਚੱਲਦੀ ਰਹੀ। ਉਹਨਾਂ ਹੀ ਕੀਰਤਨੀਆਂ ਦੇ ਵਿੱਚੋਂ ਇੱਕ ਕੀਰਤਨੀਏ ਹੋਏ ਸਨ ਬਾਬਾ ਜਵਾਲਾ ਸਿੰਘ ਜੀ। ਬਾਬਾ ਜਵਾਲਾ ਸਿੰਘ ਜੀ ਦੇ ਬਜ਼ੁਰਗ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਕੀਰਤਨ ਕਰਦੇ ਆ ਰਹੇ ਸਨ। ਬਾਬਾ ਜਵਾਲਾ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਸੁਪੁੱਤਰ ਭਾਈ ਅਵਤਾਰ ਸਿੰਘ ਜੀ ਅਤੇ ਭਾਈ ਗੁਰਚਰਨ ਸਿੰਘ ਜੀ ਦਿੱਲੀ ਵਾਲੇ, ਉਹਨਾਂ ਨੇ ਕੀਰਤਨ ਕੀਤਾ। ਭਾਈ ਅਵਤਾਰ ਸਿੰਘ ਜੀ ਅਤੇ ਭਾਈ ਗੁਰਚਰਨ ਸਿੰਘ ਜੀ ਨੇ ਸਾਰੀ ਜ਼ਿੰਦਗੀ ਉਹੀ ਬੰਦਸ਼ਾਂ ਗਾਇਨ ਕੀਤੀਆਂ ਜੋ ਉਹਨਾਂ ਦੇ ਬਜ਼ੁਰਗਾਂ ਪਾਸ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸਨ। ਕਦੇ ਉਹਨਾਂ ਨੇ ਕਿਸੇ ਵੀ ਫਿਲਮੀ ਧੁਨ ਜਾਂ ਗਾਣੇ ਦੀ ਧੁਨ ਦੇ ਉੱਤੇ ਕੀਰਤਨ ਨਹੀਂ ਕੀਤਾ ਸੀ। ਜੋ ਗੁਰੂ ਕਹੇ ਸੋਈ ਫਲ ਮਾਨੋ, ਜੋ ਗੁਰੂ ਕਹੇ ਸੋਈ ਫਲ ਮਾਨੋ। ਹਰ ਹਰ ਕਥਾ ਨਿਰਾਲੀ, ਗੁਰਸਿੱਖ ਨੀਤ ਚਲੋ ਗੁਰ ਚਾਲੀ। ਗੁਰਸਿੱਖ ਨੀਤ ਚਲੋ ਗੁਰ ਚਾਲੀ। ਭਾਵੇਂ ਕਿ ਭਾਈ ਅਵਤਾਰ ਸਿੰਘ ਜੀ ਦੇ ਸਮੇਂ ਵੀ ਫਿਲਮੀ ਗਾਣਿਆਂ ਦੀਆਂ ਧੁਨਾਂ ਦੇ ਉੱਤੇ ਗੁਰਬਾਣੀ ਕੀਰਤਨ ਗਾਇਨ ਕੀਤਾ ਜਾਂਦਾ ਸੀ, ਪਰ ਭਾਈ ਸਾਹਿਬ ਜੀ ਨੇ ਕਦੇ ਵੀ ਕਿਸੇ ਵੀ ਫਿਲਮੀ ਧੁਨ ਦੇ ਉੱਤੇ ਕੀਰਤਨ ਨਹੀਂ ਕੀਤਾ ਸੀ। ਗੁਰਬਾਣੀ ਕੀਰਤਨ ਦਾ ਫਿਲਮੀ ਗੀਤ, ਗਜ਼ਲਾਂ, ਗਾਣਿਆਂ ਦੀਆਂ ਧੁਨਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ। ਤੁਰਕੀ ਬਾਣੀ ਹੈ, ਸੱਚਖੰਡ ਵਿੱਚੋਂ ਆਈ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਆਪੂ ਇਸ ਬਾਣੀ ਨੂੰ ਗਾਇਨ ਕੀਤਾ ਹੈ ਤੇ ਆਪਣੇ ਗੁਰਸਿੱਖਾਂ ਨੂੰ ਸਿਖਾਇਆ ਵੀ ਹੈ ਕਿ ਇਸ ਤਰ੍ਹਾਂ ਗਾਇਨ ਕਰਨਾ ਹੈ। ਸੋ ਭਾਈ ਅਵਤਾਰ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੀ ਸਿਖਾਈ ਹੋਈ ਵਿਧੀ ਜਾਂ ਮਰਿਆਦਾ ਅਨੁਸਾਰ ਹੀ ਕੀਰਤਨ ਕੀਤਾ ਹੈ। ਅੱਜ ਕੱਲ੍ਹ ਉਹਨਾਂ ਦੇ ਸੁਪੁੱਤਰ ਸਤਿਕਾਰਯੋਗ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲੇ ਉਸੇ ਤਰ੍ਹਾਂ ਹੀ ਕੀਰਤਨ ਕਰਦੇ ਹਨ ਜਿਵੇਂ ਕਿ ਪਿਤਾ ਜੀ ਸੱਚਖੰਡ ਵਾਸੀ ਭਾਈ ਅਵਤਾਰ ਸਿੰਘ ਜੀ ਕੀਰਤਨ ਕਰਿਆ ਕਰਦੇ ਸਨ। ਸੋ ਭਾਈ ਕੁਲਤਾਰ ਸਿੰਘ ਜੀ ਵੀ ਆਪਣੇ ਬਜ਼ੁਰਗਾਂ ਪਾਸੋਂ ਸਿੱਖੀਆਂ ਹੋਈਆਂ ਬੰਦਸ਼ਾਂ ਨੂੰ ਹੀ ਗਾਇਨ ਕਰਦੇ ਹਨ। ਭਾਵੇਂ ਕਿ ਅੱਜ ਕੱਲ੍ਹ ਵੀ ਫਿਲਮੀ ਗਾਣਿਆਂ ਦਾ ਕਾਫੀ ਜ਼ੋਰ ਚੱਲ ਰਿਹਾ ਹੈ, ਪਰ ਇਸ ਗਾਣਿਆਂ ਦੀ ਚੱਕਾਚੌਂਧ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਇਸ ਫਿਲਮੀ ਦੁਨੀਆ ਤੋਂ ਕੋਹਾਂ ਦੂਰ ਹਨ ਅਤੇ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤੋਂ ਕੀਰਤਨ ਦੀ ਪਰੰਪਰਾ ਸ਼ੁਰੂ ਹੋਈ ਜਾਂ ਕੀਰਤਨ ਦੀਆਂ ਬੰਦਸ਼ਾਂ ਉਹਨਾਂ ਪਾਸ ਪਹੁੰਚੀਆਂ, ਉਸੇ ਬੰਦਸ਼ਾਂ ਨੂੰ ਹੀ ਉਹ ਗਾਇਨ ਕਰਦੇ ਹਨ। ਸੋ ਅੱਜ ਆਪਾਂ ਸਤਿਕਾਰਯੋਗ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆਂ ਦੇ ਨਾਲ ਗੱਲਬਾਤ ਕਰਾਂਗੇ।
ਉਹਨਾਂ ਪਾਸੋਂ ਉਹ ਬੰਦਸ਼ਾਂ ਜਿਹੜੀਆਂ ਕਿ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਹਨ ਉਹ ਵੀ ਸਰਵਣ ਕਰਾਂਗੇ ਅਤੇ ਗੁਰਮਤਿ ਸੰਗੀਤ ਸੰਬੰਧੀ ਜਾਣਕਾਰੀ ਪ੍ਰਾਪਤ ਕਰਾਂਗੇ। ਆਓ ਜੀ ਆਪਾਂ ਗੱਲ ਕਰਦੇ ਹਾਂ ਸਤਿਕਾਰਯੋਗ ਭਾਈ ਕੁਲਤਾਰ ਸਿੰਘ ਜੀ ਦਿੱਲੀ ਵਾਲਿਆਂ ਦੇ ਨਾਲ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ। ਜੀ ਕੀ ਫਤਿਹ ਜੀ। ਅੱਛਾ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਆਪ ਜੀ ਆਪਣੇ ਜਨਮ ਬਾਰੇ ਦੱਸੋ। ਜਨਮ ਕਿੱਥੇ ਹੋਇਆ, ਕਦੋਂ ਹੋਇਆ? ਮੇਰਾ ਜਨਮ ਦਿੱਲੀ ਦਾ ਹੈ ਜੀ। 1962 18 ਅਕਤੂਬਰ। ਆਪ ਜੀ ਦਾ ਰੁਝਾਨ ਬਚਪਨ ਦੇ ਵਿੱਚ ਕਿਸ ਪਾਸੇ ਸੀ ਵੀ ਵੱਡੇ ਹੋ ਕੇ ਆ ਬਣਨਾ? ਬਚਪਨ ਦੇ ਵਿੱਚ ਤੇ ਰੁਝਾਨ ਸਾਡਾ ਜਿੱਦਾਂ ਬੱਚਿਆਂ ਦਾ ਹੁੰਦਾ, ਮਤਲਬ ਖੇਡਾਂ ਵੀ ਕਰਦੇ ਸੀ, ਹਿਲਤਾਂ ਵੀ ਕਰਦੇ ਸੀ, ਪੜ੍ਹਦੇ ਵੀ ਸੀ। ਠੀਕ ਹੈ। ਤੇ ਇੱਕ ਮੈਨੂੰ ਐਡਵਾਂਟੇਜ ਇਹ ਹੋਈ ਕਿ ਬਚਪਨ 'ਚ ਜਦੋਂ ਮੈਂ 10 ਕੁ ਸਾਲ ਦਾ ਸੀ ਜੀ, ਉਦੋਂ ਪਿਤਾ ਜੀ ਨੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਜਿਹੜਾ ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਜਿਹੜੀਆਂ 2 ਪੁਸਤਕਾਂ ਨੇ ਹਾਂਜੀ ਹਾਂਜੀ ਹਾਂਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਛਪੀਆਂ ਪਟਿਆਲਾ ਹੋਈਆਂ। ਵਿੱਚੋਂ ਛਪੀਆਂ ਹੋਈਆਂ। ਇਹ ਜਾ ਕੇ ਲੇਟ 70s ਦੇ ਵਿੱਚ ਜਾ ਕੇ ਛਪੀਆਂ। ਠੀਕ ਹੈ। ਤੇ ਉਦੋਂ ਇਹ ਪ੍ਰੋਜੈਕਟ ਸ਼ੁਰੂ ਹੋ ਚੁੱਕਾ ਸੀ। ਤਾਂ ਅੱਛਾ ਪਿਤਾ ਜੀ ਜੀ। ਹੁਣੀ ਘਰ ਕਰਦੇ ਹੁੰਦੇ ਸੀ ਇਹਦੀ ਜਿੱਦਾਂ ਨਾ ਉਹ ਰਿਕਾਰਡਿੰਗ ਕਰਦੇ ਹੁੰਦੇ ਸੀ। ਅੱਛਾ ਜੀ। ਤੋ ਬਚਪਨ ਤੋਂ ਨਾ ਜਿਵੇਂ ਸਾਨੂੰ ਇਹ ਜਿਹੜੀ ਸ਼ੈਲੀ ਪਿਤਾ ਜੀ ਹੋਣਾ ਵਾਲੀ ਹੈ, ਹਾਂਜੀ ਹਾਂਜੀ ਇਹ ਸੁਣਨ ਦਾ ਭਾਵੇਂ ਸਮਝ ਨਹੀਂ ਸੀ ਜੀ, ਪਰ ਮੈਨੂੰ ਸੁੱਖ ਹੋ ਗਿਆ ਉਹਦੇ ਨਾਲ ਕਿ ਅੱਗੇ ਹੁਣ ਜਦੋਂ ਵੱਡੇ ਹੋ ਕੇ ਜਦੋਂ ਕੀਰਤਨ ਕਰਨਾ ਸ਼ੁਰੂ ਕੀਤਾ ਹਾਂਜੀ, ਤੇ ਮੈਨੂੰ ਕੋਈ ਨਵੀਆਂ ਚੀਜ਼ਾਂ ਨਹੀਂ ਸੀ ਲੱਗਦੀਆਂ, ਕਿਉਂਕਿ ਇਹ ਮੈਨੂੰ ਲੱਗਦਾ ਜਿੱਦਾਂ ਮੈਂ ਬਚਪਨ ਤੋਂ ਇਹ ਸੁਣਦਾ ਹੀ ਵੱਡਾ ਹੋਇਆ। ਸੁਣਦੇ ਉਹ ਮੈਨੂੰ ਐਡਵਾਂਟੇਜ ਬਚਪਨ ਵਿੱਚ ਹੋਈ ਹੈ। ਅਦਰਵਾਈਜ਼ ਬਚਪਨ ਵਿੱਚ ਅਸੀਂ ਕੀ ਸੋਚਦੇ ਹੁੰਦੇ ਆ, ਸਾਡੇ ਅੱਜ ਕੱਲ੍ਹ ਦੀ ਜਨਰੇਸ਼ਨ ਡਿਫਰੈਂਟ ਹੈ, ਅਸੀਂ ਡਿਫਰੈਂਟ ਸੀਗੇ। ਜੀ ਜੀ। ਇੱਕ ਤੇ ਤੁਸੀਂ ਆਪਣੇ ਵੱਡਿਆਂ ਭੈਣ ਭਰਾਵਾਂ ਤੋਂ ਇਨਸਪਾਇਰ ਹੁੰਦੇ ਹੋ, ਹਾਂਜੀ। ਉਹ ਕੀ ਕਰਦੇ ਨੇ, ਹਾਂਜੀ। ਉਹ ਕਿਹੜੀ ਲਾਈਨ 'ਚ ਨੇ, ਤੁਸੀਂ ਵੀ ਉਹੀ ਕਰਨਾ ਚਾਹੁੰਦੇ ਹੋ, ਹਾਂਜੀ। ਉਹ ਤੁਹਾਡੇ ਰੋਲ ਮਾਡਲ ਹੁੰਦੇ ਨੇ। ਹਾਂਜੀ ਹਾਂਜੀ ਜਾਂ ਤੁਹਾਨੂੰ ਤੁਹਾਡੇ ਪੇਰੈਂਟਸ ਜੋ ਦੱਸਦੇ ਨੇ ਵੀ ਤੁਸੀਂ ਇਦਾਂ ਕਰਨਾ, ਉਹ ਕਰਨਾ। ਹਾਂਜੀ ਹਾਂਜੀ। ਤੇ ਬਚਪਨ 'ਚ ਮੈਨੂੰ ਯਾਦ ਹੈ ਮੈਂ ਕਹਿੰਦਾ ਹੁੰਦਾ ਸੀ ਮੈਂ ਜੱਜ ਬਣਨਾ। ਅੱਛਾ ਜੀ, ਜੱਜ ਬਣਨਾ, ਕੀ ਬਾਤ। ਬਚਪਨ 'ਚ ਜੱਜ ਬਣਨਾ ਕਹਿੰਦਾ ਹੁੰਦਾ ਸੀ। ਵਾਹ ਜੀ ਵਾਹ। ਤਾਂ ਪਿਤਾ ਜੀ ਵੱਲੋਂ ਵੀ ਜਿਹੜੀ ਸੀਗੀ ਇਨਸਪੀਰੇਸ਼ਨ ਉਹ ਪੜ੍ਹਾਈ ਦੀ ਸੀ ਕਿ ਪੜ੍ਹਾਈ ਕਰੋ, ਆਪਣੇ ਪੈਰਾਂ ਤੇ ਖੜੇ ਹੋਵੋ। ਕੀਰਤਨ ਤੋਂ ਮਨਾ ਨਹੀਂ ਸੀ ਕੀਤਾ ਉਹਨਾਂ ਨੇ, ਲੇਕਿਨ ਉਹਨਾਂ ਨੇ ਬਹੁਤਾ ਜ਼ੋਰ ਸਾਨੂੰ ਸਟੱਡੀਜ਼ ਤੇ ਲਾਇਆ ਸੀ, ਪੜ੍ਹਾਈ ਕਰੋ। ਤੇ ਕਿਉਂਕਿ ਉਹਨਾਂ ਨੂੰ ਪੁੱਛਦੇ ਸੀ ਫਿਰ ਕਈ ਉਹਨਾਂ ਦੇ ਮਿੱਤਰ ਵੀ ਤੁਸੀਂ ਭਾਈ ਸਾਹਿਬ ਬੱਚਿਆਂ ਨੂੰ ਕਿਉਂ ਨਹੀਂ ਲਾਉਂਦੇ ਇਸ ਪਾਸੇ, ਕੀਰਤਨ ਵਾਲੇ ਪਾਸੇ? ਹਾਂਜੀ। ਤੁਹਾਡੇ ਪਿਤਾ ਨੇ ਤਾਂ ਲਾਇਆ ਸੀ ਤੁਹਾਨੂੰ। ਤਾਂ ਪਿਤਾ ਜੀ ਹੁਣੀ ਕਹਿੰਦੇ ਹੁੰਦੇ ਸੀ, ਕਈ ਵਾਰੀ ਉਹਨਾਂ ਨੇ ਇੰਟਰਵਿਊ 'ਚ ਵੀ ਦੱਸਿਆ ਕਿ ਕਹਿੰਦੇ ਜਦੋਂ ਅਸੀਂ ਕੀਰਤਨ ਸ਼ੁਰੂ ਕੀਤਾ ਸੀ ਨਾ, ਉਦੋਂ ਧਰਮ ਉੱਚਾ ਸੀ ਤੇ ਸਿਆਸਤ ਨੀਵੀਂ ਸੀ। ਸਿਆਸੀ ਬੰਦਾ ਧਰਮ ਤੋਂ ਡਰ ਕੇ ਚੱਲਦਾ ਸੀ। ਬਿਲਕੁਲ ਜੀ ਬਿਲਕੁਲ। ਹੁਣ ਕਹਿੰਦੇ ਧਰਮ ਨੀਵਾਂ ਰਹਿ ਗਿਆ ਤੇ ਸਿਆਸਤ ਉੱਚੀ ਹੋ ਗਈ ਤੇ ਧਾਰਮਿਕ ਬੰਦਾ ਹੁਣ ਸਿਆਸੀ ਬੰਦੇ ਤੋਂ ਡਰ ਕੇ ਚੱਲਦਾ। ਜੀ ਜੀ। ਤਾਂ ਕਹਿੰਦੇ ਇਸ ਸਿਨੈਰੀਓ ਦੇ ਵਿੱਚ ਕਹਿੰਦੇ ਸਾਨੂੰ ਲੱਗਦਾ ਨਹੀਂ ਕਿ ਸਾਡੇ ਬੱਚੇ ਕੀਰਤਨ ਦੀ ਉਹਦੇ 'ਚ ਲਾਈਨ 'ਚ ਸਰਵਾਈਵ ਕਰ ਸਕਣਗੇ। ਕੀਰਤਨ ਉਹਨਾਂ ਨੇ ਮਨਾ ਨਹੀਂ ਕੀਤਾ, ਕਹਿੰਦੇ ਕੀਰਤਨ ਕਰਨਗੇ ਲੇਕਿਨ ਇਹਨੂੰ ਕਿੱਤਾ ਨਹੀਂ ਬਣਾਉਣਗੇ। ਠੀਕ ਹੈ ਠੀਕ ਹੈ। ਇਹ ਉਹਨਾਂ ਦੀ ਸੋਚ ਸੀਗੀ। ਤਾਂ ਹੀ ਸਾਡੇ ਤਾਇਆ ਜੀ ਤੇ ਸਾਡੇ ਪਰਿਵਾਰ 'ਚ ਮੇਰੇ ਚਾਚਾ ਜੀ, ਇਹ ਸ਼ਾਇਦ ਇੱਕੋ ਇੱਕ ਹੀ ਐਸਾ ਪਰਿਵਾਰ ਹੋਏਗਾ ਜਾਂ ਇੱਕ ਦੋ ਹੋਰ ਹੋਣਗੇ ਜਿਨ੍ਹਾਂ ਦੇ ਬੱਚੇ ਇੰਨੇ ਪੜ੍ਹੇ ਲਿਖੇ। ਜੀ। ਮੇਰੇ ਤਾਇਆ ਜੀ ਦੀ ਵੱਡੀ ਡਾਕਟਰ ਹੈ। ਇਸੇ ਤਰ੍ਹਾਂ ਮੇਰੀ ਜਿਹੜੀ ਵੱਡੀ ਸਿਸਟਰ ਹੈ, ਇੱਕੋ ਸਿਸਟਰ ਨੇ ਸਾਡੇ, ਹਾਂਜੀ, ਉਹ ਮੈਥਮੈਟਿਕਸ ਵਿੱਚ ਮਾਸਟਰਸ ਕਰਕੇ ਤੇ ਹੁਣ ਇਸ ਵੇਲੇ ਆਸਟ੍ਰੇਲੀਆ 'ਚ ਉਹ ਪੜ੍ਹਾਉਂਦੇ ਪਏ ਨੇ, ਟੀਚ ਕਰਦੇ ਨੇ। ਅਸੀਂ 2 ਭਰਾ ਜਿਹੜੇ ਆ, ਅਸੀਂ ਇੰਜੀਨੀਅਰ ਹਾਂ। ਸਾਡੇ ਵੱਡੇ ਭਰਾ ਸਾਡੇ ਸਭ ਤੋਂ ਉਹ ਬੈਂਕ ਮੈਨੇਜਰ ਰਿਟਾਇਰ ਹੋਏ ਨੇ ਹੁਣ ਪਿੱਛੇ। ਅੱਛਾ ਜੀ। ਸੋ ਪੜ੍ਹਾਈ ਲਿਖਾਈ ਵੱਲੋਂ ਪਿਤਾ ਜੀ ਹੁਣਾਂ ਵੱਲੋਂ ਬੜੀ ਪ੍ਰੇਰਨਾ ਸੀ ਤੇ ਅਸੀਂ ਬਹੁਤਾ ਜ਼ੋਰ ਸਾਡਾ ਦੁਨਿਆਵੀ ਪੜ੍ਹਾਈ ਵਾਲੀ ਲੱਗਾ। ਜੋ ਬਚਪਨ 'ਚ ਅਸੀਂ ਸੁਣਦੇ ਆਏ ਹਾਂ ਪਿਤਾ ਜੀ ਹੁਣਾਂ ਨੂੰ ਰਿਆਜ਼ ਕਰਦਿਆਂ ਨੂੰ, ਹਾਂਜੀ, ਮੈਨੂੰ ਯਾਦ ਆ ਹਾਲੇ ਵੀ ਪਿਤਾ ਜੀ ਸਵੇਰੇ ਉੱਠ ਕੇ ਤਾਨਪੂਰਾ ਲੈ ਕੇ ਭੈਰੋਂ ਤੇ ਸੁਰਾਂ 'ਚ ਕਰਦੇ ਹੁੰਦੇ ਸੀ ਰਿਆਜ਼। ਅੱਛਾ ਜੀ। ਤੇ ਉਹ ਮੈਨੂੰ ਹਾਲੇ ਵੀ ਕੰਨਾਂ 'ਚ ਗੂੰਜਦੀਆਂ ਉਹਨਾਂ ਦਾ ਰਿਆਜ਼, ਉਹਨਾਂ ਦਾ ਜੋ ਸੀਗਾ ਤਿਆਰੀ ਸੀ ਜੀ। ਸੋ ਮੈਨੂੰ ਉਹ ਬਚਪਨ ਦੀ ਜਿਹੜੀ ਉਹ ਸਮਝ ਲਓ ਕਿ ਅਣਜਾਣੇ 'ਚ ਮਿਲ ਗਈ, ਉਹ ਇੱਕ ਤਰ੍ਹਾਂ ਦੀ ਖੁਰਾਕ। ਹਾਂਜੀ ਹਾਂਜੀ। ਉਹਨੇ ਮੈਨੂੰ ਅੱਗੇ ਕਾਫੀ ਹੈਲਪ ਕੀਤਾ। ਹਾਂਜੀ ਠੀਕ ਹੈ। ਤੇ ਸੰਸਾਰੀ ਪੜ੍ਹਾਈ ਫਿਰ ਆਪ ਜੀ ਨੇ ਕਿੱਥੇ ਤੱਕ ਕੀਤੀ ਹੈਗੀ ਹੈ? ਮੈਂ ਮਕੈਨੀਕਲ ਇੰਜੀਨੀਅਰ ਹਾਂ ਜੀ। ਅੱਛਾ ਜੀ। ਹਾਂਜੀ, ਮਕੈਨੀਕਲ ਗ੍ਰੈਜੂਏਟ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਦੇ ਵਿੱਚ। ਤੇ ਫਿਰ ਇਹ ਪੜ੍ਹਾਈ ਕਰਕੇ ਫਿਰ ਕਿਤੇ ਮਕੈਨੀਕਲ ਦਾ ਕੰਮ ਵੀ ਕੀਤਾ? ਹਾਂਜੀ, ਮੈਂ ਯੂਨੀਵਰਸਿਟੀ ਵੀ ਟੌਪ ਕੀਤੀ। 골ਡ ਮੈਡਲ ਮੈਨੂੰ ਮਿਲਿਆ, ਗਵਰਨਰ ਨੇ ਦਿੱਤਾ ਸੀ। ਅੱਛਾ ਜੀ। ਤੇ
ਉਸ ਤੋਂ ਬਾਅਦ ਮੈਂ ਕੁਝ ਮਹੀਨੇ ਕੰਮ ਕੀਤਾ ਐਸਕॉर्ट्स ਦੇ ਵਿੱਚ, ਜਿਹੜੇ ਯਾਮਾਹਾ ਮੋਟਰਸਾਈਕਲ ਬਣਾਉਂਦੇ ਹੁੰਦੇ ਸੀ ਨਾ। ਹਾਂਜੀ ਯਾਮਾਹਾ ਮੋਟਰਸਾਈਕਲ ਦਾ RX 100 ਜਿਹੜਾ ਸੀ ਨਾ, ਉਹਦੇ 'ਚ ਉਹਦੀ ਫੈਕਟਰੀ 'ਚ ਕੰਮ ਕੀਤਾ ਕੁਝ ਮਹੀਨੇ। ਫਿਰ ਮੇਰੇ ਤੋਂ ਵੱਡੇ ਬ੍ਰਦਰ ਜਿਹੜੇ ਇੰਜੀਨੀਅਰ ਨੇ, ਉਹ ਅਫਰੀਕਾ ਗਏ ਹੋਏ ਸੀ, ਕੇਨੀਆ। ਅੱਛਾ ਜੀ। ਉਹਨਾਂ ਨੇ ਮੇਰੇ ਲਈ ਉੱਥੇ ਜੌਬ ਲੱਭ ਦਿੱਤੀ ਤੇ ਫਿਰ ਮੈਂ ਉੱਥੇ ਜਾ ਕੇ ਜੌਬ ਕਰ ਲਈ। ਉੱਥੇ ਕੁਝ ਸਾਲ ਜੌਬ ਕੀਤੀ, ਫਿਰ ਮੈਂ ਤੇ ਮੇਰੇ ਬ੍ਰਦਰ ਨੇ ਇਕੱਠਿਆਂ ਹੋ ਕੇ ਬਿਜ਼ਨਸ ਵੀ ਉੱਥੇ ਕੀਤਾ। ਅੱਛਾ ਜੀ। ਸੋ 13-14 ਸਾਲ ਮੈਂ ਉੱਥੇ ਕੇਨੀਆ ਵਿੱਚ ਰਿਹਾ। ਮਕੈਨੀਕਲ ਦਾ ਕੰਮ ਕੀਤਾ। ਇੰਜੀਨੀਅਰਿੰਗ ਦਾ ਕੰਮ, ਹਾਂਜੀ। ਠੀਕ ਹੈ। ਤੇ ਆਪ ਜੀ ਦੇ ਪਰਿਵਾਰ ਵਿੱਚ ਕੌਣ-ਕੌਣ ਹਨ, ਕਿੰਨੇ ਮੈਂਬਰ ਹਨ? ਮੇਰੇ ਸਭ ਤੋਂ ਵੱਡੇ ਸਿਸਟਰ ਨੇ ਜੋ ਆਸਟ੍ਰੇਲੀਆ ਨੇ ਜੀ। ਉਹਨਾਂ ਤੋਂ ਬਾਅਦ ਮੇਰੇ ਵੱਡੇ ਬ੍ਰਦਰ ਨੇ ਰਣਜੀਤ ਸਿੰਘ ਜੀ, ਜੋ ਕਿ ਬੈਂਕ ਮੈਨੇਜਰ ਰਿਟਾਇਰ ਹੋਏ ਨੇ ਜੀ। ਤੇ ਵਿਚਲੇ ਬ੍ਰਦਰ ਨੇ ਮਨਮੋਹਨ ਸਿੰਘ ਜੀ। ਅੱਛਾ ਜੀ। ਉਹ ਸਾਡਾ ਬਿਜ਼ਨਸ ਦੇਖਦੇ ਨੇ। ਉਹ ਵਰਕਸ਼ਾਪ ਹੈ ਉੱਥੇ ਲਾਲੜੂ। ਅੱਛਾ ਜੀ। ਲਾਲੜੂ ਉੱਥੇ ਵਰਕਸ਼ਾਪ ਹੈ ਉਹਨਾਂ ਦੀ। ਪਹਿਲਾਂ ਅਸੀਂ ਇਕੱਠਿਆਂ ਸ਼ੁਰੂ ਕੀਤੀ ਸੀ, ਲੇਕਿਨ ਹੁਣ ਮੈਂ ਇੱਕ ਤਰ੍ਹਾਂ ਦਾ ਰਿਟਾਇਰ ਹੀ ਹਾਂ ਉਹਦੇ ਚੋਂ। ਹਾਂਜੀ। ਤੇ ਹੁਣ ਉਹ ਦੇਖਦੇ ਨੇ ਉੱਥੇ, ਤੇ ਉਹ ਮੁਹਾਲੀ ਰਹਿੰਦੇ ਨੇ। ਅੱਛਾ ਜੀ। ਤੇ ਮੈਂ ਸਭ ਤੋਂ ਛੋਟਾ। ਤੇ ਉਹ ਭਾਈ ਸਾਹਿਬ ਵੀ ਕੀਰਤਨ ਕਰਦੇ ਹਨ ਜਾਂ? ਸ਼ੌਕੀਆ ਤੌਰ ਤੇ ਸਾਰੇ ਹੀ ਕਰਦੇ ਹਾਂ ਅਸੀਂ ਕੀਰਤਨ। ਠੀਕ ਹੈ। ਪਰ ਕਿਸੇ ਨੇ ਮਤਲਬ ਸਮਝ ਲਓ ਭਾਗਾਂ ਦੀ ਗੱਲ ਹੈ। ਹਾਂਜੀ ਹਾਂਜੀ। ਹਾਂਜੀ, ਤਾਂ ਮੈਂ ਆਪਣੇ ਵੱਡੇ ਭਾਗ ਸਮਝਦਾ ਕਿ ਮਹਾਰਾਜ ਨੇ। ਅੱਛਾ, ਫਿਰ ਆਪ ਜੀ ਮਕੈਨੀਕਲ ਇੰਜੀਨੀਅਰ, ਬਾਹਰ ਵੀ ਗਏ, ਕੰਮ ਵੀ ਕੀਤਾ, ਫਿਰ ਇਸ ਪਾਸੇ ਨੂੰ ਕਿਸ ਤਰ੍ਹਾਂ ਮੋੜ ਹੋਇਆ? ਮੋੜ ਇੱਦਾਂ ਹੋਇਆ ਕਿ ਮੈਂ ਕੇਨੀਆ ਰਹਿੰਦਾ ਸੀ ਤੇ ਮਹਾਂਪੁਰਖਾਂ ਦੇ ਨਾਲ ਉੱਥੇ ਦਰਸ਼ਨ ਉਹਨਾਂ ਦੇ ਹੋਏ। ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ, ਅੱਛਾ ਜੀ। ਜਿਹੜੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ, ਅੱਛਾ ਜੀ। ਇਸ ਜਥੇ ਨੇ ਸੋਨੇ ਦੀ ਸੇਵਾ ਕੀਤੀ ਦਰਬਾਰ ਸਾਹਿਬ। ਅੱਛਾ ਜੀ। ਜਿਹੜੀ ਹੋਈ ਸੀ ਨਾ, ਆਈ ਥਿੰਕ 99 ਵਿੱਚ ਹੋਈ ਸੀ, ਜਾਂ ਉਹਨਾਂ ਦਿਨਾਂ 'ਚ ਹੋਈ ਸੀ। 300 ਸਾਲਾ ਵਿਸਾਖੀ ਦਾ ਜਿਹੜਾ ਸੀ, ਉਹ ਜਿਹੜਾ ਵੱਡਾ ਹਾਲ ਕੀਤਾ, ਹਾਂਜੀ ਹਾਂਜੀ, ਉਹ ਵੀ ਉਸੇ ਜਥੇ ਨੇ ਕੀਤਾ। ਉਹਨਾਂ ਨੇ ਮਤਲਬ ਬੜੇ ਅੱਛੇ ਪ੍ਰੈਸਟੀਜੀਅਸ ਉਹਨਾਂ ਨੇ ਸੇਵਾ ਦੇ ਪ੍ਰੋਜੈਕਟ ਕੀਤੇ ਨੇ ਜੀ। ਸੋ ਜਿਹੜੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਨੇ, ਖੁਦ ਇੰਜੀਨੀਅਰ ਨੇ। ਅੱਛਾ ਜੀ। ਸਟਰਕਚਰ ਇੰਜੀਨੀਅਰ ਨੇ। ਠੀਕ ਹੈ। ਤਾਂ ਉਹਨਾਂ ਦੇ ਨਾਲ ਮੇਲ ਹੋਇਆ ਤੇ ਉਹਨਾਂ ਨੇ ਬੜੇ ਪਿਆਰ ਨਾਲ ਕਿਹਾ ਵੀ ਇਕੱਲਾ ਹੀ ਬੈਠਾ ਸੀ ਉਹਨਾਂ ਦੇ ਕੋਲ ਮੈਂ, ਤੇ ਕਹਿੰਦੇ ਵੀ ਇੰਜੀਨੀਅਰ ਤਾਂ ਬੜੇ ਆ। ਹਾਂਜੀ। ਬੜੇ ਗ੍ਰੈਜੂਏਟ ਹੁੰਦੇ ਨੇ, ਕੋੜੇ ਰਿਟਾਇਰ ਹੁੰਦੇ ਨੇ, ਕੋਈ ਕੁਝ ਕਰ ਜਾਂਦਾ ਤੇ ਕਿਤੇ ਉਹਦੇ ਪੇਪਰਾਂ 'ਚ ਨਾਂ ਲਿਖਿਆ ਆ ਜਾਂਦਾ। ਠੀਕ ਹੈ। ਪਰ ਕਹਿੰਦੇ ਜੋ ਭਾਈ ਅਵਤਾਰ ਸਿੰਘ ਹੋਣਾ ਕੋਲ ਹੈ ਨਾ, ਉਹ ਬੜਾ ਸਪੈਸ਼ਲ ਹੈ। ਇੰਜੀਨੀਅਰਿੰਗ ਕੀਤੀ ਹੈ, ਠੀਕ ਹੈ, ਵਧੀਆ, ਪਰ ਕੋਸ਼ਿਸ਼ ਕਰੋ ਕਿ ਉਹਨਾਂ ਕੋਲੋਂ ਤੁਸੀਂ ਜੋ ਉਹਨਾਂ ਦੇ ਕੋਲ ਹੈ ਨਾ, ਉਹ ਦਾਤ ਹਾਸਲ ਕਰੋ। ਠੀਕ ਹੈ। ਤਾਂ ਉਹਨਾਂ ਦੇ ਬਚਨ ਸਮਝ ਲਓ ਕਿ ਸੱਤ ਹੋਏ ਤੇ ਮੌਕਾ ਨਹੀਂ ਸੀ ਮਿਲਦਾ, ਕਿਉਂਕਿ ਅਸੀਂ ਬਿਜ਼ਨਸ 'ਚ ਉੱਥੇ ਬਿਜ਼ੀ ਸੀਗੇ। ਹਾਂਜੀ। ਬੜਾ ਮੁਸ਼ਕਿਲ ਹੁੰਦਾ ਹੈ। ਤੇ ਫਿਰ ਬਸ ਗੁਰੂ ਮਹਾਰਾਜ ਨੇ ਵਿਧ ਬਣਾਤੀ। ਉੱਥੇ ਅਸੀਂ ਕੰਮ ਸੰਕੋਚ ਕੇ ਇੰਡੀਆ ਸ਼ੁਰੂ ਕਰ ਲਿਆ ਜੀ, ਤੇ ਅਸੀਂ ਮੂਵ ਹੋ ਗਏ ਇੰਡੀਆ। ਉਦੋਂ ਫਿਰ ਮੈਨੂੰ ਇਹ ਚਾਂਸ ਮਿਲਿਆ ਦਸੰਬਰ 1999 'ਚ। ਅੱਛਾ ਜੀ। ਤੇ ਸੋ ਇਧਰੋਂ ਆਪਣੇ ਕਾਰੋਬਾਰ ਵਾਲੇ ਪਾਸਿਓਂ ਮੈਂ ਫਿਰ ਸਲੀਪਿੰਗ ਬਣ ਗਿਆ, ਹੈ ਨਾ, ਤੋਂ ਫਿਰ ਬ੍ਰਦਰ ਚਲਾਉਂਦੇ ਰਹੇ। ਹਾਂਜੀ। ਪਿਤਾ ਜੀ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ, ਉਹਨਾਂ ਨੇ ਆਪਣੇ ਪਿਤਾ ਜੀ ਭਾਈ ਸਾਹਿਬ ਭਾਈ ਜਵਾਲਾ ਸਿੰਘ ਜੀ ਤੋਂ ਕੀਰਤਨ ਸਿੱਖਿਆ, ਹੈ ਨਾ ਜੀ। ਤੇ ਜਦੋਂ ਆਪ ਜੀ ਉਹਨਾਂ ਕੋਲੋਂ ਸਿੱਖਦੇ ਸੀਗੇ, ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਕੋਲੋਂ, ਤੇ ਉਹ ਫਿਰ ਕਿਸ ਤਰੀਕੇ ਦੇ ਨਾਲ ਆਪ ਜੀ ਨੂੰ ਸਿਖਾਉਂਦੇ ਸੀ? ਮਤਲਬ ਜਿਵੇਂ ਅੱਜ ਕੱਲ੍ਹ ਅਸੀਂ ਕਿਤਾਬਾਂ 'ਚ ਪੜ੍ਹਦੇ ਹਾਂ, ਇੱਕ ਸੁਰ ਲਿਪੀ ਬਣੀ ਹੋਈ ਹੈ, ਹੈ ਨਾ, ਉਹਦੇ ਅਕੋਰਡਿੰਗ ਮਤਲਬ ਅੱਗੋਂ ਸਿੱਖਿਆ ਦਿੱਤੀ ਜਾਂਦੀ ਹੈ, ਜਾਂ ਕਿਤਾਬਾਂ 'ਚ ਜੋ ਲਿਖਿਆ ਹੋਇਆ ਹੈ। ਤੇ ਆਪ ਜੀ ਜਦੋਂ ਉਹਨਾਂ ਕੋਲੋਂ ਸਿੱਖਦੇ ਸੀ, ਤੇ ਉਹ ਫਿਰ ਆਪ ਜੀ ਨੂੰ ਗਾ ਕੇ ਹੀ ਸਿਖਾਉਂਦੇ ਸੀ, ਜਾਂ ਮਤਲਬ ਲਿਖਤੀ ਰੂਪ ਦੇ ਵਿੱਚ ਵੀ ਸਿਖਾਉਂਦੇ ਸੀ? ਪਿਤਾ ਜੀ, ਜਦੋਂ ਪਿਤਾ ਜੀ ਨੇ ਸਾਡੇ ਦਾਦਾ ਜੀ ਤੋਂ ਸਿੱਖਿਆ, ਉਦੋਂ ਇਹ ਲਿਪੀ ਨਹੀਂ ਸੀ ਆਈ। ਨਹੀਂ ਸੀ। ਹਾਂਜੀ, ਆ ਚੁੱਕੀ ਹੋਏਗੀ, ਪਰ ਸਿੱਖ ਵਿਦਵਾਨਾਂ 'ਚ ਨਹੀਂ ਸੀ ਹਲੇ ਆਈ। ਹਾਂਜੀ ਹਾਂਜੀ। ਤੇ ਇਹ ਮੈਂ ਹੁਣ ਗੱਲ ਵੀ ਕਰ ਰਿਹਾ ਆਪਣੇ ਪਿਤਾ ਜੀ ਦਾ ਜਨਮ 1926 ਦਾ। ਹਾਂਜੀ। ਤੋਂ 26 ਤੋਂ ਸਮਝ ਲਓ ਕਿ 30s ਦੇ ਵਿੱਚ, 1930 1940 ਦੇ ਅੰਦਰਲਾ ਸਮਾਂ, ਉਦੋਂ ਓਰਲੀ ਸੀ ਸਾਰਾ ਕੁਝ। ਠੀਕ। ਹੱਥ ਨਾਲ ਤਾਲੀ ਖਾਲੀ ਦੇ ਕੇ ਤੇ ਉਹ ਰਿਦਮ ਦਾ ਧਿਆਨ ਰੱਖਣਾ। ਕੋਈ ਤਾਨਪੂਰਾ ਬੈਠ ਕੇ ਰਿਆਜ਼ ਕਰਦੇ ਸੀ ਤੇ ਤਾਨਪੂਰਾ ਨਾਲ ਸੀਗਾ, ਨਹੀਂ ਤੇ ਤੁਰਦੇ ਫਿਰਦੇ ਵੀ ਕਰ ਲੈਂਦੇ ਸੀ। ਸਵੇਰੇ ਜਿੱਦਾਂ ਜਾਣਾ, ਖੇਤਾਂ ਵੱਲ ਜਾਣਾ, ਤਾਂ ਪਿਤਾ ਜੀ ਦੱਸਦੇ, ਕਹਿੰਦੇ ਰਸਤੇ 'ਚ ਸਾਡਾ ਰਿਆਜ਼ ਚੱਲਦਾ ਰਹਿੰਦਾ ਹੁੰਦਾ ਸੀ। ਮੈਂ ਅੱਛਾ ਚਲ ਆਹ ਸੁਣਾਓ, ਇੱਦਾਂ ਕਰੋ। ਬਾਪੂ ਜੀ ਨੇ ਗਾਣਾ, ਫਿਰ ਪਿਤਾ ਜੀ ਨੇ ਗਾਣਾ,
ਪਿਤਾ ਜੀ ਨੇ ਬਾਪੂ ਜੀ ਤੋਂ ਇਦਾਂ ਹੀ ਸਿੱਖਿਆ ਸੀ ਤੇ ਆਪਣੇ ਨੋਟ ਬਣਾ ਲੈਣੇ ਉਹਨਾਂ ਨੇ ਆਪਣੇ ਹਿਸਾਬ ਨਾਲ ਵੀ ਜਿਹੜੇ ਉਹ ਦੇਖਣਗੇ ਤੇ ਉਹਨਾਂ ਨੂੰ ਪਤਾ ਲੱਗ ਜੂ। ਪਰ ਜਿਹੜੀ ਲਿਪੀ ਆ ਇਹ ਲਿਪੀ ਜਦੋਂ ਫਿਰ ਕਿਤਾਬਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਉਦੋਂ ਫਿਰ ਲਿਪੀਬੱਧ ਕੀਤੀਆਂ। ਜਿਹੜੇ ਪਹਿਲੇ ਉਹਨਾਂ ਦੇ ਨੋਟਸ ਸੀਗੇ ਉਹ ਬੜੇ ਸਿੰਪਲ ਸੀ, ਉਹੋ ਹੀ ਜਾਣਦੇ ਸਨ ਵੀ ਕੀ ਲਿਖਿਆ। ਤੇ ਜਦੋਂ ਆਪ ਜੀ ਨੇ ਸਿੱਖਿਆ ਫਿਰ ਆਪ ਜੀ ਨੇ ਵੀ ਉਸੇ ਤਰ੍ਹਾਂ ਹੀ ਸਿੱਖਿਆ? ਮੇਰੀ ਸਿਚੁਏਸ਼ਨ ਇਦਾਂ ਹੋਈ ਕਿ ਮੈਂ ਇੱਕ ਤੇ ਸਕੂਲ ਵਿੱਚ ਮੈਂ ਥੋੜਾ ਸੰਗੀਤ ਨਾਲ ਸਿੱਖਣਾ ਸ਼ੁਰੂ ਕਰਤਾ ਸੀ। ਠੀਕ ਹੈ। ਪਿਤਾ ਜੀ ਵੱਲੋਂ ਪ੍ਰੇਰਨਾ ਨਹੀਂ ਸੀ ਬਹੁਤੀ, ਲੇਕਿਨ ਉੱਥੇ ਸਕੂਲ ਦੇ ਵੱਲੋਂ ਉਹਨਾਂ ਦੇ ਮਿਊਜ਼ਿਕ ਟੀਚਰ ਸਾਡਾ ਨਵਾਂ ਆਇਆ, ਉਹਨੇ ਆਰਕੈਸਟਰਾ ਸ਼ੁਰੂ ਕੀਤਾ ਤੇ ਮੈਨੂੰ ਵਾਇਲਨ ਵਜਾਉਣ ਤੇ ਲਾਤਾ। ਅੱਛਾ ਜੀ। ਤੋਂ ਵਾਇਲਨ ਤੋਂ ਮੇਰਾ ਸ਼ੁਰੂ ਹੋਇਆ। ਉਸ ਤੋਂ ਬਾਅਦ ਫਿਰ ਜਿਵੇਂ ਵੋਕਲਸ ਜਿਹੜੇ ਹੁੰਦੇ ਨੇ, ਹਾਂਜੀ, ਜਿਹੜੇ ਸਕੂਲ ਦੇ ਵਿੱਚ ਜਿਹੜੇ ਗਾਣ ਵਾਲੇ ਹੌਲੀ ਹੌਲੀ ਸਟੂਡੈਂਟ ਪਾਸ ਹੁੰਦੇ ਜਾਂਦੇ ਨੇ, ਹਾਂਜੀ। ਤੇ ਉਹਨਾਂ ਨੂੰ ਫਿਰ ਕੋਈ ਚਾਹੀਦਾ ਸੀਗਾ ਮੇਲ ਵੌਇਸ, ਤੇ ਉਹਨਾਂ ਨੇ ਫਿਰ ਮੈਨੂੰ ਟਰਾਈ ਕੀਤਾ ਤੇ ਉਹ ਵੀ ਉਹਨਾਂ ਨੇ ਰੱਖ ਲਿਆ। ਉਸ ਤੋਂ ਬਾਅਦ ਮੇਰਾ ਗਾਣਾ ਸ਼ੁਰੂ ਹੋਇਆ। ਫਿਰ ਇੱਕ ਟਿਊਟਰ ਪਿਤਾ ਜੀ ਕਹਿੰਦੇ ਚੱਲ ਫਿਰ ਤੇਰਾ ਜਿਹੜਾ ਸ਼ੌਂਕ ਹੈਗਾ ਨਾ ਤਾਂ ਤੂੰ ਸੰਗੀਤ ਦੀ ਮੁੱਢਲੀ ਵਿੱਦਿਆ ਲੈ ਹੀ ਲਾ। ਇੱਕ ਬਲਾਈਂਡ ਹੁੰਦੇ ਸਨ ਟੀਚਰ ਸਾਡੇ, ਸੁਰੇਸ਼ ਕੁਮਾਰ ਜੀ, ਉਹ ਫਿਰ ਘਰ ਆ ਕੇ ਸਿਖਾਉਂਦੇ ਹੁੰਦੇ ਸੀ। ਉਹਨਾਂ ਤੋਂ ਜਿੱਦਾਂ ਨਾ ਉਹ ਸਾਲ 2 ਸਾਲ ਜਿਹੜਾ ਕੋਰਸ ਨਹੀਂ ਹੁੰਦਾ, ਉਹ ਜਿਹੜਾ ਗੰਧਰਵ ਮਹਾਵਿਦਿਆਲਿਆ ਇੱਥੇ ਹੈਗਾ ਦਿੱਲੀ 'ਚ, ਅੱਛਾ ਜੀ, ਉਹਨਾਂ ਦਾ ਇੱਕ ਆਪਣਾ ਕੋਰਸ ਸੀਗਾ। ਤਾਂ 2 ਸਾਲ ਦਾ ਮੈਂ ਕੋਰਸ ਉਹਨਾਂ ਦਾ ਕੀਤਾ ਸੀ। ਔਰ ਫਿਰ ਉਹ ਇਹ ਗੱਲ ਹੈ ਮੇਰੀ 10ਵੀਂ 11ਵੀਂ ਦੀ। ਠੀਕ ਹੈ। ਉਸ ਤੋਂ ਬਾਅਦ ਫਿਰ ਪੜ੍ਹਾਈ ਵਾਲੇ ਪਾਸੇ ਫੋਕਸ ਹੋ ਗਿਆ। ਫਿਰ ਇੰਜੀਨੀਅਰਿੰਗ ਲਈ ਮੈਂ ਬਾਹਰ ਚਲਾ ਗਿਆ ਦਿੱਲੀੋਂ। ਸੋ ਇਸ ਤਰ੍ਹਾਂ ਫਿਰ ਉਹ ਛੁੱਟ ਗਿਆ। ਲੇਕਿਨ ਮੈਨੂੰ ਮੁੱਢਲੀ ਜਿਹੜੀ ਸੰਗੀਤ ਦੀ ਸੀ ਨਾ ਉਹ ਨੌਲੇਜ ਉਹ ਮਿਲ ਗਈ ਸੀ। ਤੇ ਪਿਤਾ ਜੀ ਦੇ ਨਾਲ ਇੱਕ ਮੈਨੂੰ ਮੌਕਾ ਇਹ ਮਿਲਿਆ ਕਿ ਕੇਨੀਆ ਹੀ ਉਦੋਂ ਹੁੰਦੇ ਸੀ ਅਸੀਂ। ਅੱਛਾ ਜੀ। ਤੇ ਪਿਤਾ ਜੀ ਨਾ ਰਿਕਾਰਡਿੰਗ ਨਹੀਂ ਸੀ ਕਰਾਉਂਦੇ। ਅੱਛਾ ਜੀ। ਇਹ ਨਹੀਂ ਸੀ ਕਿ ਰਿਕਾਰਡਿੰਗ ਦੇ ਅਗੇਂਸਟ ਸੀ, ਪਰ ਉਹਨਾਂ ਲਈ ਇੱਕ ਇੰਪੋਰਟੈਂਟ ਨਹੀਂ ਸੀ ਵੀ ਰਿਕਾਰਡਿੰਗ ਦੀ ਕੀ ਲੋੜ ਹੈ। ਚਲੋ ਠੀਕ ਹੈ। ਕਈ ਉਦੋਂ ਅੰਮ੍ਰਿਤਵਾਣੀ ਵਰਗੀਆਂ ਕੰਪਨੀਆਂ ਹੁੰਦੀਆਂ ਸੀ ਜਾਂ ਹੋਰ ਹੁੰਦੀਆਂ ਸੀ, ਉਹਨਾਂ ਨੇ ਕਦੀ ਮਿਲਣਾ, ਕਿਉਂਕਿ ਕੀਰਤਨੀਏ ਤਾਂ ਉਹਨਾਂ ਦੇ ਮਗਰ ਜਾਂਦੇ ਸਾਡੀ ਰਿਕਾਰਡਿੰਗ ਕਰੋ, ਸਾਡੀ ਕੈਸੈਟ ਕੱਢੋ ਜੀ। ਤੇ ਪਿਤਾ ਜੀ ਨੂੰ ਉਹ 1-2 ਵਾਰੀ ਮਿਲੇ ਵੀ, ਕਹਿੰਦੇ ਜੀ ਆਪਾਂ ਤੁਹਾਡੀ ਰਿਕਾਰਡਿੰਗ ਕਰਨੀ ਹੈ। ਪਿਤਾ ਜੀ ਕਹਿੰਦੇ ਜ਼ਰੂਰ ਕਰਾਂਗੇ ਜੀ। ਅੱਛਾ ਜੀ। ਬਸ ਉੱਥੇ ਗੱਲ ਖਤਮ। ਨਾ ਉਹਨਾਂ ਦਾ ਫੋਨ ਆਉਣਾ, ਪਿਤਾ ਜੀ ਨੇ ਫੋਨ ਕਰਨਾ। ਅਸੀਂ ਇਹ ਮਹਿਸੂਸ ਕੀਤਾ ਵੀ ਪਿਤਾ ਜੀ ਹੁਣਾਂ ਦੀ ਰਿਕਾਰਡਿੰਗ ਹੋਣੀ ਚਾਹੀਦੀ ਹੈ, ਕਿਉਂਕਿ ਲਾਈਵ ਰਿਕਾਰਡਿੰਗ ਤਾਂ ਬੜੀ ਸੀਗੀ। ਹਾਂਜੀ। ਜਿਵੇਂ ਕੀਰਤਨ ਕੀਤਾ, ਲੋਕਾਂ ਨੇ ਰਿਕਾਰਡ ਕਰ ਲਿਆ ਉਹਨਾਂ ਦੇ, ਲੇਕਿਨ ਪ੍ਰੋਪਰ ਸਟੂਡੀਓ ਦੇ ਵਿੱਚ ਗੁੱਡ ਕੁਆਲਿਟੀ ਡਿਜੀਟਲ ਰਿਕਾਰਡਿੰਗ, ਉਹ ਫਿਰ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ। ਸਾਡੇ ਸਰਦਾਰ ਅਨੂਪ ਸਿੰਘ ਜੀ ਸਨ, ਭਾਈ ਸਿਕੰਦਰ ਸਿੰਘ ਜੀ ਬਾਗੜੀਆਂ ਸਨ, ਉਹ ਇਨਵੋਲਵ ਸਨ ਵਿੱਚ ਉਸ ਪ੍ਰੋਜੈਕਟ ਵਿੱਚ। ਅੱਛਾ ਜੀ। ਉਦੋਂ ਅਸੀਂ ਫਿਰ ਮੈਂ ਛੁੱਟੀ ਲੈ ਕੇ ਉੱਥੋਂ ਕੇਨੀਆ ਤੋਂ ਆਇਆ ਸੀ 2 ਮਹੀਨੇ ਲਈ। ਠੀਕ ਹੈ। ਇੱਦਾਂ ਫਿਰ ਉਹ ਇੱਕ ਪਹਿਲਾਂ ਉਹ ਪ੍ਰੋਜੈਕਟ ਹੋਇਆ। ਉਸ ਤੋਂ ਬਾਅਦ ਫਿਰ ਸਾਲ ਠਹਿਰ ਕੇ ਫਿਰ ਅਸੀਂ ਇੱਦਾਂ ਕਰ ਲਿਆ ਵੀ ਫਿਰ ਮੈਂ ਛੁੱਟੀ ਲੈ ਕੇ ਆ ਗਿਆ। ਤੇ ਨਾਲ ਉਦੋਂ ਮੈਨੂੰ ਇਹ ਫਾਇਦਾ ਹੋਇਆ ਵੀ ਇਹਦੇ ਨਾਲ ਗਾਣ ਦਾ ਮੈਨੂੰ ਮੌਕਾ ਮਿਲ ਗਿਆ। ਹਾਲਾਂਕਿ ਮੈਂ ਉਦੋਂ ਹਾਲੇ ਕੇਨੀਆ 'ਚ ਹੀ ਸੀਗਾ, ਹਾਲੇ ਇੰਡੀਆ ਨਹੀਂ ਸੀ। ਲੇਕਿਨ ਪਿਤਾ ਜੀ ਨੇ ਕਿਹਾ ਚਲੋ ਆਪਾਂ ਹੁਣ ਕਰਦੇ ਪਏ ਹਾਂ। ਤਾਂ ਉਹ ਜੋ ਤਿਆਰੀ ਕਰਦੇ ਸੀ ਨਾ ਉਹਦੀ ਰੀਤ ਦੀ, ਉਹ ਮੈਂ ਨਾਲ ਬੈਠ ਕੇ ਨਾਲ ਗਾਉਂਦਾ ਹੁੰਦਾ ਸੀ। ਮੈਨੂੰ ਉਹਦੇ ਨਾਲ ਫਾਇਦਾ ਹੋ ਗਿਆ। ਤੇ ਬਾਕੀ ਜਦੋਂ ਕੀਰਤਨ ਸ਼ੁਰੂ ਕੀਤਾ ਨਾ 99 'ਚ, ਹਾਂਜੀ, ਉਦੋਂ ਤਕਰੀਬਨ ਕਾਫੀ ਰੀਤਾਂ ਮੈਨੂੰ ਆਉਂਦੀਆਂ ਸੀ। ਗੁਰਦੁਆਰੇ ਪ੍ਰੋਗਰਾਮ ਹੋ ਰਿਹਾ ਤਾਂ ਸ਼ਬਦ ਪੜ੍ਹ ਲਿਆ ਜੀ। ਇਸ ਤਰ੍ਹਾਂ ਮਤਲਬ ਸ਼ਬਦ ਪੜ੍ਹਨ ਦਾ, ਤੇ ਉੱਥੇ ਵੀ ਸਤਸੰਗ ਹੁੰਦੇ ਸਨ, ਉੱਥੇ ਵੀ ਮੈਂ ਸ਼ਬਦ ਪੜ੍ਹ ਲੈਂਦਾ ਸੀ ਕੇਨੀਆ ਵਿੱਚ। ਹਾਂਜੀ। ਸੋ ਉਦੋਂ ਫਿਰ ਪਿਤਾ ਜੀ ਮੈਨੂੰ ਰਿਆਜ਼ ਮੇਰੇ ਨਾਲ ਬੈਠ ਕੇ ਕਰਾਉਂਦੇ ਹੁੰਦੇ ਸੀ। ਜਿਹੜਾ ਰਿਆਜ਼ ਸੁਰ ਅਭਿਆਸ ਕਰਦੇ ਸੀ ਨਾ, ਹਾਂਜੀ, ਉਹ ਪਿਤਾ ਜੀ ਮੈਨੂੰ ਕਰਾਉਂਦੇ ਹੁੰਦੇ ਸੀ। ਤੇ ਬਾਕੀ ਜੋ ਉਹਨਾਂ ਦੇ ਨਾਲ 7 ਸਾਲ ਕੀਰਤਨ ਕੀਤਾ ਨਾ, ਹਾਂਜੀ, ਉਹ ਆਪਣੇ ਆਪ ਹਰ ਕੀਰਤਨ ਮੇਰੇ ਲਈ ਟ੍ਰੇਨਿੰਗ ਸੀ। ਸਾਡੀ ਟ੍ਰੇਨਿੰਗ ਚੱਲਦੀ ਹੁੰਦੀ ਸੀ। ਪਿਤਾ ਜੀ ਨੇ ਆਲਾਪ ਲਿਆ, ਉਸ ਤੋਂ ਬਾਅਦ ਮੈਂ ਆਲਾਪ ਲਿਆ, ਹਾਂਜੀ, ਪ੍ਰਮਾਣ ਦਿੱਤਾ। ਉਹਦੇ 'ਚ ਜੋ ਮੇਰੇ ਕੋਲੋਂ ਕਮੀ ਰਹਿ ਗਈ, ਪਿਤਾ ਜੀ ਨੇ ਅਗਲੇ ਆਲਾਪ 'ਚ ਉਸ ਨੂੰ ਕਰੈਕਟ ਕਰ ਦਿੱਤਾ। ਫਿਰ ਮੈਂ ਆਲਾਪ ਲਿਆ, ਮੈਂ ਉਸੇ ਨੂੰ ਉਸ ਤਰ੍ਹਾਂ ਗਾ ਲਿਆ। ਇਹ ਸੰਗਤ ਨੂੰ ਨਹੀਂ ਪਤਾ ਹੁੰਦਾ ਸੀ ਵੀ ਕੀ ਹੋ ਰਿਹਾ, ਪਰ ਸਾਨੂੰ ਮੇਰੀ ਸਿਖਲਾਈ ਚੱਲਦੀ ਹੁੰਦੀ ਸੀ ਨਾਲੋਂ ਨਾਲ ਸਟੇਜ ਦੇ ਦੌਰਾਨ। ਹਾਂਜੀ, ਵਾਹ ਜੀ। ਤੇ ਹੋਰ ਬੜਾ ਕੁਝ ਹੈ ਕੀਰਤਨ ਕਰਨ ਦੇ ਵਿੱਚ। ਇਕੱਲੀ ਸੰਗੀਤ ਦੀ ਜਿਹੜੀ ਨੌਲੇਜ ਹੈ ਨਾ, ਉਹ ਕਾਫੀ ਨਹੀਂ ਹੈ। ਸ਼ਬਦ ਦੀ ਸਮਝ ਵੀ ਬਹੁਤ ਜ਼ਰੂਰੀ ਹੈ। ਬਿਲਕੁਲ ਜੀ, ਬਿਲਕੁਲ। ਸ਼ਬਦ ਦੀ ਸਿਲੈਕਸ਼ਨ ਬਹੁਤ ਜ਼ਰੂਰੀ ਹੈ ਜੀ। ਤੁਸੀਂ ਕਿਹੋ ਜਿਹੇ ਮੌਕੇ 'ਤੇ ਜਾ ਰਹੇ ਹੋ, ਉੱਥੇ ਕਿਹੜਾ ਸ਼ਬਦ ਪੜ੍ਹਨਾ। ਹੁਣ ਸ਼ਬਦ ਤਾਂ ਐਡੇ ਸਾਰੇ ਆ। ਹਾਂਜੀ, ਪਿਤਾ ਜੀ ਹੁਣੀ ਤੇ ਮਤਲਬ ਘਰੋਂ ਦੇਖ ਕੇ ਨਹੀਂ ਸੀ ਜਾਂਦੇ ਹੁੰਦੇ ਸ਼ਬਦ ਕਿਹੜਾ ਪੜ੍ਹਨਾ। ਨਾ ਹੀ ਸਾਨੂੰ ਦੱਸਦੇ ਸੀ, ਨਾ ਹੀ ਜੇ ਦੱਸ ਵੀ ਦੇਣ ਤੇ ਉਹ ਪੜ੍ਹਦੇ ਨਹੀਂ ਸੀ ਹੁੰਦੇ। ਅੱਛਾ ਜੀ।
ਉਹਨਾਂ ਦਾ ਮਤਲਬ ਉੱਥੇ ਜਾ ਕੇ ਜਦੋਂ ਸਾਜ਼ ਸੁਰ ਹੁੰਦੇ ਪਏ ਨਾ, ਜੋੜੀ ਸੁਰ ਹੁੰਦੀ ਪਈ ਆ, ਉਦੋਂ ਪਿਤਾ ਜੀ ਡਿਸਾਈਡ ਕਰਦੇ ਸੀ ਕਿ ਕਿਹੜਾ ਸ਼ਬਦ ਪੜ੍ਹੋ। ਮੇਰੇ ਲਈ ਪ੍ਰੋਬਲਮ ਆਉਂਦੀ ਹੁੰਦੀ ਸੀ ਕਿ ਮੈਨੂੰ ਬਾਣੀ ਯਾਦ ਨਹੀਂ ਸੀ, ਤਾਂ ਮੈਂ ਫਿਰ ਉਹ ਪਹਿਲਾਂ ਤਾਂ ਮੈਨੂੰ 1 ਸਾਲ ਤੇ ਬੜੀ ਪ੍ਰੋਬਲਮ ਆਈ, ਔਖਾ ਲੱਗਿਆ ਬਈ ਸ਼ਬਦ ਪਤਾ ਹੀ ਨਹੀਂ ਕਿਹੜਾ ਪੜ੍ਹਨਾ, ਤੇ ਜੇ ਪੜ੍ਹਿਆ ਤਾਂ ਮੈਂ ਜੇ ਪਹਿਲਾਂ ਨਹੀਂ ਸੁਣਿਆ ਹੋਇਆ ਤਾਂ ਮੈਨੂੰ ਯਾਦ ਨਹੀਂ, ਤੇ ਫਿਰ ਮੈਂ ਫਿਰ ਸੁਣ ਕੇ ਨਾਲ ਗਾਈ ਜਾਣਾ। ਸੋ ਇਸ ਤਰ੍ਹਾਂ ਹੁੰਦਾ ਸੀ ਪਿਤਾ ਜੀ ਉਹਨਾਂ ਦਾ। ਉਹ ਫਿਰ ਹਰ ਕੀਰਤਨ ਮੇਰੇ ਲਈ ਸਿਖਲਾਈ ਸੀ। ਠੀਕ ਹੈ। ਜਿੱਥੇ ਕੋਈ ਲੋੜ ਪੈਂਦੀ ਸੀ ਕਿ ਇਹਨੂੰ ਇਦਾਂ ਨਹੀਂ ਇਦਾਂ ਲਾਉਣਾ, ਫਿਰ ਦੱਸ ਦਿੰਦੇ ਹੁੰਦੇ ਸੀ ਮੈਨੂੰ, ਬਾਅਦ 'ਚ ਦੱਸ ਦਿੰਦੇ ਹੁੰਦੇ। ਠੀਕ ਹੈ। ਪਤਾ ਲੱਗਿਆ ਵੀ ਆਪ ਜੀ ਦੇ ਬਜ਼ੁਰਗ ਜੋ ਬਾਬਾ ਜਵਾਲਾ ਸਿੰਘ ਜੀ ਆ, ਉਹ ਉਸ ਪੀੜ੍ਹੀ ਵਿੱਚੋਂ ਚੱਲਦੇ ਆ ਰਹੇ ਆ ਵੀ ਜਿਹੜੀ ਕਿ ਕਿਤੇ ਨਾ ਕਿਤੇ ਗੁਰੂ ਸਾਹਿਬਾਂ ਦੇ ਸਮੇਂ ਦੇ ਨਾਲ ਸੰਬੰਧ ਰੱਖਦੇ ਸੀ। ਜੀ। ਕੁਛ ਉਹਦੇ ਬਾਰੇ ਆਪ ਜੀ ਸਾਨੂੰ ਜਾਣਕਾਰੀ ਸਾਡੇ ਦਿਓ। ਦਾਦਾ ਜੀ 10ਵੀਂ ਪੀੜ੍ਹੀ ਸਨ ਜੀ, ਪਿਤਾ ਜੀ 11ਵੀਂ ਸਨ। ਠੀਕ ਹੈ ਜੀ। ਕੀਰਤਨ ਦੇ ਵਿੱਚ। ਕੀਰਤਨ ਦੇ ਵਿੱਚ। ਹਾਂਜੀ। ਤੇ ਗੁਰੂ ਕਾਲ ਦੇ ਵਿੱਚ ਫਿਰ ਕਿਹੜੇ ਗੁਰੂ ਕਾਲ ਦੇ ਮਤਲਬ ਸਮਕਾਲੀ ਹੋ ਜਾਂਦੇ ਹੈਗੇ ਇਹ? ਜਿੱਥੋਂ ਤੱਕ ਜੇ ਬੈਕ ਕਰਕੇ ਦੇਖੀਏ, ਕੈਲਕੂਲੇਸ਼ਨ ਕਰਕੇ ਦੇਖੀਏ, ਤੇ ਇਹ 5ਵੇਂ ਪਾਤਸ਼ਾਹ ਦਾ ਸਮਾਂ ਹੀ ਪਹੁੰਚ ਜਾਂਦਾ ਹੈ, ਜਦੋਂ ਸਿੱਖਾਂ ਵਿੱਚ ਕੀਰਤਨ ਆਇਆ। ਹਾਂਜੀ ਹਾਂਜੀ। ਕਿਉਂਕਿ ਪਰਿਵਾਰ 'ਚ ਸਿੱਖੀ ਜਿਹੜੀ ਆ ਉਹ ਤੀਸਰੇ ਪਾਤਸ਼ਾਹ ਤੋਂ ਆਈ ਸੀ। ਗੋਂਦਵਾਲ ਸਾਹਿਬ ਜਦੋਂ ਮਹਾਰਾਜ ਨੇ ਵਸਾਇਆ, ਤੇ ਤੀਸਰੇ ਪਾਤਸ਼ਾਹ ਨੇ ਜੋ ਗੋਂਦਵਾਲ ਵਸਾਇਆ, ਤੇ ਸਾਡਾ ਪਿਛਲਾ ਪਿੰਡ ਸੀ ਫਤਿਆਬਾਦ। ਅੱਛਾ ਜੀ। ਗੋਂਦਵਾਲ ਦਾ ਬਿਲਕੁਲ ਨਾਲ ਦਾ ਪਿੰਡ। ਜਦੋਂ ਗੋਂਦਵਾਲ ਤੋਂ ਤਰਨਤਾਰਨ ਸਾਹਿਬ ਜਾਈਏ ਨਾ, ਤੇ ਪਹਿਲਾ ਪਿੰਡ ਹੀ ਹੈ ਫਤਿਆਬਾਦ। ਫਿਰ ਸਾਡੇ ਬਜ਼ੁਰਗ ਤਕਰੀਬਨ 250 ਪੌਣੇ 300 ਸਾਲ ਪਹਿਲਾਂ ਦਰਿਆ ਕ੍ਰਾਸ ਕਰਕੇ ਨਾ, ਬਿਆਸ ਕ੍ਰਾਸ ਕਰਕੇ, ਤੇ ਇੱਧਰ ਸੁਲਤਾਨਪੁਰ ਵਾਲੇ ਪਾਸੇ ਆ ਗਏ। ਅੱਛਾ ਜੀ। ਜਿੱਥੇ ਹੁਣ ਠੱਟਾ ਟਿੱਬਾ ਇਲਾਕਾ ਸਾਡਾ ਸੈਦਪੁਰ ਹੈ, ਜ਼ਿਲ੍ਹਾ ਕਪੂਰਥਲਾ ਪੈ ਜਾਂਦਾ। ਠੀਕ ਹੈ। ਤੇ ਸੋ ਸਿੱਖੀ ਉਦੋਂ ਤੀਜੇ ਪਾਤਸ਼ਾਹ ਨੇ ਬਖਸ਼ਿਸ਼ ਕਰਕੇ ਪਰਿਵਾਰ 'ਚ ਦਿੱਤੀ। ਤੇ ਜੇ ਕਿਉਂਕਿ ਗੋਤਾਂ ਦੇ ਹਿਸਾਬ ਨਾਲ ਹੀ ਪਤਾ ਲੱਗਦਾ ਨਾ ਪਿੰਡਾਂ 'ਚ, ਜਦੋਂ ਤੁਸੀਂ ਦੇਖੋ, ਤੇ ਸਾਡੇ ਗੋਤੀ ਸਨ ਭਾਈ ਸਧਾਰਨ ਜੀ। ਤੀਜੇ ਪਾਤਸ਼ਾਹ ਨੇ ਜਦੋਂ ਮੰਜੀਆਂ ਥਾਪੀਆਂ ਸਨ, ਹਾਂਜੀ ਹਾਂਜੀ, ਇੱਕ ਮੰਜੀ ਭਾਈ ਸਧਾਰਨ ਜੀ ਨੂੰ ਦਿੱਤੀ ਸੀ, ਜੋ ਕਿ ਗੋਂਦਵਾਲ ਸਾਹਿਬ ਦੇ ਵਾਸੀ ਸਨ, ਜੋ ਕਿ ਇਤਿਹਾਸ ਵਿੱਚ ਉਹਨਾਂ ਦਾ ਗੋਂਦਵਾਲ ਸਾਹਿਬ ਦੇ ਵਾਸੀ ਲਿਖਿਆ ਮਿਲਦਾ। ਤੇ ਗੋਤ ਉਹਨਾਂ ਦਾ ਸਾਡੇ ਵਾਲਾ ਹੀ ਸੀ। ਤੇ ਗੋਂਦਵਾਲ ਸਾਹਿਬ ਕਿਉਂਕਿ ਵਸਾਇਆ ਵੀ ਮਹਾਰਾਜ ਨਹੀਂ ਸੀ, ਮਹਾਰਾਜ ਨੇ ਵਸਾਇਆ, ਤੇ ਆਸ-ਪਾਸ ਦੇ ਪਿੰਡਾਂ ਤੋਂ ਹੀ ਲੋਕ ਆ ਕੇ ਵਸਦੇ ਹੁੰਦੇ ਸੀ, ਕੋਈ ਨਵੀਂ ਥਾਂ ਤੇ ਜੇ ਵਸਦੀ ਸੀ। ਤੇ ਸੋ ਇਹ ਅਨੁਮਾਨ ਲੱਗਦਾ ਕਿ ਸ਼ਾਇਦ ਸਾਡੇ ਵੱਡਿਆਂ ਵਿੱਚੋਂ ਸਨ ਭਾਈ ਸਧਾਰਨ ਜੀ। ਸ਼ਾਇਦ ਡਾਇਰੈਕਟਲੀ ਨਹੀਂ ਸਨ, ਲੇਕਿਨ ਵੱਡਿਆਂ ਵਿੱਚੋਂ ਸਨ। ਮਤਲਬ ਵੱਡਾ ਪਰਿਵਾਰ ਹੁੰਦਾ। ਹਾਂਜੀ ਹਾਂਜੀ। ਤੇ ਸੋ ਇਹ ਜੋ ਸਰੋਤ ਮਿਲੀ ਨਾ, ਤੇ ਸਾਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਤੇ ਨਾ ਹੀ ਕੋਈ ਉਹਦਾ ਕੋਈ ਫਾਇਦਾ। ਹਾਂਜੀ ਹਾਂ। ਲੇਕਿਨ ਜੋ ਬਜ਼ੁਰਗ ਨੇ, ਪਿਤਾ ਨੇ ਪੁੱਤਰ ਨੂੰ ਦੱਸਿਆ ਵੀ ਕਾਕਾ, ਹਾਂਜੀ, ਤੂੰ ਕੀਰਤਨ ਕਰਨ ਲੱਗਾ, ਤੂੰ 11ਵੀਂ ਪੀੜ੍ਹੀ ਆ। ਠੀਕ ਹੈ। ਤਾਂ ਇਸ ਤਰ੍ਹਾਂ ਫਿਰ ਉਹ ਪੀੜ੍ਹੀਆਂ ਦਾ ਹਿਸਾਬ ਅੱਗੇ ਤੁਰਿਆ ਆਉਂਦਾ ਰਿਹਾ, ਚੱਲਿਆ ਆਉਂਦਾ, ਜਿੱਦਾਂ ਚੱਲਦਾ ਰਿਹਾ। ਠੀਕ ਹੈ। ਅੱਛਾ ਜੀ, ਗੁਰਮਤਿ ਸੰਗੀਤ ਅਤੇ ਸ਼ਾਸਤਰੀ ਸੰਗੀਤ, ਇਹਦੇ ਵਿੱਚ ਕੀ ਫਰਕ ਹੈ? ਆਪ ਜੀ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ? ਦੇਖੋ, ਇੱਟਾਂ ਵੀ ਉਹੀ ਹੁੰਦੀਆਂ, ਸੀਮੈਂਟ ਵੀ ਉਹੀ ਹੁੰਦਾ, ਬਜਰੀ ਵੀ ਉਹੀ ਹੁੰਦੀ ਹੈ। ਹਾਂਜੀ। ਉਹਦੇ ਨਾਲ ਭਾਵੇਂ ਤੁਸੀਂ ਮੰਦਿਰ ਬਣਾ ਲਓ, ਹਾਂਜੀ, ਤੇ ਭਾਵੇਂ ਤੁਸੀਂ ਪੱਬ ਬਣਾ ਲਓ, ਹਾਂਜੀ, ਬਿਲਕੁਲ, ਮਟੀਰੀਅਲ ਤਾਂ ਉਹੀ ਹੈ, ਮਟੀਰੀਅਲ ਉਹੀ ਹੈ ਜੀ। ਤਾਂ ਸ਼ਾਸਤਰੀ ਸੰਗੀਤ ਦਾ ਮੇਨ ਮਕਸਦ ਹੁੰਦਾ ਹੈ ਕਿ ਜੋ ਕਲਾਕਾਰ ਹੈ ਉਹਦੀ ਵਾਹ-ਵਾਹ ਹੋਵੇ। ਹਾਂਜੀ। ਜਾਂ ਕਲਾਕਾਰ ਆਪਣੀ ਜਿਹੜੀ ਮਹਾਰਤ ਹੈ ਉਹ ਦਿਖਾਵੇ ਜੀ, ਬਿਲਕੁਲ, ਉਹਦਾ ਪ੍ਰਦਰਸ਼ਨ ਸਟੇਜ ਤੇ ਉਹ ਕਰਦਾ। ਤੇ ਗੁਰਮਤਿ ਸੰਗੀਤ ਵਿੱਚ ਇਹ ਮਕਸਦ ਨਹੀਂ ਹੈ। ਹਾਂਜੀ। ਗੁਰਮਤਿ ਸੰਗੀਤ ਵਿੱਚ ਸ਼ਾਸਤਰੀ ਸੰਗੀਤ ਨੂੰ ਇੱਕ ਪਲੇਟ ਦੀ ਤਰ੍ਹਾਂ ਵਰਤਿਆ ਜਾਂਦਾ ਹੈ ਜੀ, ਜਿਹਦੇ 'ਚ ਕਿ ਬਾਣੀ ਵਰਤਾਈ ਜਾਂਦੀ ਹੈ। ਸੋ ਇਹ ਫਰਕ ਹੈ। ਗੁਰਮਤਿ ਸੰਗੀਤ ਵਿੱਚ ਜਾਂ ਗੁਰਮਤਿ ਕੀਰਤਨ ਦੇ ਵਿੱਚ ਮਕਸਦ ਇਹ ਨਹੀਂ ਹੈ ਕਿ ਕੀਰਤਨ ਕਰਨ ਵਾਲੇ ਦੀ ਵਾਹ-ਵਾਹ ਹੋਵੇ। ਹਾਂਜੀ। ਉਹ 'ਚ ਮਕਸਦ ਇਹ ਹੈ ਵੀ ਕੀਰਤਨ ਕਰਨ ਵਾਲਾ ਵੀ ਕਿਤੇ ਜੁੜ ਸਕੇ, ਤੇ ਉਹਦੇ ਜੁੜੇ ਹੋਏ ਕਰਕੇ ਸੰਗਤ ਵੀ ਨਾਲ ਜੁੜ ਸਕੇ ਜੀ। ਤੇ ਮਕਸਦ ਇਹ ਹੈ। ਤੇ ਗੁਰੂ ਦਾ ਸ਼ਬਦ ਜਿਹੜਾ ਉਹ ਮੇਨ ਸੈਂਟਰ ਸਟੇਜ ਤੇ ਆ ਕੀਰਤਨ ਦੇ ਦੌਰਾਨ। ਸੋ ਸ਼ਬਦ ਦੀ ਅਦਾਇਗੀ, ਸ਼ਬਦ ਦਾ ਉਚਾਰਨ, ਸ਼ਬਦ ਦਾ ਭਾਵ, ਹਾਂਜੀ, ਇਹ ਸਾਰਾ ਉਹਦੀ ਗਾਇਕੀ ਦੇ ਵਿੱਚੋਂ ਸਿੰਕਰੋਨਾਈਜ਼ ਹੋ ਕੇ ਆਉਣਾ ਚਾਹੀਦਾ ਹੈ। ਇਹ ਨਹੀਂ ਕਿ ਟਿਊਨ ਹੋਵੇ ਕੋਈ ਹੋਰ, ਹਾਂਜੀ, ਤੇ ਸ਼ਬਦ ਜੋ ਬਾਣੀ ਪੜ੍ਹ ਰਹੇ ਹੋ ਉਹਦੇ ਨਾਲ ਮੈਚ ਹੀ ਨਾ ਕਰਦੀ ਹੋਵੇ। ਹਾਂਜੀ ਹਾਂਜੀ। ਤੇ ਉਹ ਇਹਦੇ 'ਚ ਮੇਨ ਵਾਹ-ਵਾਹ ਖੱਟਣ ਦਾ ਇਹ 'ਚ ਹੈ ਹੀ ਨਹੀਂ, ਮੋਟਿਵ ਹੀ ਨਹੀਂ ਹੈ ਜੀ। ਤੇ ਨਾਲੇ ਸ਼ਾਸਤਰੀ ਸੰਗੀਤ ਤੁਸੀਂ ਜਿੰਨਾ ਵੱਧ ਤੋਂ ਵੱਧ ਆਪਣੀ ਐਕਸਪਰਟੀਜ਼ ਦਿਖਾਉਂਦੇ ਹੋ, ਹਾਂਜੀ, ਗੁਰਮਤਿ ਸੰਗੀਤ ਵਿੱਚ
ਉਹਦੀ ਲੋੜ ਨਹੀਂ ਹੈ, ਕਿਉਂਕਿ ਗੁਰਮਤਿ ਸੰਗੀਤ ਨਾ ਤੁਸੀਂ ਸਰਗਮਾ ਵਰਤ ਸਕਦੇ, ਨਾ ਤੁਸੀਂ ਤਾਨਾ ਵਰਤਦੇ ਹੋ, ਜੀ ਕਿਉਂਕਿ ਮਕਸਦ ਹੀ ਨਹੀਂ ਹੈ ਉਹ। ਬਿਲਕੁਲ ਜਿਸ ਚੀਜ਼ ਦੇ ਕਰਨ ਨਾਲ ਤੁਸੀਂ ਬਾਣੀ ਤੋਂ ਟੁੱਟ ਜਾਂਦੇ ਹੋ, ਟੁੱਟ ਜਾਂਦੇ, ਹਾਂਜੀ ਉਹ ਸਭ ਕੁਝ ਮਨਾ ਹੈ ਕੀਰਤਨ ਦੇ ਵਿੱਚ। ਜੀ ਸੋ ਇਹ ਵੱਡਾ ਫਰਕ ਇਹੀ ਹੈ। ਜੀ ਮਤਲਬ ਉੱਥੇ ਸੰਗੀਤ ਪ੍ਰਧਾਨ ਹੈ, ਸੁਰ ਪ੍ਰਧਾਨ ਹੈ, ਇੱਥੇ ਸ਼ਬਦ ਪ੍ਰਧਾਨ ਹੈ। ਸ਼ਬਦ ਪ੍ਰਧਾਨ ਹੈ, ਬਿਲਕੁਲ ਸਹੀ ਜੀ। ਅੱਛਾ ਜੀ, ਕੀਰਤਨ ਚੌਂਕੀ ਕੀ ਹੁੰਦੀ ਹੈ? ਕਿਸ ਤਰੀਕੇ ਨਾਲ ਕੀਰਤਨ ਕਰਨ ਨੂੰ ਆਪਾਂ ਕੀਰਤਨ ਚੌਂਕੀ ਕਹਿ ਸਕਦੇ ਹਾਂ? ਦੇਖੋ, ਕੀਰਤਨ ਚੌਂਕੀ ਪਹਿਲਾਂ ਕਹਿੰਦੇ ਸੀ, ਅੱਜ ਕੱਲ੍ਹ ਅਸੀਂ ਸੈਸ਼ਨ ਕਹਿ ਦਿੰਦੇ ਹਾਂ ਹਾਂਜੀ ਕਿ ਸੈਸ਼ਨ ਹੈ ਜੀ, ਹਾਂਜੀ। ਕਿਉਂਕਿ ਟਾਈਮ ਤੇ ਉਹੀ ਹੈ ਨਾ, ਜਿੱਦਾਂ ਆਸਾ ਦੀਵਾਰ ਦੀ ਚੌਂਕੀ ਹੋ ਗਈ। ਜੀ ਬਿਲਕੁਲ। ਤੇ ਕੁਝ ਲੋਕ ਇਹਨੂੰ ਚੌਂਕੀ, ਕਿਉਂਕਿ 4 ਜਣੇ ਕੀਰਤਨ ਕਰਦੇ ਸਨ ਤਾਂ ਚੌਂਕੀ ਕਹਿ ਦਿੰਦੇ ਸਨ। ਅੱਛਾ ਜੀ। ਤੇ ਮੈਨੂੰ ਲੱਗਦਾ ਕਿ ਇਕੱਠੇ ਹੋ ਕੇ ਜਦੋਂ ਕੋਈ ਬਾਣੀ ਪੜ੍ਹਦਾ ਸੀ ਤਾਂ ਉਹਨੂੰ ਚੌਂਕੀ ਕਹਿੰਦੇ ਸੀ, ਕਿਉਂਕਿ ਇਹ ਅੱਖਰ ਹੋਰ ਵੀ ਥਾਵਾਂ ਤੇ ਤੁਹਾਨੂੰ ਮਿਲਦਾ ਨਾ, ਮਾਤਾ ਕੀ ਚੌਂਕੀ ਤੇ ਹੋਰ, ਹਾਂਜੀ। ਜਿੱਥੇ ਸੰਗਤ ਇਕੱਠੀ ਹੋ ਕੇ ਹਾਂਜੀ ਹਾਂ, ਕੁਝ ਗਾਉਂਦੇ ਹੋਣ ਤੇ ਉਹਨੂੰ ਚੌਂਕੀ ਕਹਿ ਦਿੰਦੇ ਨੇ ਲੋਕ ਅੱਜ ਕੱਲ੍ਹ, ਉਹਨੂੰ ਅਸੀਂ ਜੋ ਚੌਂਕੀ ਦੇਖੀਏ ਬਾਕੀ ਥਾਵਾਂ ਤੋਂ ਵੀ। ਤੋ ਕੀਰਤਨ ਦੀ ਚੌਂਕੀ ਮਤਲਬ ਕੀਰਤਨ ਦਾ ਸੈਸ਼ਨ, ਜਾਂ ਉਹ ਜਿਹੜਾ ਤੁਹਾਨੂੰ ਟਾਈਮ ਦੀ ਸਲੋਟ ਮਿਲੀ ਹੋਈ ਹੈ। ਜੀ ਹਾਂਜੀ। ਅੱਛਾ, ਪੁਰਾਤਨ ਕੀਰਤਨ ਸ਼ੈਲੀ ਤੇ ਅੱਜ ਦੀ ਕੀਰਤਨ ਸ਼ੈਲੀ ਵਿੱਚ ਕੀ ਫਰਕ ਆ? ਤੇ ਜੇਕਰ ਅੱਜ ਕਿਸੇ ਨੇ ਪੁਰਾਤਨ ਸ਼ੈਲੀ ਨੂੰ ਅਪਣਾਉਣਾ ਹੋਵੇ ਤਾਂ ਉਸ ਨੂੰ ਆਪਣੀ ਗਾਇਕੀ ਵਿੱਚ ਕੀ ਬਦਲਾਅ ਕਰਨਾ ਪਊਗਾ? ਦੇਖੋ, ਪੁਰਾਤਨ ਵੀ ਹੁਣ ਕੰਪੈਰੀਟਿਵ ਟਰਮ ਹੈ। ਸਾਡਾ ਪੁਰਾਤਨ ਗੁਰੂ ਮਹਾਰਾਜ ਦਾ ਟਾਈਮ ਹੈ ਜੀ ਬਿਲਕੁਲ। ਉਸ ਤੋਂ ਪੁਰਾਤਨ ਦਾ ਸਾਡਾ ਕੋਈ ਮਤਲਬ ਹੀ ਨਹੀਂ। ਤਾਂ ਸਾਡੇ ਲਈ ਪੁਰਾਤਨ ਹੈ ਗੁਰੂ ਕਾਲ, ਜੀ ਬਿਲਕੁਲ। ਗੁਰੂ ਮਹਾਰਾਜ ਵੇਲੇ ਜੋ ਕੀਰਤਨ ਹੁੰਦਾ ਸੀ। ਹਾਂਜੀ ਬਿਲਕੁਲ। ਤੇ ਗੁਰੂ ਮਹਾਰਾਜ ਵੇਲੇ ਜੋ ਕੀਰਤਨ ਹੁੰਦਾ ਸੀ, ਉਹ ਕੀਰਤਨ ਜਿਹੜਾ ਹੈ ਜੀ ਹੁਣ ਗੁਰੂ ਮਹਾਰਾਜ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਹਾਂਜੀ ਕਿਹੜੀਆਂ ਚੀਜ਼ਾਂ ਨੇ, ਕਿਹੜੇ ਫੈਕਟਰ ਨੇ ਜਿਨ੍ਹਾਂ ਨੇ ਕੀਰਤਨ ਨੂੰ ਪ੍ਰਭਾਵਿਤ ਕੀਤਾ ਜਾਂ ਕੀਰਤਨ 'ਚ ਬਦਲਾਵ ਲੈ ਕੇ ਆਂਦਾ? ਜੀ ਕਿਉਂਕਿ ਸੰਗੀਤ ਤੇ ਬਦਲਦਾ ਹੀ ਰਹਿੰਦਾ, ਰਾਗਾਂ ਦੇ ਸਰੂਪ ਵੀ ਬਦਲਦੇ ਰਹਿੰਦੇ ਨੇ, ਜੀ ਜੀ ਸੰਗੀਤ ਦੀ ਸ਼ੈਲੀ ਬਦਲਦੀ ਰਹਿੰਦੀ ਹੈ। ਹਾਂਜੀ ਹੁਣ ਤੁਸੀਂ ਫਿਲਮਾਂ ਹੀ ਦੇਖ ਲਓ, ਹਾਂਜੀ ਫਿਲਮਾਂ ਦੇ ਪੁਰਾਣੇ ਗਾਣੇ ਦੇਖ ਲਓ, ਬਹੁਤੇ ਸ਼ਾਸਤਰੀ ਸੰਗੀਤ ਤੇ ਆਧਾਰਿਤ ਹੁੰਦੇ ਸਨ। ਦਿਨੋਂ ਦਿਨ ਉਹਦੇ 'ਚ ਵੀ ਡਿਲੂਸ਼ਨ ਹੋ ਗਈ, ਡਿਲੂਟ ਹੁੰਦਾ ਗਿਆ ਕੰਮ, ਹਾਂਜੀ ਹਾਂਜੀ ਬਾਹਰਲਾ ਜੋ ਪ੍ਰਭਾਵ ਵਿੱਚ ਪੈਂਦਾ ਰਿਹਾ। ਇਸੇ ਤਰ੍ਹਾਂ ਕੀਰਤਨੀਆਂ ਦੇ ਉੱਤੇ ਵੀ ਬਾਹਰਲੇ ਸੰਗੀਤ ਦਾ ਬੜਾ ਪ੍ਰਭਾਵ ਪੈ ਗਿਆ। ਜੀ ਤੇ ਉਹਦੇ 'ਚ ਹੁਣ ਸਾਡਾ, ਜੇ ਮੈਂ ਕਹਾਂ ਕਿ 80-85% ਕੀਰਤਨ ਜਿਹੜਾ ਹੈ ਉਹ ਇਸ ਵੇਲੇ ਫਿਲਮੀ ਟਿਊਨਾਂ ਤੇ ਹੋ ਰਿਹਾ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਜੀ। ਹਾਂਜੀ। ਤੇ ਮੈਨੂੰ ਗੱਲ ਯਾਦ ਆ ਗਈ, ਪਿਤਾ ਜੀ ਹੋਣਾ ਦੇ ਨਾਲ ਅਸੀਂ ਗਏ ਸੀ ਕੈਨੇਡਾ। ਅੱਛਾ ਜੀ। ਤੇ ਹੁੰਦਾ ਕੀ ਸੀ, ਜਦੋਂ ਕੀਰਤਨ ਦੀ ਸਾਡੀ ਡਿਊਟੀ ਹੁੰਦੀ ਸੀ ਨਾ, ਤੇ ਜੇ ਪਹਿਲਾਂ ਪਹੁੰਚ ਗਏ ਤੇ ਥੱਲੇ ਲੰਗਰ ਹਾਲ ਥੱਲੇ ਹੁੰਦਾ ਤੇ ਮੇਨ ਹਾਲ ਉੱਪਰ ਹੁੰਦਾ, ਤੇ ਪਿਤਾ ਜੀ ਹੋਣੀ ਚਾਹ ਛੱਕ ਕੇ ਨਾ ਤੇ ਜਾ ਰਹੇ ਸੀ ਉੱਪਰ ਦੀਵਾਨ ਹਾਲ 'ਚ, ਤੇ ਮੁੰਡਾ ਇੱਕ ਨਾ ਉੱਪਰੋਂ ਭੱਜਿਆ ਆਉਂਦਾ ਸੀ। ਅੱਛਾ ਜੀ। ਉੱਤੇ ਦੀਵਾਨ ਹਾਲ 'ਚ ਨਾ ਕੋਈ ਕੀਰਤਨੀਆ ਫਿਲਮੀ ਟਿਊਨ ਤੇ ਲੱਗਾ ਸੀ ਕੀਰਤਨ ਕਰਨ। ਅੱਛਾ ਜੀ। ਤੇ ਉਹ ਮੁੰਡਾ ਪੌੜੀਆਂ 'ਚ ਨਾ ਭੱਜਿਆ ਆਵੇ, ਤੇ ਉਹ ਸ਼ਬਦ ਨਹੀਂ ਸੀ ਗਾ ਰਿਹਾ, ਉਹ ਜਿਹੜੇ ਗਾਣੇ ਦੀ ਟਿਊਨ ਉਹ ਗਾ ਰਿਹਾ ਸੀ, ਗਾਣਾ ਗਾ ਰਿਹਾ ਸੀ। ਅੱਛਾ ਜੀ। ਤਾਂ ਪਿਤਾ ਜੀ ਦੇ ਕੋਲੋਂ ਦੀ ਨਿਕਲਿਆ ਤੇ ਫਤਿਹ ਬੁਲਾਈ, ਤੇ ਪਿਤਾ ਜੀ ਨੇ ਉਹਦੇ ਨਾ ਮੋਢੇ ਤੇ ਹੱਥ ਰੱਖ ਕੇ ਕਹਿੰਦਾ, ਤੇਰੇ ਨੰਬਰ ਉਹਦੇ ਨਾਲੋਂ ਜ਼ਿਆਦਾ ਨੇ, ਤੂੰ ਐਟਲੀਸਟ ਓਰੀਜਨਲ ਤੇ ਗਾ ਰਿਹਾ। ਵਾਹ ਜੀ ਵਾਹ, ਕੀ ਬਾਤ ਹੈ। ਸੋ ਇਹ ਤੇ ਫਿਲਮੀ ਟਿਊਨਾਂ ਦਾ ਪ੍ਰਭਾਵ ਪਿਆ ਹੋਇਆ। ਹਾਂਜੀ ਹਾਂ। ਜਾਂ ਕੋਈ ਗੁਲਾਮ ਅਲੀ ਨੂੰ ਕਾਪੀ ਕਰਦਾ ਪਿਆ, ਜਾਂ ਕੋਈ ਫਤਿਹ ਅਲੀ ਦੀਆਂ ਜਿਹੜੀਆਂ ਕੁਝ ਗਾਈਆਂ ਹੋਈਆਂ ਨੇ ਉਹਨਾਂ ਨੂੰ ਉੱਤੇ ਬਾਣੀ ਲਾ ਕੇ ਗਾਈ ਜਾਂਦੀ। ਇਹ 'ਚ ਕੋਈ ਸ਼ੱਕ ਸੋ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਿ ਇਸ ਵਕਤ ਇਸ ਗੱਲੋਂ ਭੁੱਲੇ ਅਵੇਸਲੇ ਹੋ ਕੇ ਬੈਠੇ ਨੇ ਵੀ ਬਾਣੀ ਜਦੋਂ ਗੁਰੂ ਮਹਾਰਾਜ ਨੇ ਰਾਗ ਵਿੱਚ ਗਾਣ ਨੂੰ ਕਿਹਾ ਹੈ, ਹਾਂਜੀ, ਤੇ ਜੋ ਕੀਰਤਨ ਕਰਨ ਦੇ ਸਾਡੇ ਮਰਿਆਦਾ ਹੈ, ਪ੍ਰੋਟੋਕਾਲਸ ਨੇ, ਉਹਨਾਂ ਨੂੰ ਫੋਲੋ ਕਰਨਾ ਚਾਹੀਦਾ। ਜੀ ਬਿਲਕੁਲ। ਸੋ ਇਹੋ ਹੀ ਫਰਕ ਹੈ ਅੱਜ ਕੱਲ੍ਹ ਦੇ ਕੀਰਤਨ ਵਿੱਚ ਤੇ ਪੁਰਾਤਨ ਮਤਲਬ ਗੁਰੂ ਕਾਲ ਦੇ ਕੀਰਤਨ ਵਿੱਚ, ਕਿ ਇਹ ਨਹੀਂ ਕਿ ਕਾਪੀ ਨਹੀਂ ਸੀ ਕਰਦੇ। ਦੇਖੋ, ਜੇ ਕੀਰਤਨ ਹੁਣ ਮੈਂ ਵੀ ਪਿਤਾ ਜੀ ਦੀਆਂ ਉਹ ਕੰਪੋਜੀਸ਼ਨ ਹੀ ਗਾਣਾ, ਤੁਸੀਂ ਕਾਪੀ ਕਰੋ, ਉਹਦੀ ਕੰਪੋਜੀਸ਼ਨ ਕਾਪੀ ਕਰੋ ਜਿਹੜਾ ਗੁਰਸਿੱਖ ਹੈ ਜੀ ਬਿਲਕੁਲ, ਜਾਂ ਜਿਹਨੇ ਸ਼ਬਦ ਵਾਸਤੇ ਹੀ ਕੰਪੋਜੀਸ਼ਨ ਬਣਾਈ ਹੈ। ਬਿਲਕੁਲ ਬਿਲਕੁਲ। ਬੜੇ ਨੇ ਇਦਾਂ ਦੇ ਬਜ਼ੁਰਗ ਜਿਨ੍ਹਾਂ ਦੀ ਤੁਹਾਨੂੰ ਪੁਰਾਣੀਆਂ ਰੀਤਾਂ ਮਿਲ ਜਾਣਗੀਆਂ। ਹਾਂਜੀ ਹਾਂਜੀ। ਤੇ ਜ਼ਰੂਰੀ ਸਾਨੂੰ ਲੋੜ ਹੀ ਨਹੀਂ ਉੱਥੇ ਫਿਲਮ ਇੰਡਸਟਰੀ ਦੇ ਵਿੱਚ ਜਾਣ ਦੀ, ਉੱਥੋਂ ਦੀਆਂ ਰੀਤਾਂ ਲੈਣ ਦੀ। ਜੀ ਦੇਖੋ, ਇੱਕ ਭਾਂਡਾ ਹੈ, ਸੰਗੀਤ ਦੀ ਜੋ ਧੁਨ ਹੈ ਨਾ, ਹਾਂਜੀ, ਉਹ ਜਿਉਂਦੀ ਹੈ, ਉਹ ਮਰੀ ਨਹੀਂ ਹੁੰਦੀ। ਬਿਲਕੁਲ ਜੀ। ਉਹਦੀ ਆਤਮਾ ਹੈ। ਹਾਂਜੀ। ਤੇ ਉਹਦੇ 'ਚ ਇਤਨੀ ਸ਼ਕਤੀ ਹੈ ਕਿ ਜਿਸ ਮਾਹੌਲ ਵਿੱਚ ਉਹ ਸੰਗੀਤ ਦੀ ਧੁਨ ਕੰਪੋਜ਼ ਹੋਈ ਸੀ, ਹਾਂਜੀ, ਉਹ ਮਾਹੌਲ ਉਹ ਭਾਵੇਂ 100 ਸਾਲ ਬਾਅਦ ਵੀ ਕੋਈ ਉਸ ਧੁਨ ਨੂੰ ਗਾਏਗਾ, ਉਹਨੇ ਉਹੋ ਹੀ ਮਾਹੌਲ ਕ੍ਰੀਏਟ ਕਰਨਾ। ਬਿਲਕੁਲ ਜੀ। ਇੱਥੇ ਅੱਖਰਾਂ ਦੀ ਗੱਲ ਨਹੀਂ ਕਰ ਰਿਹਾ, ਹਾਂਜੀ ਹਾਂਜੀ, ਕਿਹੜੀ ਕਵਿਤਾ ਵਿੱਚ ਲਾ ਕੇ ਗਾਣੀ ਹੈ, ਕਿਹੜਾ ਗੀਤ ਗਾਣਾ, ਉਹਦੀ ਮੈਂ ਗੱਲ ਨਹੀਂ ਕਰ ਰਿਹਾ, ਸਿਰਫ ਧੁਨ ਦੀ ਗੱਲ ਕਰ। ਸਿਰਫ ਜਿਹੜੀ ਮਿਊਜ਼ਿਕ ਮੈਲੋਡੀ ਹੈ, ਹਾਂਜੀ,
ਉਹਦੇ 'ਚ ਇਤਨੀ ਸ਼ਕਤੀ ਹੈ ਵੀ ਉਹਨੇ ਉਹੋ ਹੀ ਮਾਹੌਲ ਕ੍ਰੀਏਟ ਕਰਨਾ ਹੈ ਜਿਹਦੇ 'ਚ ਉਹ ਪੈਦਾ ਹੋਈ। ਹੁਣ ਜੇ ਫਿਲਮੀ ਟਿਊਨਾਂ ਦੇ ਤੁਸੀਂ ਸ਼ਬਦ ਲਾ ਕੇ ਗਾਓਗੇ ਤੇ ਉਹ ਮਾਹੌਲ ਤੇ ਮੈਚ ਕਰੇਗਾ ਹੀ। ਸੋ ਉਹਨੇ ਸਾਨੂੰ ਉਧਰ ਖਿੱਚਣਾ ਹੈ, ਬਿਲਕੁਲ ਬਾਣੀ ਨੇ ਸਾਨੂੰ ਇੱਧਰ, ਤੇ ਉਹ ਟਗ ਆਫ ਵਾਰ ਦੇ ਵਿੱਚ ਹੀ ਪੂਰਾ ਕੀਰਤਨ ਹੋ ਜਾਂਦਾ ਹੈ। ਤਾਂ ਉਹਦੇ 'ਚ ਜਿਹੜੇ ਕਈ ਹੈ ਨੇ ਜਿਹੜੇ ਮੋਤੀ ਚੁਗ ਲੈਂਦੇ ਨੇ, ਜਿਹੜੇ ਉਸ ਟਿਊਨ ਨੂੰ ਇਗਨੋਰ ਕਰਕੇ ਬਾਣੀ ਦੇ ਨਾਲ ਜੁੜੇ ਰਹਿੰਦੇ ਨੇ, ਉਹਨਾਂ ਨੂੰ ਆਨੰਦ ਵੀ ਆਉਂਦਾ, ਉਹਨਾਂ ਨੂੰ ਆਨੰਦ ਵੀ ਆਉਂਦਾ ਹੈ। ਲੇਕਿਨ ਜਿਹੜਾ ਕੀਰਤਨਕਾਰ ਹੈ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਮੈਂ ਕੀ ਮਿਕਸ ਕਰਦਾ ਪਿਆ। ਹਾਂਜੀ, ਮੈਂ ਅੰਮ੍ਰਿਤ ਵਿੱਚ ਸ਼ਰਾਬ ਤਾਂ ਨਹੀਂ ਮਿਕਸ ਕਰ ਰਿਹਾ। ਜੀ ਬਿਲਕੁਲ ਇਸ ਤਰ੍ਹਾਂ ਹੀ ਹੈ, ਇਹੀ ਇੰਨਾ ਹੀ ਗੁਨਾਹ ਹੈ। ਗੁਰਬਾਣੀ ਦੇ ਵਿੱਚ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਜਾਂ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਲਿਖਿਆ ਆਉਂਦਾ ਹੈ ਅਤੇ ਇਸ ਤਰ੍ਹਾਂ ਹੋਰ ਵੀ ਮਹੱਲਿਆਂ ਦੇ ਨਾਲ ਘਰ ਲਿਖਿਆ ਮਿਲਦਾ ਹੈ। ਇਸ ਘਰ ਦਾ ਕੀ ਅਰਥ ਹੈ, ਇਸ ਘਰ ਤੋਂ ਕੀ ਭਾਵ ਹੈ, ਇਸ ਦੇ ਬਾਰੇ ਸਾਨੂੰ ਜਾਣਕਾਰੀ ਦਿਓ। ਆਮ ਤੌਰ ਲੋਕ ਜਿਹੜੇ ਉਹ ਆਪਣੇ ਗਲੋਂ ਲਾਉਣਾ ਚਾਹੁੰਦੇ ਨਾ ਸਵਾਲ, ਹਾਂਜੀ, ਉਹ ਇਹ ਵੀ ਨਹੀਂ ਮੰਨਦੇ ਵੀ ਸਾਨੂੰ ਨਹੀਂ ਪਤਾ, ਹਾਂਜੀ, ਤੇ ਉਹਨਾਂ ਨੇ ਕੋਈ ਨਾ ਕੋਈ ਜਵਾਬ ਦੇਣਾ ਹੁੰਦਾ, ਉਹ ਫਿਰ ਕਹਿ ਦਿੰਦੇ ਜੀ ਇਹ ਤਾਲ ਹੈ। ਹਾਂਜੀ, ਪਰ ਅਜੇ ਤੱਕ ਕੋਈ ਸਾਬਤ ਨਹੀਂ ਕਰ ਸਕਿਆ ਵੀ ਕਿਹੜੇ ਕਿਹੜੇ ਘਰ ਦੀ ਕਿਹੜੀ ਕਿਹੜੀ ਤਾਲ। ਕੋਈ ਕਹਿੰਦਾ ਜੀ ਤਾਲੀਆਂ, ਹੁਣ ਜੀ ਘਰ ਤੀਜਾ ਮਤਲਬ 3 ਤਾਲੀਆਂ ਵਾਲਾ। ਹਾਂਜੀ, ਹੁਣ 3 ਤਾਲੀਆਂ ਤੇ 3 ਤਾਲ 'ਚ ਵੀ ਹੈ, ਤਿੰਨ ਤਾਲ, ਝੱਪ ਤਾਲ 'ਚ ਵੀ 3 ਤਾਲੀਆਂ। ਹਾਂਜੀ, ਹਾਂਜੀ, ਤਾਂ ਇਦਾਂ ਤੁਸੀਂ ਹੁਣ 1 ਤਾਲੀ ਵਾਲੀ ਤਾਲ ਵੀ ਚਲੋ ਹੋ ਜਾਊਗੀ, ਹਾਂਜੀ, ਤਾਂ 17 ਤੱਕ ਜਾਂਦਾ ਸ਼ਾਇਦ 17ਵਾਂ ਘਰ। ਹਾਂਜੀ। ਉੱਥੇ ਕਿੰਨੀ, ਜੇ 17 ਤਾਲੀਆਂ ਹੋ ਗਈਆਂ ਤੇ ਤਾਲ ਕਿੱਡੀ ਲੰਬੀ ਹੋ ਤਾਲ ਗਈ। ਕਿੰਨੀ ਲੰਬੀ ਹੋ ਤਾਂ ਗਈ। ਕੋਈ ਅੱਗੇ ਕੋਈ ਨਹੀਂ ਦੱਸਦਾ ਵੀ ਗਾਂ ਕੀ ਹੈ ਜੀ, ਜਾਂ ਕੀ ਸਟੱਡੀ ਹੈ, ਕੀ ਕੋਈ ਪੁਖਤਾ ਗੱਲ ਨਹੀਂ ਕਰਦਾ। ਜੀ ਅੱਛਾ, ਪਿਤਾ ਜੀ ਨੇ ਆਪ ਜੀ ਨਾਲ ਵੀ ਕਦੇ ਇਸ ਬਾਰੇ ਕੋਈ ਵਿਚਾਰ ਕੀਤਾ? ਇਸ ਬਾਰੇ ਗੱਲ ਪਿਤਾ ਜੀ ਨੇ ਬਾਪੂ ਜੀ ਨਾਲ ਵੀ ਨਹੀਂ ਕੀਤੀ, ਕਿਉਂਕਿ ਸਵਾਲ ਪਿਤਾ ਜੀ ਨੂੰ ਵੀ ਪੁੱਛਦੇ ਸਨ ਲੋਕ ਵੀ ਘਰ ਦਾ ਕੀ ਮਤਲਬ। ਅੱਛਾ ਜੀ। ਤੇ ਤੁਸੀਂ ਅਗਰ ਮਹਾਨ ਕੋਸ਼ ਪੜੋਗੇ ਨਾ ਭਾਈ ਕਾਹਨ ਸਿੰਘ ਨਾਭਾ ਜੀ ਦਾ ਹਾਂਜੀ, ਹਾਂਜੀ। ਘਰ ਦੇ ਬਾਰੇ, ਜੀ, ਉਹਨਾਂ ਨੇ ਬੜਾ ਸਾਫ਼ ਲਿਖਿਆ ਵੀ ਉਸ ਵਕਤ ਵੀ ਉਹ ਮਿਲੇ ਉਦੋਂ ਦੇ ਜਿਹੜੇ ਉਹਨਾਂ ਦੇ ਸਮਕਾਲੀ ਕੀਰਤਨੀਏ ਸਨ, ਹਾਂਜੀ, ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਸੀ। ਭਾਈ ਕਾਹਨ ਸਿੰਘ ਨਾਭਾ ਜੀ ਨੇ ਵੀ ਜਦੋਂ ਮਹਾਨ ਕੋਸ਼ ਲਿਖਿਆ, ਘਰ ਦੀ ਰਿਸਰਚ ਕਰ ਰਹੇ ਸੀ, ਤਾਂ ਉਹਨਾਂ ਨੇ ਲਿਖਿਆ ਵੀ ਇਹ ਉਹ ਇਨਫੋਰਮੇਸ਼ਨ ਹੈ ਜੋ ਜਦੋਂ ਸਿੱਖ ਕੌਮ ਘੋੜਿਆਂ ਦੀਆਂ ਕਾਠੀਆਂ ਤੇ ਸਰਵਾਈਵ ਕਰਦੀ ਪਈ ਸੀ, ਜੀ, ਉਸ ਸਰਵਾਈਵਲ ਦੇ ਵਿੱਚ ਇਹ ਇਨਫੋਰਮੇਸ਼ਨ ਗਵਾਚ ਗਈ। ਜੀ, ਤੇ ਜੇ ਤੁਸੀਂ ਹੁਣ ਇਸ ਵੇਲੇ ਰਿਸਰਚ ਕਰੋਗੇ ਤੇ ਤੁਹਾਨੂੰ ਇਹ ਤਾਂ ਪਤਾ ਲੱਗਦਾ ਵੀ ਘਰ ਦਾ ਕੁਝ ਗਾਣ ਦੇ ਨਾਲ ਲਿੰਕ ਹੈ, ਜੀ, ਕਿਉਂਕਿ ਸਰਲੇਖਾਂ 'ਚ ਮਿਲਦਾ ਵੀ ਏਕ ਸਵਾਨ ਕੇ ਘਰ ਗਾਵਣਾ, ਹਾਂਜੀ, ਜਾਂ ਯਾਨੜੀਏ ਕੇ ਘਰ ਗਾਵਣਾ। ਹਾਂਜੀ, ਸੋ ਇਹਦਾ ਮਤਲਬ ਕਿ ਇਸ ਘਰ ਵਿੱਚ ਗਾਣਾ, ਤਾਂ ਇਹਦਾ ਕੁਝ ਗਾਣ ਦੇ ਨਾਲ ਲਿੰਕ ਹੈ, ਭਾਵੇਂ ਉਹ ਤਾਲ ਹੈ, ਭਾਵੇਂ ਉਹ ਸਕੇਲ ਹੈ, ਜੀ, ਭਾਵੇਂ ਉਹ ਰਾਗ ਦੀ ਵੰਨਗੀ ਹੈ। ਜੀ, ਇਹ ਹੁਣ ਗੁਰੂ ਮਹਾਰਾਜ ਜਾਣਨ ਹੈ, ਕੁਝ ਗਾਣ ਦੇ ਨਾਲ ਲਿੰਕ ਹੈ, ਮਤਲਬ ਸੰਗੀਤ ਨਾਲ ਲਿੰਕ ਹੈ। ਠੀਕ। ਤਾਲ ਵਾਲਾ ਤਾਂ ਹੋ ਨਹੀਂ ਸਕਦਾ, ਕਿਉਂਕਿ ਜਿਸ ਤਰ੍ਹਾਂ ਆਪ ਜੀ ਨੇ ਹੁਣ ਉਹਦਾ ਖੁਲਾਸਾ ਕੀਤਾ ਹੈ ਨਾ ਵੀ ਤਾਲੀਆਂ ਦੇ ਨਾਲ, ਤੇ ਤਾਲੀਆਂ ਤਾਂ ਫਿਰ ਇੰਨੀਆਂ ਵੀ ਹੋ ਸਕਦੀਆਂ ਹਨ। ਨਾਲੇ ਜਿਹੜੇ ਵੀ ਕਹਿੰਦੇ ਆ ਵੀ ਤਾਲ ਹੈ, ਹਾਂਜੀ, ਹਾਂ, ਉਹ ਅੱਗੇ ਸਾਬਤ ਨਹੀਂ ਕਰ ਸਕਦੇ ਵੀ ਪੂਰੀ ਡਿਟੇਲ ਦੱਸਣਾ ਵੀ ਹਾਂਜੀ, ਹਾਂਜੀ, ਘਰ 1 ਨੰਬਰ ਆ ਤਾਲ ਹੋ ਗਈ, 2 ਨੰਬਰ ਆ ਤਾਲ ਹੋ ਗਈ, ਇਦਾਂ ਨਹੀਂ ਕੋਈ ਪ੍ਰੂਵ ਕਰ ਰਿਹਾ। ਸਿਰਫ ਉਹ ਫਾਹਾ ਵੱਢਣ ਵਾਲੀ ਗੱਲ ਵੀ ਹਾਂ ਘਰ ਤਾਲ ਹੈ ਜੀ, ਕਿਉਂਕਿ ਇਹ ਵੀ ਨਹੀਂ ਕਹਿਣਾ ਕਿ ਮੈਨੂੰ ਨਹੀਂ ਪਤਾ ਜੀ, ਜਾਂ ਇਹ ਵੀ ਨਹੀਂ ਕਹਿਣਾ ਵੀ ਇਹ ਇਨਫੋਰਮੇਸ਼ਨ ਸਿੱਖਾਂ ਕੋਲੋਂ ਨਹੀਂ ਸਾਂਭੀ ਗਈ, ਤੇ ਉਹ ਫਿਰ ਕੁਝ ਨਾ ਕੁਝ ਤੇ ਉਹਨਾਂ ਨੇ ਕਈ ਲੋਕ ਜਵਾਬ ਦਿੰਦੇ ਆ। ਫਿਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਧੁਨਾਂ ਦਾ ਜ਼ਿਕਰ ਆਉਂਦਾ ਹੈ, ਜਿਵੇਂ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆਂ ਕੀ ਧੁਨ, ਰਾਏ ਕਮਾਲ ਦੀ ਮੌਜ ਦੀ ਕੀ ਧੁਨ, ਟੁੰਡੇ ਅਸਰਾਜੇ ਕੀ ਧੁਨ। ਇਸ ਤਰ੍ਹਾਂ ਹੋਰ ਵੀ ਧੁਨਾਂ ਹਨ। ਆਪ ਜੀ ਨੇ ਆਪਣੇ ਪਿਤਾ ਜੀ ਪਾਸੋਂ ਕਦੇ ਇਹਨਾਂ ਧੁਨਾਂ ਦਾ ਜ਼ਿਕਰ ਸੁਣਿਆ ਹੋਵੇ, ਕਦੇ ਉਹਨਾਂ ਨੇ ਆਪ ਜੀ ਨੂੰ ਦੱਸਿਆ ਹੋਵੇ ਵੀ ਇਹ ਜਿਹੜੀਆਂ ਧੁਨਾਂ ਨੇ ਇਹ ਗੁਰੂ ਕਾਲ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਨੇ, ਵੀ ਉਹ ਇਸ ਪ੍ਰਕਾਰ ਦੀਆਂ ਹਨ, ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਸਾਰੀਆਂ ਦੀਆਂ ਸਾਰੀਆਂ ਹੀ ਨੇ। ਅੱਛਾ ਜੀ, ਧੁਨੀਆਂ ਤੇ ਪੌੜੀਆਂ ਦਾ ਚੈਪਟਰ ਹੈ ਹਾਂਜੀ। ਪਿਤਾ ਜੀ ਤੇ ਤਾਇਆ ਜੀ ਦੀਆਂ ਜਿਹੜੀਆਂ ਬੁੱਕਸ ਨੇ, ਗੁਰਬਾਣੀ ਸੰਗੀਤ ਪ੍ਰਾਚੀਨ ਰੀਤ ਰਤਨਾਵਲੀ, ਹਾਂਜੀ। ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀਆਂ ਨੇ, ਜੀ, 2 ਵੋਲੀਅਮ 'ਚ ਨੇ। ਹਾਂਜੀ, ਉਹਦੇ ਆਖਰੀ ਵੋਲੀਅਮ ਦਾ ਆਖਰੀ ਚੈਪਟਰ ਹੀ ਧੁਨੀਆਂ ਤੇ ਪੌੜੀਆਂ। ਅੱਛਾ ਜੀ, ਉਹ ਸਾਰੀਆਂ ਲਿਪੀਬੱਧ ਕੀਤੀਆਂ ਹੋਈਆਂ ਨੇ, ਮਤਲਬ ਜਿਹੜੀਆਂ ਗੁਰੂ ਸਾਹਿਬ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ। ਹਾਂਜੀ, ਸਾਰੀਆਂ ਦੀਆਂ ਸਾਰੀਆਂ ਉਹਦੇ ਵਿੱਚ ਨੇ, ਜਾਣੀ ਅੱਜ ਮੌਜੂਦ ਹੈਗੀਆਂ ਨੇ। ਹੈਗੀਆਂ ਨੇ। ਹਾਂਜੀ, ਤੇ ਮੈਂ ਆਪਣੇ ਜਿੰਨੇ ਵੀ ਗੁਰਸਿੱਖ ਸਰੋਤੇ ਹੈਗੇ ਆ ਜਾਂ ਗੁਰਬਾਣੀ ਕੀਰਤਨ ਨੂੰ ਪ੍ਰੇਮ ਕਰਨ ਵਾਲੇ ਆ, ਉਹਨਾਂ ਨੂੰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਸਾਡੇ ਕੋਲ ਅੱਜ ਬਹੁਤ ਵੱਡਾ ਖਜ਼ਾਨਾ ਹੱਥ ਲੱਗਿਆ ਵਾ, ਤੇ ਤੁਸੀਂ ਇਹ ਜੋ ਭਾਈ ਸਾਹਿਬ ਨੇ ਕਿਤਾਬਾਂ ਦਾ ਜ਼ਿਕਰ ਕੀਤਾ, ਦੱਸਿਆ, ਤੇ ਇਹ ਕਿਤਾਬਾਂ ਲੈ ਕੇ ਆਪਾਂ ਫਿਰ ਵਾਪਸ ਤੋਂ ਗੁਰੂ ਕਾਲ ਵਾਲੀਆਂ ਧੁਨਾਂ ਨੂੰ, ਗੁਰੂ ਕਾਲ ਵਾਲੀ ਗਾਇਕੀ ਨੂੰ ਅੱਗੇ ਲਿਆ ਸਕਦੇ ਹੈਗੇ ਆ ਜੀ। ਇਹ ਗਵਾਚੀਆਂ ਨਹੀਂ ਸੀ ਕਦੇ ਵੀ ਜੀ, ਇਹ ਮਤਲਬ ਖਜ਼ਾਨਾ ਜੀ, ਗਵਾਚਿਆ ਹੋਇਆ ਨਹੀਂ ਮਿਲਿਆ। ਹਾਂਜੀ, ਹਾਂਜੀ, ਇਹ ਹੈ ਹੀ ਹੈ। ਹੁਣ ਕਈ ਲੋਕ ਕਹਿੰਦੇ ਜੀ ਟੁੰਡੇ ਸਰਾਜੇ ਕੀ ਧੁਨੀ ਜਿਹੜੀ ਹੈ, ਹਾਂਜੀ, ਇਹ ਅਲੋਪ ਹੋ ਗਈ। ਅੱਛਾ ਜੀ,
ਮੈਨੂੰ ਸਮਝ ਨਹੀਂ ਆਉਂਦਾ ਲੋਪ ਕਿੱਦਾਂ ਹੋ ਗਈ। ਹਰ ਰੋਜ਼ ਤੇ ਆਸਾ ਦੀ ਵਾਰ ਲੱਗਦੀ, ਅਨਲੈਸ ਕਿ ਕੋਈ ਜਿੱਦ ਕਰਕੇ ਮਤਲਬ 1000 ਕੀਰਤਨੀਆਂ ਕਵੇ ਜੀ ਮੈਂ ਇਹ ਧੁਨ ਨਹੀਂ ਗਾਣੀ, ਹਾਂਜੀ ਫੇਰ ਕਵੇ ਤੇ ਫਿਰ ਭਾਵੇਂ ਬਦਲ ਜਾਵੇ, ਲੇਕਿਨ ਇਦਾਂ ਦੀ ਕੋਈ ਗੱਲ ਤਾਂ ਹੋਈ ਨਹੀਂ ਇਤਿਹਾਸ ਵਿੱਚ ਸਾਨੂੰ। ਤਾਂ ਇਹ ਅਲੋਪ ਕਦੇ ਨਹੀਂ ਹੋਈਆਂ, ਇਹ ਨਾ ਗਾਈਆਂ ਜਾਣ ਕਰਕੇ ਸਾਨੂੰ ਲੱਗਦਾ ਵੀ ਗਵਾਚ ਗਈਆਂ, ਪਰ ਇਹ ਗਵਾਈ ਟੁੰਡੇ ਸਰਾਜੇ ਕੀ ਧੁਨੀ ਤੇ ਕਦੇ ਨਹੀਂ ਜੇ ਗਵਾਚੀ, ਉਹ ਹਮੇਸ਼ਾ ਤੋਂ ਰਹੀ ਹੈ ਜੀ। ਕਈ ਵਿਦਵਾਨ ਆਪਣੀਆਂ ਸੀਡੀਆਂ ਨੂੰ ਅੱਗੇ ਪ੍ਰੋਪਗੇਟ ਕਰਨ ਲਈ ਨਾ ਉਹ ਕਹਿੰਦੇ ਜੀ ਇਹ ਉਹੀ ਟੁੰਡੇ ਸਰਾਜੇ ਕੀ ਧੁਨੀ ਆ, ਬਾਕੀ ਤੇ ਜੀ ਸਿੱਖ ਕੌਮ ਨੇ ਤੇ ਸੰਭਾਲੀ ਨਹੀਂ, ਜੀ। ਇਦਾਂ ਦੀ ਕੋਈ ਗੱਲ ਨਹੀਂ ਹੈ ਜੀ। ਅੱਛਾ, ਜਿਹੜੀ ਆਸਾ ਦੀ ਵਾਰ ਗਾਇਨ ਕੀਤੀ ਜਾਂਦੀ ਆ ਆਸਾ ਰਾਗ ਦੇ ਵਿੱਚ ਹੁੰਦੀ ਆ, ਤੇ ਭਾਈ ਸਾਹਿਬ ਵੀ ਆਸਾ ਰਾਗ ਵਿੱਚ ਹੀ ਗਾਉਂਦੇ ਸੀ ਜਾਂ ਉਹਨੂੰ ਹੋਰ ਰਾਗ ਦੇ ਵਿੱਚ ਵੀ ਗਾਉਂਦੇ ਸੀ? ਨਹੀਂ, ਆਸਾ ਦੀ ਵਾਰ 'ਚ ਬੜੇ ਰਾਗ ਉਸ ਵੇਲੇ ਸਮੇਂ ਦੇ ਰਾਗ ਬੜੇ ਯੂਜ਼ ਹੁੰਦੇ ਨੇ। ਠੀਕ ਹੈ ਕੱਲੀ ਆਸਾ ਦੀ ਆਸਾ 'ਚ ਹੀ ਨਹੀਂ ਗਾਈ ਜਾਂਦੀ ਜੀ। ਉਸ ਵੇਲੇ ਦੇ ਬੜੇ ਰਾਗ ਯੂਜ਼ ਹੁੰਦੇ ਨੇ। ਤੇ ਇੱਕ ਤੁਸੀਂ ਹੋਰ ਚੀਜ਼ ਨੋਟ ਕਰੋਗੇ ਕਿ ਕਈ ਲੋਕ ਇਸ ਦੇ ਵੀ ਖਿਲਾਫ ਨੇ ਵੀ ਆਸਾ 'ਚ ਕਿਉਂ ਨਹੀਂ ਗਾਉਂਦੇ। ਹਾਂਜੀ ਹਾਂ ਬਿਲਕੁਲ। ਉਹ 'ਚ ਸ਼ਬਦ ਵੀ ਗਾਣੇ ਨੇ ਤੁਸੀਂ, ਉਹ 'ਚ ਰਾਗ ਵੀ ਬਦਲ ਕੇ ਗਾਏ ਜਾਂਦੇ ਨੇ ਜੀ। ਇਹ ਮਰਿਆਦਾ ਗੁਰੂ ਮਹਾਰਾਜ ਦੇ ਵੇਲੇ ਤੋਂ ਚੱਲਦੀ ਆ ਰਹੀ। ਅੱਛਾ, ਉਸੇ ਟਾਈਮ ਤੋਂ ਇਹ ਚੀਜ਼ ਚੱਲਦੀ ਉਦੋਂ ਦੀ ਚੱਲਦੀ, ਜਦੋਂ ਦਰਬਾਰ ਸਾਹਿਬ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਨੇ ਜਿਹੜਾ ਟਾਈਮਿੰਗਸ ਨੇ ਸਾਡੇ ਦਰਬਾਰ ਸਾਹਿਬ ਦੇ, ਜਦੋਂ ਗੁਰੂ ਗ੍ਰੰਥ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਥੇ ਸਥਾਪਿਤ ਕੀਤਾ, ਹਾਂਜੀ ਕੀਰਤਨ ਦੀ ਮਰਿਆਦਾ ਵੀ ਉਦੋਂ ਤੋਂ ਸ਼ੁਰੂ ਹੋ ਗਈ, ਉੱਥੇ ਕੀਰਤਨ ਦੀ ਗਾਇਕੀ ਉਦੋਂ ਸ਼ੁਰੂ ਹੋ ਗਈ। ਹਾਂਜੀ ਹਾਂਜੀ ਆਸਾ ਦੀ ਵਾਰ 'ਚ ਚੌਥੇ ਪਾਤਸ਼ਾਹ ਦੇ ਛੰਤ ਨਾਲ ਮਿਲਾ ਕੇ ਗਾਣੇ ਆ, ਹਾਂਜੀ ਕਿੱਦਾਂ ਗਾਣੇ ਆ, ਇਹ ਮਹਾਰਾਜ ਨੇ ਪੰਜਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਿਆ। ਜੀ। ਉਚੇਚਾ ਅਰਦਾਸ ਹੁੰਦੀ ਹੈ ਨਾ ਹਾਂਜੀ ਰਾਗ ਬਸੰਤ ਦੀ, ਹਾਂਜੀ ਵੀ ਬਸੰਤ ਮਾਘੀ ਵਾਲੇ ਦਿਨ ਹਾਂਜੀ ਵੀ ਬਸੰਤ ਖੋਲਣਾ ਹੈ ਨਾ, ਹਾਂਜੀ ਤੇ ਉਹ ਗੁਰੂ ਮਹਾਰਾਜ ਦੀ ਸਵਾਰੀ ਜਦੋਂ ਆਉਂਦੀ ਆ, ਹਾਂਜੀ ਉਸ ਤੋਂ ਬਾਅਦ ਆਸਾ ਦੀ ਵਾਰ ਦੇ ਦੌਰਾਨ ਹੀ ਬਸੰਤ ਖੋਲਿਆ ਜਾਂਦਾ। ਅੱਛਾ ਜੀ, ਇਹ ਪੁਰਾਣੀ ਮਰਿਆਦਾ ਹੈ। ਇਹ ਪੁਰਾਣੀ ਮਰਿਆਦਾ ਹੈ। ਹਾਂਜੀ, ਤੋ ਜੇ ਬਸੰਤ ਰਾਗ ਦੇ ਨਾਲ ਤੁਸੀਂ ਆਸਾ ਦੀ ਵਾਰ 'ਚ ਖੋਲੋਗੇ ਤੇ ਹਾਂਜੀ। ਆਸਾ ਦੀ ਵਾਰ ਦਾ ਛੰਤ ਪੌੜੀ ਤੇ ਛੰਤ ਸ਼ਲੋਕ ਮਹੱਲੇ ਤੇ ਪੌੜੀਆਂ ਵੀ ਉਸੇ ਬਸੰਤ ਵਿੱਚ ਹੀ ਪੜੋਗੇ ਨਾ। ਫਿਰ ਉਹ ਬਸੰਤ ਚ ਹੀ ਗਾਇਨ ਹਾਂਜੀ। ਕੀਤੇ ਹਨ। ਅੱਛਾ, ਇਹ ਪੁਰਾਣੇ ਸਮੇਂ ਤੋਂ ਹੀ ਇਹ ਚੀਜ਼ ਚੱਲੀ ਇਹ ਮਰਿਆਦਾ ਉਦੋਂ ਤੋਂ ਚੱਲਦੀ ਆ ਰਹੀ ਹੈ। ਮਾਘੀ ਤੋਂ ਲੈ ਕੇ ਹੋਲੇ ਤੱਕ ਬਸੰਤ ਗਾਇਆ ਜਾਂਦਾ, ਹਰ ਕੀਰਤਨ ਦੀ ਚੌਂਕੀ 'ਚ ਗਾਇਆ ਜਾਂਦਾ। ਜੀ ਜੀ ਤੇ ਬਸੰਤ ਕੀ ਵਾਰ ਦੀਆਂ ਜਿਹੜੀਆਂ 3 ਸ਼ਬਦ ਨੇ ਪੌੜੀਆਂ ਦੀ ਸ਼ਕਲ 'ਚ ਪੜ੍ਹੇ ਜਾਂਦੇ ਨੇ। ਠੀਕ ਹੈ। ਕੀਰਤਨ ਦੇ ਵਿੱਚ ਕਈ ਰਬਾਬੀ ਸਿੰਘ ਜਾਂ ਰਾਗੀ ਸਿੰਘ ਵਿੱਚ ਵਾਵਾ ਸ਼ਬਦ ਦਾ ਪ੍ਰਯੋਗ ਕਰਦੇ ਸੀ, ਤੇ ਇਹ ਜਿਹੜਾ ਵਾਵਾ ਸ਼ਬਦ ਆ ਗੁਰਬਾਣੀ ਵਿੱਚ ਨਹੀਂ ਲਿਖਿਆ ਹੁੰਦਾ, ਤੇ ਪਰ ਇਹ ਗੁਰੂ ਸਾਹਿਬ ਦੇ ਸਮੇਂ ਤੋਂ ਇਹ ਚੀਜ਼ ਚੱਲਦੀ ਆ ਰਹੀ ਹੈ ਜਾਂ ਇਹ ਬਾਅਦ ਦੇ ਵਿੱਚ ਲਾਉਣਾ ਸ਼ੁਰੂ ਹੋਇਆ? ਨਹੀਂ, ਇਹ ਪੁਰਾਤਨ ਢੰਗ ਹੈ ਜੀ, ਇਹ ਗੁਰੂ ਮਹਾਰਾਜ ਦੇ ਵੇਲੇ ਤੋਂ ਚੱਲਦਾ ਆ ਰਿਹਾ। ਉਸ ਸਮੇਂ ਤੋਂ ਹੀ ਚੱਲਦਾ? ਹਾਂਜੀ, ਪੁਰਾਤਨ ਕੀਰਤਨੀਏ ਸਾਰੇ ਹੀ, ਹੁਣ ਭਾਈ ਸੰਤਾ ਸਿੰਘ ਜੀ ਦਾ ਸੁਣ ਲਓ, ਹਾਂਜੀ ਭਾਈ ਸਮੁੰਦ ਸਿੰਘ ਜੀ ਦਾ ਕੀਰਤਨ ਸੁਣ ਲਓ, ਹਾਂਜੀ ਪੁਰਾਣੇ ਜਿਹੜੇ ਭਾਈ ਸੁੱਤ ਸਿੰਘ ਪ੍ਰਧਾਨ ਸਿੰਘ ਜੀ ਦਾ ਕੀਰਤਨ ਪਿੱਛੇ ਜੇ ਕਿਸੇ ਨੇ ਰਿਲੀਜ਼ ਕੀਤਾ ਸੀ। ਅੱਛਾ ਜੀ, ਇਹ ਪੁਰਾਣੇ ਕੀਰਤਨੀਏ ਸਾਰੇ ਹੀ ਲਾਉਂਦੇ ਸੀ। ਠੀਕ ਹੈ। ਤੇ ਇਹਦੇ 'ਚ ਦੇਖੋ ਕਿਸੇ ਦੀ ਹੁਣ ਕੀਰਤਨ ਤੁਸੀਂ ਕਰਦੇ ਹੋ ਨਾ, ਤੇ ਤੁਹਾਡਾ ਇਮੋਸ਼ਨਸ ਤੁਹਾਡੇ ਨਾਲ ਉਹਦੇ ਇਮੋਸ਼ਨ ਵਿੱਚ ਭਿੱਜ ਕੇ ਹੀ ਕਰਦੇ ਹੋ। ਹਾਂਜੀ ਬਿਲਕੁਲ। ਹੁਣ ਕਿਸੇ ਦੀਆਂ ਇਮੋਸ਼ਨਸ ਨੂੰ ਤੁਸੀਂ ਅਗਰ ਤਕਨੀਕੀ ਢੰਗ ਦੇ ਨਾਲ ਨਾਪਣ ਲੱਗ ਪਓਗੇ ਜਾਂ ਤੁਸੀਂ ਉਹਨੂੰ ਐਨਾਲਾਈਜ਼ ਕਰਨ ਲੱਗ ਪਓਗੇ ਤੇ ਉਹ ਹੋਏਗਾ ਨਹੀਂ, ਕਿਉਂਕਿ ਇਹ ਦਿਮਾਗ ਤੋਂ ਪਰਲੀਆਂ ਗੱਲਾਂ ਨੇ ਜੀ। ਇੱਕ ਹੈ ਇੰਟੈਲੈਕਟ, ਉਹ ਤੋਂ ਆ ਜਾਂਦੀ ਸਾਡੀ ਇਮੋਸ਼ਨਸ, ਹਾਂਜੀ, ਇਮੋਸ਼ਨਸ ਤੋਂ ਅੱਗੇ ਆ ਜਾਂਦੀ ਸਾਡੀ ਸਪਿਰਿਚੁਅਲਿਟੀ ਜੀ। ਹੁਣ ਜੋ ਤੁਸੀਂ ਇਮੋਸ਼ਨਲ ਐਕਸਪੀਰੀਅੰਸ ਨੇ ਉਹ ਤੁਸੀਂ ਦਿਮਾਗ ਦੇ ਨਾਲ ਐਨਾਲਾਈਜ਼ ਨਹੀਂ ਕਰ ਸਕਦੇ ਜੀ। ਹੁਣ ਮਾਂ ਨੇ ਆਪਣੇ ਬੱਚੇ ਨੂੰ ਗਲੇ ਨਾਲ ਲਾਇਆ ਹੋਇਆ, ਛੋਟੇ ਜਿਹੇ ਬੱਚੇ ਨੂੰ, ਜੀ। ਛੋਟੇ ਜਿਹੇ ਬੱਚੇ ਨੇ ਘੁੱਟ ਕੇ ਮਾਂ ਨੂੰ ਜੱਫੀ ਪਾਈ ਹੋਈ ਹੈ। ਹਾਂਜੀ ਹੁਣ ਇਹਨੂੰ ਦਿਮਾਗ ਨਾਲ ਕਿਵੇਂ ਤੁਸੀਂ ਐਨਾਲਾਈਜ਼ ਕਰੋਗੇ? ਹਾਂਜੀ ਤੁਸੀਂ ਸੁੱਖ ਮਾਣ ਸਕਦੇ ਹੋ, ਲੇਕਿਨ ਉਹਦੇ ਬਾਰੇ ਦੱਸ ਨਹੀਂ ਸਕਦੇ ਵੀ ਇਹ ਕੀ ਮਹਿਸੂਸ ਕੀ ਕੀਤਾ। ਜੀ। ਸੋ ਇਹ ਜਦੋਂ ਤੁਸੀਂ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਕੀਰਤਨ ਕਰਦੇ ਹੋ, ਹਾਂਜੀ, ਤੇ ਵਾਹ ਹੀ ਨਿਕਲਣਾ, ਹੋਰ ਕੀ ਨਿਕਲਣਾ ਜੀ। ਤੇ ਵਾਹ 'ਚ ਮਾੜਾ ਵੀ ਕੀ ਹੈ? ਤੇ ਉਹ 'ਚ ਅੱਜ ਕੱਲ੍ਹ ਦੇ ਬਹੁਤੇ ਲੋਕ ਜਿਹੜੇ ਨਾ ਉਹ ਹਰ ਬੰਦਾ ਜੱਜ ਬਣਿਆ ਹੋਇਆ, ਤਾਂ ਹਰ ਬੰਦਾ ਦੂਜੇ ਬੰਦੇ ਨੂੰ ਜੱਜ ਕਰਨ ਲੱਗਾ ਹੋਇਆ ਜੀ। ਔਰ ਸੱਚਾਈ ਇਹ ਹੈ ਵੀ ਕਿਸੇ ਸਿੱਖ ਨੂੰ ਦੂਜੇ ਸਿੱਖ ਨੂੰ ਜੱਜ ਕਰਨ ਦਾ ਹੱਕ ਨਹੀਂ, ਇਹ ਗੁਰੂ ਦਾ ਕੰਮ ਹੈ। ਅਸੀਂ ਕਿਸੇ ਦੀ ਭਾਵਨਾ ਨੂੰ, ਕਿਸੇ ਦੀ ਸਿੱਖੀ ਨੂੰ ਨਾਪ ਨਹੀਂ ਸਕਦੇ ਜੀ। ਔਰ ਮੈਂ ਇਹ ਕਹਿਣਾ ਕਿ ਉਸ ਵੇਲੇ ਜੁੜੇ ਹੋਏ ਜਿਹੜੇ ਮਨ ਸਨ, ਉਹਨਾਂ ਨੇ ਉਹ ਕੀਰਤਨ ਗਾਇਆ, ਤੇ ਉਹ ਕੀਰਤਨ ਵਿੱਚ ਜਿੱਥੇ ਉਹਨਾਂ ਨੂੰ ਆਨੰਦ ਆਇਆ ਉੱਥੇ ਵਾਹ ਵੀ ਨਿਕਲਿਆ। ਹਾਂਜੀ। ਤੇ ਜਿਹੜੀ ਧੁਨ ਹੈ ਉਹਦੇ ਵਿੱਚ ਵੀ ਵਾਹ ਦੀ ਲੋੜ ਸੀ ਜੀ, ਉਹਨਾਂ ਨੇ ਲਾ ਲਈ। ਤੇ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਬਾਣੀ ਦਾ ਨਿਰਾਦਰ ਹੈ ਜਾਂ ਅਸੀਂ ਅੱਖੋਂ ਨਾਲ ਲਗਾਇਆ ਜੀ। ਤੇ ਉਹ ਜੇ ਉਹਦੇ ਨਾਲ ਮੈਚ ਹੁੰਦਾ ਤੇ ਫਿਰ ਵਾਹ ਹੀ ਹੈ, ਫਿਰ ਤਾਂ ਠੀਕ ਹੈ। ਜੇ ਮੰਨ ਲਓ ਨਹੀਂ ਮੈਚ ਹੁੰਦਾ ਤਾਂ ਫਿਰ ਉੱਥੇ ਵਾਹ ਜਿਹੜੀ ਹੈ ਉੱਥੇ ਅਟਪਟੀ ਗੱਲ ਹੋ ਜਾਂਦੀ ਹੈ। ਜਿੱਦਾਂ ਮਹਾਰਾਜ ਮਤਲਬ ਬਾਣੀ ਦੀ ਕੋਈ ਤੁਕ ਹੈ ਜਿਹੜੀ ਤੁਹਾਨੂੰ ਵਾਰਨ ਕਰਦੀ ਹੈ, ਜਿੱਦਾਂ ਤੇ ਨਵੇਂ ਪਾਤਸ਼ਾਹ ਦੀ ਬਾਣੀ ਹੈ। ਹਾਂਜੀ। ਉੱਥੇ ਮਹਾਰਾਜ ਤੇ ਤੁਹਾਨੂੰ ਉਹ ਮਿੱਠੀਆਂ ਚਪੇੜਾਂ ਮਾਰਦੇ ਪਏ। ਹਾਂਜੀ।
ਉੱਥੇ ਤੁਸੀਂ ਵਾਵਾ ਥੋੜੀ ਕਰਾਓਗੇ, ਉੱਥੇ ਤਾਂ ਤੁਸੀਂ ਸੁਚੇਤ ਹੋ ਗਏ ਵੀ ਹਾਂ ਮੇਰੇ ਗੁਰੂ ਨੇ ਮੈਨੂੰ ਜਗਾਇਆ ਸੁੱਤੇ ਮੈਨੂੰ ਨੂੰ। ਜਗਾਇਆ। ਹਾਂਜੀ, ਤਾਂ ਇਹ ਭਾਵਨਾ ਦੀਆਂ ਗੱਲਾਂ ਨੇ ਵੀਰ ਜੀ, ਇਹਨੂੰ ਅਸੀਂ ਸਕਾਲਰਲੀ ਨਹੀਂ ਐਨਾਲਾਈਜ਼ ਕਰ ਸਕਦੇ। ਜੀ ਭਾਈ ਸਾਹਿਬ ਜੀ, ਗੁਰੂ ਸਾਹਿਬ ਜੀ ਦੇ ਸਮੇਂ ਤੋਂ ਜੋ ਪੁਰਾਤਨ ਗਾਇਨ ਸ਼ੈਲੀ ਆ ਰਹੀ ਹੈ ਜਾਂ ਪੁਰਾਤਨ ਬੰਦਸ਼ਾਂ ਜਾਂ ਰੀਤਾਂ ਚੱਲ ਰਹੀਆਂ ਹਨ, ਉਹ ਅੱਜ ਦੇ ਰਾਗੀ ਸਿੰਘ ਕਿਉਂ ਨਹੀਂ ਗਾ ਰਹੇ? ਕੀ ਉਹ ਗਾਉਣੀਆਂ ਔਖੀਆਂ ਹਨ? ਇਸ ਦੇ ਨਾਲ ਹੀ ਸਾਨੂੰ ਤੁਸੀਂ ਇੱਕ ਪੁਰਾਤਨ ਬੰਦਸ਼ ਜੋ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ ਉਹ ਗਾਇਨ ਕਰਕੇ ਸੁਣਾਓ, ਤਾਂ ਕਿ ਸਾਨੂੰ ਪਤਾ ਲੱਗ ਸਕੇ ਇਹਨੂੰ ਗਾਉਣ ਦੇ ਵਿੱਚ ਕੋਈ ਅਖਿਆਈ ਆਉਂਦੀ ਹੈ ਜਾਂ ਇਹਨੂੰ ਸਰਲ ਤਰੀਕੇ ਦੇ ਨਾਲ ਸਹਿਜ ਦੇ ਨਾਲ ਗਾਇਆ ਜਾ ਸਕਦਾ ਹੈ। ਦੇਖੋ, ਔਖੀਆਂ ਤਾਂ ਨਹੀਂ ਹਨ ਜੀ ਜੇ ਕਹੀਏ ਵੀ ਇਹ ਔਖੀ ਹੈ ਤੇ ਉਹ ਗੱਲ ਨਹੀਂ, ਮਿਹਨਤ ਮੰਗਦੀ ਹੈ। ਜੀ ਹੁਣ ਤੁਸੀਂ ਧਰੁਪਦ ਗਾਣਾ, ਤੁਸੀਂ ਪੜਤਾਲ ਗਾਣੀ ਹੈ ਤੇ ਸਿੱਖਣੀ ਤਾਂ ਪਏਗੀ, ਤੇ ਕਿਸੇ ਸਿੱਖੇ ਹੋਏ ਤੋਂ ਸਿੱਖਣੀ ਪਏਗੀ। ਜੀ ਕੈਸਟਾਂ ਸੁਣ ਕੇ ਜਾਂ ਗਾਣੇ ਸੁਣ ਕੇ ਉਹਦੇ ਤੇ ਧੁਨ ਲਾ ਲੈਣੀ, ਜੀ ਇਹ ਥੋੜਾ ਸੌਖਾ ਕੰਮ ਹੈ ਜੀ ਤੇ ਹਰ ਬੰਦਾ ਸ਼ਾਰਟਕਟ ਲੱਭਦਾ ਅੱਜ ਕੱਲ੍ਹ। ਜੀ ਤੇ ਉਹ ਇਹ ਸ਼ਾਰਟਕਟ ਦੇ ਵਿੱਚੋਂ ਹੈ ਅੱਜ ਕੱਲ੍ਹ ਦਾ ਜੋ ਕੀਰਤਨ ਦੀ ਸ਼ੈਲੀ ਨਿਕਲੀ ਹੈ ਨਾ, ਇਹ ਸ਼ਾਰਟਕਟ ਦੇ ਵਿੱਚੋਂ ਨਿਕਲੀ ਹੈ। ਜੀ ਕਿਸੇ ਵਿਦਵਾਨ ਕੋਲੋਂ ਸਿੱਖ ਕੇ ਉਹਨਾਂ ਨੂੰ ਗਾਣਾ, ਇਹ ਮਿਹਨਤ ਮੰਗਦਾ। ਜੀ ਤੇ ਮਿਹਨਤ ਅੱਜ ਕੱਲ੍ਹ ਕਰਨ ਦਾ ਕਿਸੇ ਕੋਲ ਨਾ ਸ਼ੌਂਕ ਹੈ ਤੇ ਨਾ ਸਮਾਂ। ਤੇ ਉਹ 10 ਕੁ ਸ਼ਬਦ ਰੀਤਾਂ ਬਣਾ ਕੇ ਤੇ ਉਹ ਸੀਡੀ ਨਿਕਲ ਆਉਂਦੀ ਹੈ। ਹਾਂਜੀ ਉਸ ਤੋਂ ਬਾਅਦ ਫਿਰ ਉਹ ਬੰਦਾ ਸੋਚਦਾ ਕਿ ਮੈਂ ਬੜਾ ਮਸ਼ਹੂਰ ਹੋ ਗਿਆ, ਤੇ ਹੋ ਵੀ ਜਾਂਦੇ ਨੇ ਲੋਕ। ਹਾਂਜੀ ਹਾਂਜੀ ਸੋ ਇਹ ਅੱਜ ਕੱਲ੍ਹ ਦਾ ਟ੍ਰੈਂਡ ਹੈ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜੋ ਪੁਰਾਤਨ ਜਾਂ ਜੋ ਗੁਰੂ ਮਹਾਰਾਜ ਦੇ ਵੇਲੇ ਦੀਆਂ ਰੀਤਾਂ ਨੇ, ਜੀ ਉਹ ਜਦੋਂ ਤੁਸੀਂ ਗਾਉਂਦੇ ਹੋ ਨਾ ਤੇ ਉਹ ਆਪ ਬੋਲਦੀਆਂ। ਜੀ ਉਹਦੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਪੈਂਦਾ ਵੀ ਇਹ ਰੀਤ ਜਿਹੜੀ ਹੈ ਇਹ ਡਿਫਰੈਂਟ ਹੈ। ਹਾਂਜੀ ਉਹ ਰੀਤ ਆਪ ਹੀ ਬੋਲਦੀ ਹੈ। ਜੀ ਉਹ ਆਪ ਤੁਹਾਡੇ ਅੰਦਰ ਮਨ ਨੂੰ ਜਾ ਕੇ ਚੁਭਦੀ ਹੈ, ਮਨ ਨੂੰ ਜਾ ਕੇ ਮਹਿਸੂਸ ਹੁੰਦੀ ਹੈ। ਜੀ ਕਈ ਇਦਾਂ ਦੇ ਅਸੀਂ ਦੇਖੇ ਆ। ਹੁਣ ਪਿਤਾ ਜੀ ਉਹਨਾਂ ਦਾ ਨਾਮ, ਮੈਂ 7 ਸਾਲ ਉਹਨਾਂ ਦਾ ਨਾਲ ਕੀਰਤਨ ਕੀਤਾ ਹੈ। ਹਾਂਜੀ ਅਸੀਂ ਫਿਰ ਬਾਅਦ 'ਚ ਵੀ ਪਿਤਾ ਜੀ ਤੋਂ ਬਾਅਦ ਵੀ ਕੀਰਤਨ ਕਰਦੇ ਹਾਂ। ਹਾਂਜੀ ਅਮਰੀਕਾ ਦੇ ਵਿੱਚ ਕਈ ਐਸੇ ਵੀ ਥਾਵਾਂ ਤੇ ਸਾਨੂੰ ਕੀਰਤਨ ਕਰਨ ਨੂੰ ਮਿਲਿਆ ਜਿੱਥੇ ਯੋਗੀ ਹਰਭਜਨ ਸਿੰਘ ਹੁਣਾਂ ਦੇ ਜਿਹੜੇ ਸਟੂਡੈਂਟ ਸਨ, ਜਿਹੜੇ ਯੋਗਾ 'ਚ ਜ਼ਿਆਦਾ ਇੰਟਰਸਟ ਰੱਖਦੇ ਨੇ, ਹਾਂਜੀ ਉਹਨਾਂ 'ਚੋਂ ਸਿੱਖ ਵੀ ਨੇ ਕਾਫੀ, ਲੇਕਿਨ ਯੋਗਾ ਵਾਲੇ ਜ਼ਿਆਦਾ ਨੇ। ਜੀ ਉਹਨਾਂ ਨੇ ਕਈ ਵਾਰੀ ਆਣਾ ਗੁਰਦੁਆਰੇ ਤੇ ਕੀਰਤਨ ਸੁਣਨਾ। ਜੀ ਕਈ ਉਹਨਾਂ 'ਚੋਂ ਰੋਂਦੇ ਹੁੰਦੇ ਸਨ। ਅੱਛਾ ਜੀ ਨਾ ਉਹਨਾਂ ਨੂੰ ਪੰਜਾਬੀ ਬੋਲੀ ਦਾ ਪਤਾ, ਨਾ ਉਹਨਾਂ ਨੂੰ ਕੁਝ ਹੋਰ ਪਤਾ। ਹਾਂਜੀ ਉਹਨਾਂ ਨੂੰ ਅਸੀਂ ਬਾਅਦ 'ਚ ਪੁੱਛਣਾ ਵੀ ਤੁਸੀਂ ਕਿਉਂ ਰੋਂਦੇ ਪਏ ਸੀ? ਅੱਛਾ ਜੀ ਕਹਿੰਦੇ ਸਾਨੂੰ ਆਪ ਨੂੰ ਨਹੀਂ ਪਤਾ। ਅੱਛਾ ਜੀ ਕਹਿੰਦੇ ਸਾਨੂੰ ਇਦਾਂ ਵੀ ਜਿੱਦਾਂ ਸਾਡਾ ਨਾ ਵੀ ਸਾਡੇ ਮਨ ਤੇ ਅਸਰ ਹੋਇਆ, ਸਾਡੀ ਆਤਮਾ ਤੇ ਅਸਰ ਹੋਇਆ ਅੱਛਾ ਤੇ ਰੋਣਾ ਨਿਕਲਿਆ ਹੈ। ਤੋ ਇਸ ਤਰ੍ਹਾਂ ਦੇ ਜਿੱਥੇ ਨਾ ਸਾਡੀ ਬੋਲੀ ਦੀ ਸਾਂਝ, ਨਾ ਸਾਡੀ ਕਿਸੇ ਮੁਲਕ ਦੇ ਨਾਲ ਸਾਂਝ ਹੈ। ਹਾਂਜੀ ਅਮਰੀਕਾ ਦੇ ਜੰਮੇ ਪਲੇ ਅੰਗਰੇਜ਼ ਲੋਕ ਨੇ, ਹਾਂਜੀ ਸਿਰਫ ਯੋਗਾ ਕਰਦੇ ਨੇ। ਯੋਗਾ ਦੇ ਨਾਲ ਕੀ ਹੈ ਕਿ ਉਹਨਾਂ ਨੇ ਮਨ ਜਿਹੜੀ ਸੈਂਸਿਟੀਵਿਟੀਜ਼ ਨੇ ਉਹ ਉਹਨਾਂ ਦੀਆਂ ਥੋੜ੍ਹੀਆਂ ਜੀਆਂ ਸਾਡੇ ਨਾਲੋਂ, ਅਸੀਂ ਆਪਣੀਆਂ ਜਿਹੜੀਆਂ ਸੈਂਸਿਟੀਵਿਟੀਜ਼ ਨੂੰ ਕਿਲ ਕੀਤਾ ਹੋਇਆ। ਜੀ ਪਦਾਰਥਵਾਦੀ ਅਸੀਂ ਹੋਏ ਹਾਂ। ਹਾਂਜੀ ਤੇ ਜਿਹੜੀਆਂ ਉਹ ਕਦਰਾਂ ਕੀਮਤਾਂ ਨੇ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਉਹ ਕਿਉਂਕਿ ਉਹ ਮੈਡੀਟੇਟ ਕਰਦੇ ਨੇ ਜੀ ਤੇ ਉਹਨਾਂ ਦੇ ਮਨ ਤੇ ਸੁਰਤ ਜਿਹੜੀ ਹੈ, ਸਮਝ ਲਓ ਕਿ ਉਹ ਤਿੱਖੀ ਹੈ, ਸਾਡੇ ਵਾਂਗੂ ਖੁੰਡੀ ਨਹੀਂ ਹੋਈ ਜੀ ਜੀ ਤੇ ਉਹ ਕੈਚ ਕਰਦੇ ਨੇ, ਉਹ ਮਹਿਸੂਸ ਕਰਦੇ ਨੇ ਇਸ ਗੱਲ ਨੂੰ। ਜੀ ਤੇ ਇਹਦੇ 'ਚ ਔਖਾ ਤਾਂ ਕੁਝ ਨਹੀਂ ਹੈ। ਗੱਲ ਇਹ ਹੈ ਵੀ ਕੋਈ ਗਾਵੇ ਤੇ ਸੰਗਤ ਇਹ ਵੀ ਨਹੀਂ ਕਹਿੰਦੀ ਜੀ ਤੁਸੀਂ ਇਦਾਂ ਕਿਉਂ ਗਾਇਆ, ਤੁਸੀਂ ਸਾਨੂੰ ਫਲਾਣੀ ਫਿਲਮ ਦੀ ਕਿਉਂ ਨਹੀਂ ਟਿਊਨ ਸੁਣਾਈ, ਇਦਾਂ ਦੀ ਸੰਗਤ ਕਦੇ ਨਹੀਂ ਕਹਿੰਦੀ। ਨਹੀਂ ਕਹਿੰਦੀ। ਤੇ ਇਹ ਜੇ ਕਮੀ ਹੈ ਤੇ ਸਾਡੇ ਆਪਣੇ ਆਪ 'ਚ ਹੀ ਕਮੀ ਹੈ। ਜੇ ਅਸੀਂ ਮਿਹਨਤ ਨਹੀਂ ਕਰਨਾ ਚਾਹੁੰਦੇ, ਅਸੀਂ ਕਿਸੇ ਦੀ ਟਿਊਨ ਨੂੰ ਚੋਰੀ ਕਰਕੇ ਜੀ ਅਸੀਂ ਗਾਉਂਦੇ ਪਏ, ਇੱਕ ਤੇ ਗੁਨਾਹ ਵੀ ਹੈ। ਹਾਂਜੀ ਵੀ ਤੁਸੀਂ ਕਹੋ ਨਾ ਕਿ ਇਹ ਨੌਸ਼ਾਦ ਦੀ ਟਿਊਨ ਮੈਂ ਗਾ ਰਿਹਾ। ਹਾਂਜੀ ਬਿਲਕੁਲ। ਜੇ ਹਿੰਮਤ ਹੈ ਤੇ ਕਹੋ। ਹਾਂਜੀ ਅਵਲਾਂ ਤੇ ਉਹਨੇ ਤੁਹਾਨੂੰ ਪਰਮਿਸ਼ਨ ਨਹੀਂ ਦਿੱਤੀ ਵੀ ਤੁਸੀਂ ਟਿਊਨ ਉਹਦੀ ਲਗਾਓ। ਹਾਂਜੀ ਜੇ ਤੁਸੀਂ ਨਹੀਂ ਵੀ ਲਈ ਪਰਮਿਸ਼ਨ, ਚੱਕ ਵੀ ਲਈ ਟਿਊਨ, ਹਾਂਜੀ ਤੇ ਫਿਰ ਗੁਰੂ ਘਰ ਦੇ ਵਿੱਚ ਤੇ ਤੁਸੀਂ ਇਮਾਨਦਾਰੀ ਦਿਖਾਓ ਵੀ ਕਹੋ ਵੀ ਦੇਖੋ ਜੀ ਆਹ ਟਿਊਨ ਹੈ ਜਿਹੜੀ ਇਹ ਮੇਰੀ ਨਹੀਂ, ਇਹ ਫਲਾਣੇ ਸੰਗੀਤਕਾਰ ਦੀ ਟਿਊਨ, ਗਾਣੇ ਦੀ ਟਿਊਨ ਹੈ। ਫਿਰ ਤਾਂ ਕਹੀਏ ਵੀ ਠੀਕ ਹੈ, ਗੁਰੂ ਕੇ ਸਿੱਖ ਹੋ, ਇਮਾਨਦਾਰ ਹੋ। ਹਾਂਜੀ ਹਾਂਜੀ ਤੇ ਨਾ ਇਹ ਫਿਲਮੀ ਟਿਊਨਾਂ ਦੇ ਉੱਤੇ ਅਸੀਂ ਤੇ ਚੋਰੀ ਕਰਕੇ ਟਿਊਨ ਲਈ, ਉਸ ਤੇ ਅਸੀਂ ਮਿਕਸ ਕੀ ਕੀਤਾ, ਬਾਣੀ, ਅਕਾਲ ਰੂਪ। ਓਹ ਹਾਂਜੀ, ਉਹਨੂੰ ਅਸੀਂ ਕਿੱਡਾ ਵੱਡਾ ਗਟਰ ਦੇ ਪਾਣੀ 'ਚ ਮਿਕਸ ਕਰਤਾ। ਕਿੱਡਾ ਵੱਡਾ ਜ਼ੁਰਮ ਹੈ। ਇੱਕ ਤੇ ਜ਼ੁਲਮ ਹੈ, ਐਡਾ ਵੱਡਾ ਮਤਲਬ ਗੁਨਾਹ ਆ, ਗੁਨਾਹ ਹੈ ਬਹੁਤ ਵੱਡਾ। ਫਿਰ ਅਸੀਂ ਬੇਈਮਾਨੀ ਕੀਤੀ। ਹਾਂਜੀ ਜਾਂ ਤੇ ਕਹੀਏ ਗੁਲਾਮ ਅਲੀ ਦੀ ਟਿਊਨ ਹੈ ਜੀ ਮੈਂ ਗਾ ਰਿਹਾ, ਮੈਂ ਕਹਿ ਰਿਹਾ ਵੀ ਮੈਂ ਨਹੀਂ ਬਣਾਈ, ਇਹ ਉਹਨਾਂ ਦੀ ਬਣਾਈ ਹੋਈ ਟਿਊਨ ਹੈ, ਗਾ ਰਿਹਾ। ਇਮਾਨਦਾਰੀ ਤੇ ਦਿਖਾਓ। ਹਾਂਜੀ ਚਲੋ ਉਹਦੀ ਚੀਜ਼ ਚੱਕ ਲਈ
ਜੀ। ਇਮਾਨਦਾਰੀ ਦੇ ਨਾਲ ਤਾਂ ਦਿਖਾਓ ਨਾ ਵੀ ਹਾਂ ਮੈਂ ਚੱਕੀ ਸੀ, ਜੀ। ਉਹਦੇ ਕੋਲ ਬਿਨਾਂ ਪੁੱਛੇ ਚੱਕੀ ਸੀ, ਹਾਂਜੀ ਪਰ ਮੈਂ ਹੁਣ ਕਹਿ ਰਿਹਾ ਵੀ ਇਹ ਮੇਰੀ ਨਹੀਂ ਹੈ, ਉਹਦੀ ਹੈ। ਇਮਾਨਦਾਰੀ ਦਿਖਾਉਣ ਮਤਲਬ ਗੱਲ ਉੱਥੇ ਆ ਜਾਂਦੀ। ਫਿਰ ਜੇ ਤੁਸੀਂ ਘਰ ਹੀ ਕੀਰਤਨ ਰਹੇ ਹੋ, ਤੁਸੀਂ ਕਈ ਸੰਗਤ ਦੇ ਮੈਂਬਰਾਂ ਲਈ ਰੋਲ ਮਾਡਲ ਹੋ। ਹਾਂਜੀ ਲੋਕੀ ਤੁਹਾਨੂੰ ਗੁਰੂ ਮਹਾਰਾਜ ਤੋਂ ਨੀਚੇ ਵਾਲਾ ਸਟੈਪ ਦਿੰਦੇ ਨੇ। ਹਾਂਜੀ ਜਿੰਨਾ ਸਤਿਕਾਰ ਗੁਰੂ ਮਹਾਰਾਜ ਦਾ ਨਾ, ਉਹ ਤੋਂ ਇੱਕ ਸਟੈਪ ਥੱਲੇ ਤੁਹਾਡਾ ਸਤਿਕਾਰ ਹੈ। ਜੀ ਬਿਲਕੁਲ ਮਹਾਰਾਜ ਤੁਹਾਨੂੰ ਪਲਕਾਂ ਤੇ ਬਿਠਾਉਂਦੇ ਨੇ, ਬਿਲਕੁਲ। ਲੋਕੀ ਸੰਗਤ ਤੁਹਾਨੂੰ ਪਲਕਾਂ ਤੇ ਬਿਠਾਉਂਦੀ ਹੈ। ਬਿਲਕੁਲ ਜੀ ਤੋ ਸਾਡਾ ਜੀਵਨ ਤੇ ਸਾਡੀ ਇਮਾਨਦਾਰੀ ਤੇ ਹੋਣੀ ਚਾਹੀਦੀ ਹੈ ਨਾ ਉਸ ਪਾਸੇ। ਜੀ ਜੀ ਸੋ ਸੰਗਤ ਨਹੀਂ ਕਹਿੰਦੀ ਕਦੇ ਵੀ ਕਿ ਸਾਨੂੰ ਕੀਰਤਨ ਸਾਨੂੰ ਪਸੰਦ ਨਹੀਂ। ਕੋਈ ਸੁਣਾਵੇ ਤੇ ਸੰਗਤ ਸੁਣਦੀ ਹੈ ਤੇ ਐਪਰੀਸ਼ੀਏਟ ਵੀ ਕਰਦੀ ਹੈ। ਜੀ ਅੱਛਾ, ਕੁਛ ਆਪ ਜੀ ਥੋੜਾ ਕੁਛ ਗਾ ਕੇ ਮੈਨੂੰ ਉਹ ਸੁਣਾ ਫੜਾ ਦਿਓ ਤਾਨਪੁਰਾ। ਇੱਕ ਕਲਿਆਣ ਦਾ ਧਰੁਪਦ ਹੈ ਜੀ। ਪੁਰਾਤਨ ਰੀਤ ਹੈ ਇਹ। ਗੁਣ ਨਾਦ ਧੁਨ ਆਨੰਦ ਬੇਦ ਕਥਤ ਸੁਨਤ ਮੁਨ ਜਨਾ ਮਿਲ ਸੰਤ ਮੰਡਲੀ। ਜੀ ਇਹ ਬਾਣੀ ਦੀਆਂ ਤੁਕਾਂ ਹਨ। ਇਹ ਪੁਰਾਤਨ ਜਿਹੜੀ ਚੱਲੀ ਆ ਰਹੀ ਹੈ। ਹਾਂਜੀ ਜੀ ਪਿਤਾ ਜੀ ਦੀਆਂ ਕਿਤਾਬਾਂ 'ਚ ਤੁਸੀਂ ਨੋਟ ਕਰੋਗੇ ਜ਼ਿਆਦਾਤਰ ਰੀਤਾਂ ਜਿਹੜੀਆਂ ਨੇ ਨਾ ਉਹ ਹਾਂਜੀ। ਗੁਰੂ ਮਹਾਰਾਜ ਦੇ ਵੇਲੇ ਦੀਆਂ ਨੇ, ਜੀ ਜਾਂ ਗੁਰੂ ਮਹਾਰਾਜ ਦੇ ਵੇਲੇ ਉਹਨਾਂ ਦੀ ਉਪਸਥਿਤੀ ਵਿੱਚ ਉਥੋਂ ਦੇ ਕੀਰਤਨੀਆਂ ਨੇ ਜਾਂ ਰਬਾਬੀਆਂ ਨੇ ਗਾਈਆਂ ਹੋਈਆਂ। ਜੀ ਸੋ ਇਹ ਧਰੁਪਦ ਹੈ ਕਲਿਆਣ ਰਾਗ ਦਾ, ਪੰਜਵੇਂ ਪਾਤਸ਼ਾਹ ਦੀ ਬਾਣੀ ਹੈ। ਜੀ ਗੁਣ ਨਾਦ ਧੁਨ ਆਨੰਦ ਬੇਦ ਕਥਤ ਸੁਨਤ ਮੁਨ ਜਨਾ ਮਿਲ ਸੰਤ ਮੰਡਲੀ। ਜੀ ਤੇ ਧਰੁਪਦ ਹੈ 4 ਤਾਲ ਦੇ ਵਿੱਚ। ਜੀ ਨੀ ਰੇ ਗਾ ਰੇ ਸਾ। ਗੁਣ ਨਾਦ ਧੁਨ ਆਨੰਦ ਬੇਦ ਗੁਣ ਨਾਦ ਧੁਨ ਆਨੰਦ ਬੇਦ ਕਤਤ ਸੋਨਤ ਮੋਨ ਜਨਾ ਮਿਲ ਸੰਤ ਮੰਡਲੀ। ਗੁਣ ਨਾਦ ਧੁਨ ਆਨੰਦ ਵੇਦ ਗੁਣ ਨਾਦ। ਵਾਹ ਜੀ ਵਾਹ। ਜਿਹਦਾ ਇਹ ਪੁਰਾਤਨ ਰੀਤਾਂ ਨੇ ਜਿਹੜੀਆਂ ਇਹ ਜੀ ਆਪ ਹੀ ਬੋਲਦੀਆਂ। ਅੱਛਾ, ਹੁਣ ਜਿਸ ਤਰ੍ਹਾਂ ਆਪ ਜੀ ਨੇ ਗਾਇਨ ਕੀਤਾ ਹੈ ਨਾ, ਹਾਂਜੀ ਮੈਨੂੰ ਲੱਗਦਾ ਵੀ ਮੈਂ 10-15 ਵਾਰੀ ਸੁਣ ਲਵਾਂ ਤਾਂ ਮੈਂ ਨਾਲ ਇਹਨੂੰ ਗਾ ਸਕਦਾ, ਤੇ ਮੈਨੂੰ ਨਹੀਂ ਲੱਗਦਾ ਵੀ ਇਹ 'ਚ ਕੁਝ ਔਖਾ ਹੈਗਾ ਆ। ਨਹੀਂ ਦੇਖੋ, ਸੰਗਤ ਜਦੋਂ ਨਾਲ ਬੋਲਦੀ ਹੈ ਨਾ, ਜੀ ਉਹ ਤਾਂ ਫੋਲੋ ਕਰਦੀ ਹੈ ਨਾ ਤੁਹਾਨੂੰ। ਜੀ ਮੈਨੂੰ ਯਾਦ ਹੈ ਅਸੀਂ ਗਏ ਆ ਅਮਰੀਕਾ, ਹਾਂਜੀ ਉੱਥੇ ਰਿਵਰ ਸਾਈਡ ਗੁਰਦੁਆਰਾ, ਉੱਥੇ ਅਸੀਂ ਪੰਜ ਤਾਲ ਦੀ ਸਵਾਰੀ 'ਚ ਬੜੀ ਸਿੰਪਲ ਜੀ ਰੀਤ ਰਾਗ ਵਿੱਚ ਹੀ ਪੜ੍ਹੀ, ਹਾਂਜੀ। ਸਾਰੰਗ ਦੇ ਵਿੱਚ ਪੜ੍ਹੀ, ਅੱਛਾ ਜੀ। ਤੇ ਪੰਜ ਤਾਲ ਦੀ ਸਵਾਰੀ ਸੀ 15 ਮਾਤਰਾ, 15 ਮਾਤਰਾ, ਹਾਂਜੀ। ਤੇ ਬਹੁਤ ਘੱਟ ਲੋਕ ਗਾਉਂਦੇ ਨੇ 15 ਮਾਤਰਾ। ਜੀ। ਤੇ ਅਸੀਂ ਫਿਰ ਕਹਿਤਾ ਸੰਗਤ ਨੂੰ ਵੀ ਨਾਲ ਪੜੋ। ਅੱਛਾ ਜੀ। ਮਤਲਬ ਉਹ ਜੇ ਰਿਕਾਰਡਿੰਗ ਹੋਏਗੀ ਕਿਤੇ ਨੈੱਟ ਤੇ ਤਾਂ ਮੈਨੂੰ ਪਤਾ ਨਹੀਂ, ਲੇਕਿਨ ਉਦੋਂ ਸੰਗਤ ਨੇ ਇੰਨੀ ਗੂੰਜ ਪਾਈ ਉੱਥੇ, ਮਤਲਬ ਸੰਗਤ ਨਾਲ 15 ਮਾਤਰਾ ਦੇ ਵਿੱਚ ਸਾਡੇ ਨਾਲ ਗਾਇਨ ਕਰ ਰਹੇ। ਗਾਇਨ ਕਰਦੀ ਪਈ। ਵਾਹ ਜੀ ਵਾਹ। ਮਤਲਬ ਇਹ ਸੰਗਤ ਦਾ ਕਸੂਰ ਨਹੀਂ ਮੈਂ ਕਹਾਂਗਾ। ਜੀ ਹਾਂਜੀ, ਇਹ ਸਾਡੇ ਮਨ ਵਿੱਚ ਕੰਪਲੈਕਸ ਹੈ ਵੀ ਹਾਂ ਸਾਨੂੰ ਲੱਗਦਾ ਵੀ ਇਹ ਸ਼ਾਇਦ ਸੰਗਤ ਨਹੀਂ ਪਸੰਦ ਕਰੇਗੀ। ਜੀ। ਪਰ ਇਹ ਗੱਲ ਹੋ ਰਿਹਾ ਕਿ ਸੰਗਤ ਦੀ ਪਸੰਦ ਤੇ ਗੁਰੂ ਦੀ ਪਸੰਦ, ਹੁਣ ਤੁਸੀਂ ਉਹਨਾਂ ਚੋਂ ਕਿਹਨੂੰ ਤਰਜੀਹ ਦਿਓਗੇ? ਸੰਗਤ ਵੀ ਜਿਹੜੀ ਜੁੜੀ ਹੋਈ ਆ ਉਹੀ ਸੰਗਤ ਹੈ ਨਾ। ਜੀ ਬਿਲਕੁਲ। ਜਿਹੜੀ ਪਕੌੜੇ ਖਾਣ ਆਈ ਆ ਜਾਂ ਜਿਹੜੀ ਉਸ ਵੇਲੇ ਲੋਕਾਂ ਦੀਆਂ ਚੁਗਲੀਆਂ ਕਰਦੀ ਪਈ ਆ ਸੰਗਤ ਵਿੱਚ ਬੈਠ ਕੇ, ਉਹਨੂੰ ਸੰਗਤ ਨਹੀਂ ਕਹੋਗੇ। ਉਹਨੂੰ ਸੰਗਤ ਨਹੀਂ ਕਹਿ ਸਕਦੇ ਆਪਾਂ। ਤੇ ਬਿਲਕੁਲ। ਜਿਹੜੀ ਜੁੜੀ ਹੋਈ ਆ ਉਹ ਗੁਰੂ ਆਸ਼ੇ ਨੂੰ ਪਸੰਦ ਕਰੇਗੀ। ਜੀ ਬਿਲਕੁਲ। ਹਾਂਜੀ। ਅੱਛਾ ਜੀ, ਆਪ ਜੀ ਦੇ ਬਜ਼ੁਰਗਾਂ ਵਿੱਚੋਂ ਕੋਈ ਢਾਡੀ ਕਲਾ ਦੇ ਨਾਲ ਵੀ ਸੰਬੰਧ ਰੱਖਦੇ ਸੀਗੇ? ਕਦੇ ਆਪ ਜੀ ਨੇ ਆਪਣੇ ਬਜ਼ੁਰਗਾਂ ਕੋਲੋਂ ਇਸ ਬਾਰੇ ਕੋਈ ਜ਼ਿਕਰ ਸੁਣਿਆ ਵੀ ਆਪਣੇ ਬਜ਼ੁਰਗ ਢਾਡੀ ਵੀ ਸੀਗੇ ਜਾਂ ਉਹ? ਨਹੀਂ, ਸਾਡੇ ਬਜ਼ੁਰਗਾਂ ਵਿੱਚੋਂ ਢਾਡੀ ਕਰਕੇ ਕੋਈ ਨਹੀਂ ਸੀ ਜਾਣਿਆ ਜਾਂਦਾ। ਜੀ। ਦੇਖੋ, ਅਲੱਗ ਹੈ, ਸਟਾਈਲ ਹੀ ਅਲੱਗ ਹੈ।
ਜੀ ਹਾਰਮੋਨੀਅਮ ਤਾਂ ਨਹੀਂ ਸੀ ਹੁੰਦੇ ਪਹਿਲਾਂ, ਹਾਂਜੀ ਬਿਲਕੁਲ, ਤਾਊਸ ਤੇ ਗਾਣਾ ਜਾਂ ਹਾਂਜੀ, ਤਾਊਸ ਹਾਂ। ਤੇ ਸਰੰਦੇ ਤੇ, ਸਰੰਦੇ ਤੇ ਇਹਨਾਂ ਦੇ ਨਾਲ ਹੀ ਗਾਉਂਦੇ ਸਨ ਜਿਹੜੇ ਵੀ ਕੀਰਤਨ ਕਰਦੇ ਹੁੰਦੇ ਸਨ, ਜੀ ਜਾਂ ਉਹ ਆਪ ਕੁਝ ਵੀ ਸਾਜ਼ ਨਹੀਂ ਸਨ ਵਜਾਉਂਦੇ, ਉਹਨਾਂ ਦੇ ਨਾਲ ਸਜਿੰਦੇ ਹੁੰਦੇ ਸਨ। ਜੀ ਇਦਾਂ ਦੇ ਵੀ ਤੁਸੀਂ ਇੱਕ ਪੁਰਾਣੀ ਪੇਂਟਿੰਗ ਦਰਬਾਰ ਸਾਹਿਬ ਦੇ ਅੰਦਰਲੀ ਕਿਸੇ ਨੇ ਬਣਾਈ ਹੋਈ ਹੈ, ਹਾਂਜੀ ਉਹਦੇ ਚ ਕੀਰਤਨੀਆਂ ਜਿਹੜਾ ਉਹ ਹੱਥ ਕੋਈ ਸਾਜ਼ ਨਹੀਂ ਉਹਦੇ, ਹਾਂਜੀ ਬਿਨਾਂ ਸਾਜ਼ ਦੇ ਉਹ ਗਾ ਰਿਹਾ, ਕੀਰਤਨ ਕਰ ਰਿਹਾ, ਜੀ। ਨਾਲ ਦੋ ਸਜਿੰਦੇ ਨਾਲ ਬੈਠੇ ਨੇ, ਹਾਂਜੀ। ਤੇ ਕਈ ਵਾਰੀ ਦੋ ਦੋ ਵੀ ਹੁੰਦੇ ਸਨ, ਉਹ ਤਾਊਸ ਵਾਲੇ ਵੀ ਦੋ ਦੋ ਹੋ ਜਾਂਦੇ ਸਨ। ਜੀ ਤੇ ਉਹ ਜਿਹੜਾ ਹੈਗਾ ਉਹ ਢਾਡੀਆਂ ਦਾ ਜਿਹੜਾ ਸਟਾਈਲ ਹੈ ਉਹ ਅਲੱਗ ਹੈ। ਉਹ ਢੱਡ ਜਿਹੜਾ ਉਹ ਆਪਣੇ ਆਪ 'ਚ ਇੱਕ ਅਲੱਗ ਇਨਸਟਰੂਮੈਂਟ ਹੈ। ਜੀ ਬਿਲਕੁਲ, ਤੇ ਹਾਲਾਂਕਿ ਜਿਹੜੀਆਂ ਧੁਨੀਆਂ ਨੇ, ਜੀ ਕਿਉਂਕਿ ਪੌੜੀਆਂ ਜਿਹੜੀਆਂ ਨੇ ਗਾਈਆਂ ਤੇ ਉਹ ਵਾਰਾਂ ਦੇ ਸਟਾਈਲ 'ਚ, ਪੌੜੀ ਦੀ ਜਿਹੜੀ ਤਾਲ ਹੈ, ਹਾਂਜੀ ਗੇ ਤੇ ਤਾ ਗੇਤਾ ਵਾਲੀ ਜਿਹੜੀ, ਉਹ ਪੌੜੀ ਦੀ ਅਲੱਗ ਉਹਦੀ ਤਾਲ ਹੈਗੀ ਹੈ, ਜੀ ਜਿਹੜੀ ਆਪਾਂ ਵਾਰਾਂ ਪੜ੍ਹਦੇ ਹਾਂ ਜਦੋਂ ਵਾਰਾਂ ਗਾਉਂਦੇ ਹਾਂ। ਜੀ ਤੇ ਲੇਕਿਨ ਢਾਡੀ ਜਿਹੜਾ ਪ੍ਰਸੰਗ ਹੈ ਨਾ, ਉਹਦੇ 'ਚ ਉਹਦੀ ਅਲੱਗ ਸਟਾਈਲ ਹੈ। ਜੀ ਸਾਡੇ ਬਜ਼ੁਰਗਾਂ ਵਿੱਚੋਂ ਮੈਂ ਨਹੀਂ ਕਿਸੇ ਤੋਂ ਸੁਣਿਆ ਵੀ ਸਾਡੇ ਬਜ਼ੁਰਗਾਂ 'ਚੋਂ ਕੋਈ ਢਾਡੀ ਕਰਕੇ ਜਾਣਿਆ ਜਾਂਦਾ ਸੀ। ਜੀ ਭਾਈ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਘੋੜੀਆਂ ਅਤੇ ਅਲਾਣੀਆਂ ਦਰਜ ਹਨ। ਕਦੇ ਪਿਤਾ ਜੀ ਨੇ ਆਪ ਜੀ ਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਹੋਵੇ ਵੀ ਇਹ ਜੋ ਹੁਣ ਗਾ ਰਹੀਆਂ ਇਹ ਘੋੜੀਆਂ ਹਨ ਜਾਂ ਅਲਾਣੀਆਂ ਹਨ, ਇਹ ਪੁਰਾਣੇ ਸਮੇਂ 'ਚ ਇਸ ਤਰ੍ਹਾਂ ਗਾਈਆਂ ਜਾਂਦੀਆਂ ਸੀ ਤੇ ਆਪ ਜੀ ਨੇ ਉਹਨਾਂ ਪਾਸੋਂ ਸਿੱਖੀਆਂ ਹਨ, ਤਾਂ ਜਿਵੇਂ ਪੁਰਾਤਨ ਸਮੇਂ ਦੇ ਵਿੱਚ ਗਾਇਨ ਕਰਦੇ ਸੀ, ਤੁਸੀਂ ਵੀ ਸਾਨੂੰ ਜ਼ਰੂਰ ਉਸੇ ਤਰੀਕੇ ਦੇ ਨਾਲ ਗਾਇਨ ਕਰਕੇ ਸੁਣਾਓ। ਹਾਂ, ਇਹ ਵੀ ਇਹ ਦੋਨੋਂ ਹੀ ਧੁਨੀਆਂ ਜਿਹੜੀਆਂ ਨੇ ਨਾ, ਪੌੜੀਆਂ ਦੀ ਤੇ ਘੋੜੀਆਂ ਦੀ, ਵਡਹੰਸ ਰਾਗ 'ਚ ਨੇ ਦੋਨੋਂ, ਜੀ ਤੇ ਇੱਕੋ ਹੀ ਰਾਗ ਹੈ। ਦੇਖੋ, ਇੱਕ ਕਿਸੇ ਦੇ ਗੁਜ਼ਰਦਾਨ ਤੇ ਅਲਾਣੀਆਂ ਗਾਈ ਜਾਂਦੀਆਂ, ਹਾਂਜੀ ਤੇ ਉਸੇ ਰਾਗ 'ਚ ਵਿਆਹ ਸ਼ਾਦੀ ਦੇ ਵੇਲੇ ਘੋੜੀਆਂ ਵੀ ਉਸੇ ਰਾਗ 'ਚ ਹੀ ਨੇ। ਜੀ ਤੇ ਘੋੜੀਆਂ ਦੀ ਰੀਤ ਤੁਹਾਨੂੰ ਮੈਂ ਸੁਣਾ ਦਿੰਦਾ ਥੋੜੀ ਜੀ। ਜੀ ਘੋੜੀ ਤੇ ਜਣ ਦੇ ਜੀ ਰਾਮ ਪਈਆ ਵੇ ਰਾਮ, ਤਨ ਮਾਨਸ ਜਨਮ ਪੁਨ ਪਈਆ ਵੇ ਰਾਮ। ਘੋੜੀ ਤੇ ਜਣ ਦੇ ਜੀ ਰਾਮ ਪਈਆ ਵੇ ਰਾਮ, ਘੋੜੀ ਤੇ ਜਣ ਦੇ ਜੀ ਰਾਮ ਪਈਆ ਵੇ ਰਾਮ। ਮਾਨਸ ਜਨਮ ਵਡ ਪੁੰਨੇ ਪਾਇਆ, ਦੇਹ ਸੋ ਕੰਚਨ ਚੰਗੜੀਆ। ਗੁਰਮੁਖ ਰੰਗ ਚਲੂਲਾ ਪਾਵੇ, ਹਰ 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 ਨਵ ਰੰਗੜੀਆ। ਘੋੜੀ ਤੇ ਜਣ ਦੇ ਜੀ ਰਾਮ ਪਈਆ ਵੇ ਰਾਮ, ਘੋੜੀ ਤੇ ਜਣ ਦੇ। ਵਾਹ ਜੀ ਵਾਹ, ਕੀ ਬਾਤ ਹੈ, ਬੜਾ ਆਨੰਦ ਆਇਆ। ਇਹ ਚਾਰ ਸ਼ਬਦਾਂ ਦਾ ਨਾ ਹੈਗਾ। ਆਖਰੀ ਸ਼ਬਦ ਦੀ ਜਿਹੜੀ ਪਹਿਲੀ ਤੁਕ ਹੈ ਨਾ, ਇਹ ਹਾਂਜੀ ਦੇ ਤੇਜਣ, ਹਾਂਜੀ ਦੇ ਤੇਜਣ ਜੀ ਰਾਮ ਪਾਈਆ ਰਾਮ। ਹਾਂਜੀ ਹਾਂਜੀ ਤੋ ਤੇ ਇਹ ਚਾਰ ਸ਼ਬਦਾਂ ਦਾ ਆਉਂਦੇ ਹਨ ਜੀ। ਸੁਣ ਕੇ ਐਂ ਲੱਗ ਰਿਹਾ ਸੀ ਜਿਵੇਂ ਮਤਲਬ ਅੱਜ ਤੋਂ 200 ਸਾਲ ਪਿੱਛੇ ਚਲਿਆ ਗਿਆ ਹੁਣ। ਜੀ ਜੀ। ਅਲਾਣੀਆਂ ਦੀ ਇਹ ਰੀਤ ਹੈ ਵਡਹੰਸ ਰਾਗ ਵਿੱਚ ਹੀ। ਜੀ ਘਤ ਜੀ ਚਲਾਇਆ ਵਾ ਮੈਂ ਵਾਰੀ ਜਾਨੀ, ਘਤ ਜੀ ਚਲਾਇਆ ਵਾ ਲਿਖਿਆ ਆਇਆ ਰੁਨੇ ਵੀਰ, ਸਬਾਏ ਮੈਂ ਵਾਰੀ ਜਾਨੀ। ਘਤ ਜੀ ਚਲਾਇਆ ਵਾ ਮੈਂ ਵਾਰੀ ਜਾਨੀ, ਘਤ ਜੀ ਚਲਾਇਆ ਵਾ। ਵਾਹ ਜੀ ਵਾਹ, ਬਹੁਤ ਵਧੀਆ। ਅੱਛਾ, ਇਹ ਜਿਹੜੀਆਂ ਜੋ ਆਪ ਜੀ ਨੇ ਹੁਣ ਗਾਇਨ ਕਰਕੇ ਸੁਣਾਇਆ, ਇਹਦੀ ਵੀ ਕੋਈ ਬੰਦਿਸ਼ ਕਿਤਾਬ ਵਿੱਚ ਕਿਸੇ 'ਚ ਛਪੀ ਹੋਈ? ਇਹ ਸਾਰੀਆਂ ਹੈਗੀਆਂ ਕਿਤਾਬ 'ਚ ਹੀ, ਉਸੇ 'ਚ ਹੀ, ਉਸੇ ਕਿਤਾਬ ਦੇ ਵਿੱਚ ਉਸੇ 'ਚ ਹੀ ਨੇ। ਹਾਂਜੀ, ਜਿਹੜੇ ਦੋ ਭਾਗ ਜਿਹੜੇ ਨੇ। ਹਾਂਜੀ, ਅਲਾਣੀਆਂ ਘੋੜੀਆਂ ਦੋਨੋਂ ਹੀ ਨੇ ਵਡਹੰਸ ਦੇ ਉਹਦੇ 'ਚ। ਅਲਾਣੀਆਂ ਘੋੜੀਆਂ ਤੇ ਧੁਨਾਂ ਜਿਹੜੀਆਂ ਹੈਗੀਆਂ ਨੇ,
ਧੁਨੀਆਂ ਦਾ ਤਾਂ ਚੈਪਟਰ ਹੀ ਅਲੱਗ ਹੈ ਨਾ ਅਖੀਰ 'ਚ, ਠੀਕ ਹੈ ਧੁਨੀਆਂ ਤੇ ਪੌੜੀਆਂ, ਜੀ ਤੇ ਜਿੱਥੇ ਵਡਹੰਸ ਰਾਗ ਹੈ ਉਹਦੇ 'ਚ ਇਹ ਦੋਨੋਂ ਰੀਤਾਂ ਉਹਦੇ 'ਚ ਹੈਗੀਆਂ। ਜੀ ਜੀ ਹਾਂਜੀ ਦੋਨੋਂ ਉਹ ਕਿਤਾਬਾਂ ਦੇ ਵਿੱਚ ਮਿਲ ਸਕਦੀਆਂ ਵਿੱਚ ਹੀ ਨੇ, ਹੈਗੀਆਂ, ਹਾਂਜੀ। ਅਗਰ ਕਿਸੇ ਨੇ ਇਸ ਨੂੰ ਸਿੱਖਣਾ ਹੋਵੇ ਤਾਂ। ਜੀ ਜੀ। ਅੱਛਾ ਭਾਈ ਸਾਹਿਬ ਜੀ, ਆਪ ਜੀ ਦੇ ਵੱਡੇ ਵਡੇਰੇ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਕੀਰਤਨ ਕਰਦੇ ਆ ਰਹੇ ਸਨ, ਪਰ ਇਸ ਤੋਂ ਬਿਨਾਂ ਕਦੇ ਕੋਈ ਹੋਰ ਇਤਿਹਾਸਕ ਪਲ ਦੌਰਾਨ ਆਪ ਜੀ ਦੇ ਬਜ਼ੁਰਗ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਮੌਜੂਦ ਹੋਣ, ਕੁਝ ਇਹਦੇ ਬਾਰੇ ਕੋਈ ਤੱਥ ਮਿਲਦਾ ਹੈ ਜਾਂ ਜਾਣਕਾਰੀ ਹੈ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਦਸਮ ਕਰੋ। ਪਾਤਸ਼ਾਹ ਦੇ ਵੇਲੇ ਜਦੋਂ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾਇਆ ਪੰਜ ਪਿਆਰਿਆਂ ਨੂੰ, ਉਸੇ ਦਿਨ ਮਹਾਰਾਜ ਨੇ ਆਪ ਛਕ ਲਿਆ ਅੰਮ੍ਰਿਤ, ਜੀ ਤੇ ਉਸ ਤੋਂ ਅਗਲੇ ਦਿਨ 20,000 ਦੀ ਤਾਦਾਦ ਵਿੱਚ ਸਿੱਖਾਂ ਨੇ ਅੰਮ੍ਰਿਤ ਛਕਿਆ। ਜੀ ਉਹ 20,000 ਵਿੱਚ ਸਾਡੇ ਬਜ਼ੁਰਗ ਸਨ ਭਾਈ ਸਾਹਿਬ ਸਿੰਘ ਜੀ, ਅੱਛਾ ਉਹਨਾਂ ਦਾ ਜ਼ਿਕਰ ਪਰਿਵਾਰ ਵਿੱਚੋਂ ਸਰੋਤ ਮਿਲਦੀ ਹੈ ਵੀ ਉਹ ਜਿਹੜੇ 20,000 ਵਿੱਚੋਂ ਉਹਨਾਂ ਨੇ ਛਕਿਆ, ਇੱਕ ਸਨ ਉਹ। ਅੰਮ੍ਰਿਤ ਦੀ ਦਾਤ ਪ੍ਰਾਪਤ ਹਾਂਜੀ, ਕੀਤੀ। ਇੱਕ ਤੇ ਭਾਈ ਸਾਹਿਬ ਸਿੰਘ ਜੀ ਸਨ ਆਪਣੇ ਪੰਜ ਪਿਆਰਿਆਂ ਵਿੱਚੋਂ, ਹਾਂਜੀ ਲੇਕਿਨ ਇਹ ਉਹਨਾਂ ਚੋਂ ਨਹੀਂ, ਇਹ ਮਤਲਬ ਅਗਲੇ ਦਿਨ ਜਿਨ੍ਹਾਂ ਨੇ ਛਕਿਆ ਉਹਦੇ ਚੋਂ ਸਾਡੇ ਬਜ਼ੁਰਗ ਵੀ ਸਨ, ਕਿਉਂਕਿ ਪਰਿਵਾਰ ਤੀਜੀ ਪਾਤਸ਼ਾਹ ਤੋਂ ਗੁਰੂ ਘਰ ਦੇ ਨੇੜੇ ਰਿਹਾ। ਜੀ ਬਿਲਕੁਲ। ਤੇ ਹੋਰ ਕਿੰਨੀਆਂ ਇਨਫੋਰਮੇਸ਼ਨ ਹੋਣਗੀਆਂ ਜੋ ਸਾਡੇ ਤੱਕ ਨਹੀਂ ਪਹੁੰਚੀਆਂ, ਜੀ ਜੀ ਲੇਕਿਨ ਇਹ ਕੁਝ ਥੋੜ੍ਹੀਆਂ ਜਿਹੀ ਇਨਫੋਰਮੇਸ਼ਨਸ ਨੇ ਜੋ ਸਾਨੂੰ ਮਿਲਦੀਆਂ, ਸਰੋਤ ਮਿਲਦੀ ਹੈ ਵੀ ਹਾਂ ਸਾਡੇ ਪਰਿਵਾਰ ਵਿੱਚੋਂ ਸਾਨੂੰ। ਪਰ ਇੰਨੀ ਕੁ ਰੈਫਰੈਂਸ ਇਹ ਵੀ ਮਿਲਦੀ ਹੈ ਕਿ ਜਦੋਂ ਬੌਲੀ ਸਾਹਿਬ ਮਹਾਰਾਜ ਨੇ ਖੁਦਵਾਣੀ ਸ਼ੁਰੂ ਕੀਤੀ ਗੋਂਦਵਾਲ ਸਾਹਿਬ ਤੀਜੇ ਪਾਤਸ਼ਾਹ ਨੇ, ਅੱਛਾ ਜੀ। ਉਦੋਂ ਪਰਿਵਾਰ ਦੇ ਮੈਂਬਰ ਜਿਹੜੇ ਸਨ ਉਹ ਉਹਦੇ 'ਚ ਜਿਹੜੀ ਉਹਨਾਂ ਦੀ ਮਹਾਰਾਜ ਦੀ ਆਗਿਆ ਦੇ ਨਾਲ ਅੱਗੇ ਸੁਪਰਵਾਈਜ਼ ਕਰਦੇ ਸਨ। ਅੱਛਾ ਜੀ। ਕਿਉਂਕਿ ਕਾਫੀ ਉਹ ਵੀ ਔਖਾ ਕੰਮ ਸੀ, ਤੇ ਉਹਦੇ 'ਚ ਇਹ ਨਹੀਂ ਸਰੋਤ ਮਿਲਦੀ ਹੈ ਵੀ ਉਦੋਂ ਵੀ ਸਾਡਾ ਪਰਿਵਾਰ ਉਸ ਸੇਵਾ ਦੇ ਵਿੱਚ, ਉਸ ਸੇਵਾ ਦੇ ਵਿੱਚ ਵੀ ਨਾਲ ਯੋਗਦਾਨ ਸੀਗਾ, ਕਿਉਂਕਿ ਬੜੇ ਸਨ ਜਿਹੜੇ ਲੋਹੇ ਦਾ ਕੰਮ ਕਰਦੇ ਸਨ, ਉਹ ਸਨ। ਹਾਂਜੀ। ਤੇ ਬਾਕੀ ਸਾਡੇ ਪਰਿਵਾਰ 'ਚ ਆਪਣਾ ਕੰਮ ਵੀ ਕਰਦੇ ਸਨ, ਜ਼ਮੀਨ ਵੀ ਸੀ ਸਾਡੇ ਬਜ਼ੁਰਗਾਂ ਕੋਲ, ਜ਼ਮੀਨ ਵਾਹੀ ਵੀ ਕਰਦੇ ਸਨ। ਅੱਛਾ ਜੀ। ਸਾਡੇ ਬਾਪੂ ਦਾਤਾ ਜੀ ਵਾਹੀ ਕਰਦੇ ਸਨ, ਪਿਤਾ ਜੀ ਤਾਇਆ ਜੀ ਵਾਹੀ ਕਰਦੇ ਸਨ। ਅੱਛਾ ਜੀ। ਤੇ ਉਹ ਕਿੱਤਾ ਵੀ ਨਾਲ ਰਿਹਾ ਤੇ ਕੀਰਤਨ ਵੀ ਨਾਲ ਰਿਹਾ। ਪਰ ਜਦੋਂ ਦਿੱਲੀ ਆ ਗਏ ਤੇ ਫਿਰ ਜਿਹੜਾ ਪਿੰਡ ਦੀਆਂ ਜਿਹੜੀ ਜ਼ਮੀਨ ਹੈਗੀ ਉਹ ਠੇਕੇ ਤੇ ਦੇ ਦਿੱਤੀ। ਅੱਛਾ ਜੀ। ਤੇ ਉੱਦਾਂ ਫਿਰ ਚੱਲਦਾ ਰਿਹਾ, ਕਿਉਂਕਿ ਦਿੱਲੀੋਂ ਤੇ ਜਾ ਕੇ ਸਾਹਮਣਾ ਮੁਸ਼ਕਲ ਹੁੰਦਾ ਸੀ। ਤੇ ਉੱਥੇ ਫਿਰ ਪਿੰਡ ਦੇ ਵਿੱਚ ਜਾਂ ਜਿੱਥੇ ਆਪ ਜੀ ਦੀ ਜ਼ਮੀਨ ਸੀ ਉੱਥੇ ਕੋਈ ਹੁਣ ਹੈ ਜਾਂ ਮਤਲਬ ਉਹ ਤੁਸੀਂ ਅੱਗੇ? ਸਾਡੇ ਚਾਚਾ ਜੀ ਦੀ ਜ਼ਮੀਨ ਪਹਿਲਾਂ ਤਾਂ ਸਾਂਝੀ ਸੀ ਜ਼ਮੀਨ। ਹਾਂਜੀ। ਸਾਡੇ ਚਾਚਾ ਜੀ ਦੀ ਤੇ ਤਾਇਆ ਜੀ ਦੀ ਜ਼ਮੀਨ ਅਜੇ ਹੈ ਉੱਥੇ। ਅੱਛਾ ਜੀ। ਪਿੰਡ ਹੀ ਆ, ਤੇ ਉਹ ਵੀ ਆਪ ਤਾਂ ਨਹੀਂ ਵਾਹੁੰਦੇ, ਲੇਕਿਨ ਉਹਨਾਂ ਨੇ ਅੱਗੇ ਠੇਕੇ ਤੇ ਦਿੱਤੀ ਹੋਈ ਆ ਵਾਹੁਣ ਲਈ। ਜੀ। ਅਸੀਂ ਜਿਹੜੀ ਸਾਡੀ ਜ਼ਮੀਨ ਸੀਗੀ, ਅਸੀਂ ਕਿਉਂਕਿ ਦਿੱਲੀ ਆ ਕੇ ਅਹਿਸਾਸ ਸਾਨੂੰ ਇਹ ਹੋਣ ਲੱਗ ਪਿਆ ਕਿ ਉਹਨਾਂ ਦਿਨਾਂ 'ਚ ਨਾ ਪੰਜਾਬ 'ਚ ਇਹੋ ਜਿਹੇ ਕੇਸ ਬੜੇ ਸੁਣਦੇ ਸੀ ਵੀ ਕਬਜ਼ਾ ਕਰ ਲਿਆ, ਫਲਾਣਿਆਂ ਨੇ ਕਰ ਲਿਆ, ਤੇ ਉਹਦੇ 'ਚ ਕਈ ਵੱਡੇ ਲੋਕ ਵੀ ਇਨਵੋਲਵ ਸਨ ਜਿਨ੍ਹਾਂ ਦੇ ਇਹ ਕਾਰੋਬਾਰ ਬਣ ਚੁੱਕੇ ਸਨ ਵੀ ਜਿਹੜੇ ਲੋਕ ਬਾਹਰ ਰਹਿੰਦੇ ਨੇ ਉਹਨਾਂ ਦੀ ਜ਼ਮੀਨਾਂ ਨੂੰ ਕਬਜ਼ਾ ਕਰ ਲਓ ਤੇ ਉਹਨਾਂ ਨੂੰ ਫਿਰ ਹਰਾਸ ਕਰੋ। ਇਹ ਅਸੀਂ ਕੁਝ ਗੱਲਾਂ ਸੁਣੀਆਂ ਤੇ ਅਸੀਂ ਫਿਰ ਵੇਚ ਦਿੱਤੀ। ਸਾਨੂੰ ਸਾਡੇ ਮਿੱਤਰ ਹੀ ਸਨ ਜਿਨ੍ਹਾਂ ਨੂੰ ਅਸੀਂ ਵੇਚ ਦਿੱਤੀ। ਠੀਕ ਹੈ। ਤੇ ਸੋ ਸਾਡੀ ਜਿਹੜੀ ਜ਼ਮੀਨ ਸੀ ਪਿੰਡ ਵਾਲੀ, ਉਹ ਅਸੀਂ ਵੇਚ ਦਿੱਤੀ ਹੈ। ਠੀਕ ਹੈ। ਤੇ ਬਾਕੀ ਤਾਇਆ ਜੀ ਦੀ ਤੇ ਸਾਡੇ ਚਾਚਾ ਜੀ ਦੀ ਹਾਲੇ ਵੀ ਹੈ ਜ਼ਮੀਨ, ਉਹ ਠੇਕੇ ਤੇ ਦਿੱਤੀ ਹੋਈ ਉਹਨਾਂ ਨੇ। ਅੱਛਾ, ਪਿਤਾ ਜੀ ਕੀਰਤਨ ਹੀ ਕਰਦੇ ਸਨ ਜਾਂ ਉਸ ਤੋਂ ਬਿਨਾਂ ਉਹ ਵੀ ਪਹਿਲਾਂ ਕੋਈ ਕੰਮ ਕਰਦੇ ਸਨ? ਜਿਵੇਂ ਆਪ ਜੀ ਨੇ ਪਹਿਲਾਂ ਮਤਲਬ ਮਕੈਨੀਕਲ ਇੰਜੀਨੀਅਰ ਆਪ ਜੀ ਨੇ ਬਾਹਰ ਜਾ ਕੇ ਵੀ ਕੰਮ ਕੀਤਾ ਹੈਗਾ, ਫਿਰ ਉਸ ਤੋਂ ਬਾਅਦ ਕੀਰਤਨ ਸ਼ੁਰੂ ਕੀਤਾ? ਨਹੀਂ, ਪਿਤਾ ਜੀ ਨੇ ਬਚਪਨ ਤੋਂ ਹੀ ਕੀਰਤਨ ਸ਼ੁਰੂ ਕੀਤਾ। ਨਾਲ ਵਾਹੀ ਕਰਦੇ ਸਨ, ਨਾਲ ਖੇਤੀ ਕਰਦੇ ਸਨ। ਤੇ ਉਹ ਫਿਰ ਕੀਰਤਨ ਵੀ ਇਦਾਂ ਸੀ ਨਾ ਕਿ ਜਿੱਦਾਂ ਹੁਣ ਕਿਤੇ ਜਾਣਾ ਵਿਚਕਾਰ ਜਦੋਂ ਜ਼ਰੂਰਤ ਹੁੰਦੀ ਸੀ ਬਹੁਤੀ, ਜਿੱਥੇ ਜ਼ਿਆਦਾ ਲੋੜ ਹੈ ਖੇਤੀ ਦੇ ਕੰਮ ਦੇ ਵਿੱਚ, ਉਦੋਂ ਫਿਰ ਕੀਰਤਨ ਨਹੀਂ ਸਨ ਲੈਂਦੇ, ਕਿਉਂਕਿ ਉਹ ਮੌਸਮ ਦੇ ਨਾਲ ਲਿੰਕ ਹੈ ਨਾ ਸਾਰਾ ਕੁਝ। ਹਾਂਜੀ ਹਾਂ, ਬਿਲਕੁਲ। ਤੇ ਉਦੋਂ ਸਾਧਨ ਵੀ ਇੰਨੇ ਨਹੀਂ ਸੀਗੇ, ਹੁੰਦੇ। ਹਾਂਜੀ ਹਾਂ। ਤੇ ਉਹ ਫਿਰ ਪਿਤਾ ਜੀ ਹੁਣੀ ਕਈ ਵਾਰ ਦਿੱਲੀ ਆਉਣ ਤੋਂ ਬਾਅਦ ਵੀ ਹਾਂਜੀ ਕਦੀ ਪਿਤਾ ਜੀ ਨੇ ਚਲੇ ਜਾਣਾ, ਕਦੀ ਤਾਇਆ ਜੀ ਨੇ ਚਲੇ ਜਾਣਾ। ਅੱਛਾ ਜੀ। ਵੀ ਉੱਥੇ ਲੋੜ ਹੈ, ਉੱਥੇ ਕੰਮ ਦੀ ਲੋੜ ਹੈ ਜਾਂ ਕੋਈ ਇੰਪੋਰਟੈਂਟ ਕੰਮ ਹੈ, ਵਾਢੀ ਹੋ ਰਹੀ ਹੈ ਜੀ। ਤੇ ਮਤਲਬ ਉਸ ਵੇਲੇ ਉਹਨਾਂ ਨੂੰ ਕਾਫੀ ਦੇਰ ਕਰਦੇ ਰਹੇ ਇੱਦਾਂ ਜੀ, ਪਰ ਫਿਰ ਉਹ ਪੋਸੀਬਲ ਨਹੀਂ ਹੋ ਸਕਿਆ ਕਿਉਂਕਿ ਇੱਥੇ ਜ਼ਿਆਦਾ ਬਿਜ਼ੀ ਹੁੰਦੇ ਗਏ ਜੀ। ਤੇ ਨਾਲੇ ਬੰਦਾ ਉਹੋ ਹੀ ਕਾਮਯਾਬ ਜਿਹੜਾ ਉੱਥੇ ਖੁਦ ਨਿਗਰਾਨੀ ਕਰੇ ਜੀ। ਉਹ ਫਿਰ ਉਹ ਸਾਡੇ ਉਹ ਜਾਣ ਪਛਾਣ ਸਾਰੇ ਪਿੰਡ ਜਾਣ ਪਛਾਣਦੇ ਹੀ ਆ ਸਾਰੇ, ਉਹਨਾਂ ਨੂੰ ਪਿੰਡ ਦੇ ਹੀ ਨੂੰ ਅਸੀਂ ਉਹਨਾਂ ਨੂੰ
ਉਹ ਠੇਕੇ ਤੇ ਦੇ ਦਿੱਤੀ ਜ਼ਮੀਨ, ਪਿਤਾ ਜੀ ਹੁਣਾਂ ਦੇ ਹੁੰਦਿਆਂ ਦੇ ਦਿੱਤੀ ਸੀ। ਜੀ। ਤੇ ਜੋ ਅਜੋਕੇ ਰਾਗੀ ਸਿੰਘ ਹਨ ਸਾਰੇ ਹੀ ਸਤਿਕਾਰਯੋਗ ਹਨ, ਜਾਂ ਜੋ ਆਉਣ ਵਾਲੀ ਪੀੜ੍ਹੀ ਹੈ, ਆਪ ਜੀ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੇਰਾ ਸੰਦੇਸ਼ ਤੇ ਇਹੋ ਹੀ ਹੈ ਜੀ ਕਿ ਜਿਵੇਂ ਗੁਰੂ ਮਹਾਰਾਜ ਨੇ ਆਪ ਕੀਰਤਨ ਕੀਤਾ ਜੀ, ਤੇ ਜਿਵੇਂ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਵੀ ਇੱਦਾਂ ਕੀਰਤਨ ਕਰੋ, ਆਪਾਂ ਉੱਦਾਂ ਕਿਉਂ ਨਾ ਕੀਰਤਨ ਕਰੀਏ। ਜੇ ਮਹਾਰਾਜ ਨੇ ਹਰ ਸ਼ਬਦ ਤੇ ਰਾਗ ਲਿਖਿਆ ਹੈ ਤੇ ਸਾਨੂੰ ਉਸ ਗੱਲ ਨੂੰ ਅਸੀਂ ਨਜ਼ਰਅੰਦਾਜ਼ ਕਿਉਂ ਕਰੀਏ, ਤੇ ਜੇ ਕਰਦੇ ਹਾਂ ਤਾਂ ਸਾਡੀ ਕਮਜ਼ੋਰੀ ਹੈ। ਮਹਾਰਾਜ ਤੇ ਆਪਣੇ ਵੱਲੋਂ ਦੇਖੋ ਚਾਹੁੰਦੇ ਤਾਂ ਸ੍ਰੀ ਰਾਗ ਦਾ ਸਾਰਾ ਚੈਪਟਰ ਪਹਿਲੇ ਪਾਤਸ਼ਾਹ ਦਾ ਇੱਕ ਟਾਈਟਲ ਉੱਤੇ ਦਿੱਤਾ ਜਾ ਸਕਦਾ ਸੀ ਕਿ ਸ੍ਰੀ ਰਾਗ ਮਹੱਲਾ ਪਹਿਲਾ, ਜੀ, ਸਾਰੇ ਸ਼ਬਦ ਜਿਹੜੇ ਆ ਉਹਦੇ ਥੱਲੇ ਆ ਜਾਂਦੇ। ਜੀ, ਮਹਾਰਾਜ ਨੇ ਇੱਦਾਂ ਨਹੀਂ ਕੀਤਾ, ਮਹਾਰਾਜ ਹਰ ਸ਼ਬਦ ਤੇ ਰਾਗ ਦਾ ਨਾਂ ਲਿਖਿਆ, ਜੀ, ਹਰ ਸ਼ਬਦ ਤੇ। ਮੋਤੀ ਦਾ ਮੰਦਰ ਉਸਰੇ ਤੇ ਟਾਈਟਲ ਹੈ ਸ਼੍ਰੀ ਰਾਗ ਮਹੱਲਾ ਪਹਿਲਾ, ਫਿਰ ਕੋਟ ਕੋਟੀ ਮੇਰੀ ਆਰਜਾ, ਫਿਰ ਸ਼੍ਰੀ ਰਾਗ ਮਹੱਲਾ ਪਹਿਲਾ। ਹਰ ਸ਼ਬਦ ਤੇ ਮਹਾਰਾਜ ਨੇ ਰਾਗ ਕਿਉਂ ਲਿਖਿਆ? ਕਿਉਂਕਿ ਰਾਗ ਉਸ ਸ਼ਬਦ ਦਾ, ਬਾਣੀ ਦਾ ਅਣਟੁੱਟਵਾਂ ਹਿੱਸਾ ਹੈ। ਜੀ। ਔਰ ਬੜੀ ਇੰਟਰਸਟਿੰਗ ਗੱਲ ਹੈ ਕਿ ਬਾਣੀ ਲਿਖੀ ਪਹਿਲਾਂ ਨਹੀਂ ਗਈ, ਲਿਖੀ ਬਾਅਦ ਚ ਗਈ ਹੈ, ਗਾਈ ਪਹਿਲਾਂ ਗਈ। ਜੀ। ਕਿਤੇ ਨਹੀਂ ਰੈਫਰੈਂਸ ਮਿਲਦਾ ਗੁਰੂ ਇਤਿਹਾਸ ਵਿੱਚ ਕਿ ਮਹਾਰਾਜ ਨੇ ਕਿਸੇ ਨੂੰ ਕਿਹਾ ਹੋਵੇ ਵੀ ਲਿਆਓ ਕਲਮ ਦਵਾਤ ਲਿਆਓ ਬਾਣੀ ਆਈ ਹੈ। ਇਹ ਰੈਫਰੈਂਸ ਮਿਲਦਾ ਵੀ ਮਹਾਰਾਜ ਕਹਿੰਦੇ ਨੇ ਮਰਦਾਨਿਆ ਰਬਾਬ ਛੇੜ ਬਾਣੀ ਆਈ ਹੈ। ਸੋ ਬਾਣੀ ਗਾਈ ਪਹਿਲਾਂ ਗਈ, ਖਸਮ ਦੀ ਬਾਣੀ ਹੈ ਨਾ ਜੀ, ਬਿਲਕੁਲ। ਤੇ ਗਾਇਨ ਰੂਪ ਚ ਆਈ ਹੈ। ਤਾਂ ਕੀਰਤਨ ਬਾਣੀ ਦਾ ਓਰੀਜਨਲ ਰੂਪ ਹੈ। ਲਿਖਿਆ ਤਾਂ ਗਿਆ ਕਿਉਂਕਿ ਉਹ ਹੀ ਇੱਕ ਤਰੀਕਾ ਸੀ ਉਹਨੂੰ ਪ੍ਰੀਜ਼ਰਵ ਕਰਨ ਦਾ, ਜੀ, ਉਹਨੂੰ ਸਾਂਭਣ ਦਾ। ਆਡੀਓ ਵੀਡੀਓ ਰਿਕਾਰਡਿੰਗ ਤਾਂ ਹੈ ਨਹੀਂ ਸੀ ਉਸ ਵੇਲੇ। ਹਾਂਜੀ, ਬਿਲਕੁਲ। ਤਾਂ ਮਹਾਰਾਜ ਨੇ ਲਿਖਣਾ ਹੀ ਉਸ ਵੇਲੇ ਜੋ ਮੌਜੂਦ, ਉਸ ਵੇਲੇ ਦਾ ਜੋ ਟਾਈਮ ਸੀ, ਇਹਨੂੰ ਸੰਭਾਲਣ ਦਾ, ਬਾਣੀ ਨੂੰ ਇਕੱਤਰਿਤ ਕਰਨ ਦਾ, ਉਹ ਲਿਖਤ ਵਿੱਚ ਹੀ ਕਰਨਾ ਸੀ। ਜੀ। ਤੇ ਮਹਾਰਾਜ ਨੇ ਲਿਖਣ ਲੱਗਿਆਂ ਵੀ ਧਿਆਨ ਦਿੱਤਾ ਕਿ ਰਾਗ ਵਾਲਾ ਜਿਹੜਾ ਕੰਪੋਨੈਂਟ ਹੈ ਉਹ ਕਿਤੇ ਕੰਪਰੋਮਾਈਜ਼ ਨਾ ਹੋ ਜਾਏ। ਜੀ। ਤਾਂ ਮਹਾਰਾਜ ਨੇ ਹਰ ਸ਼ਬਦ ਤੇ ਰਾਗ ਲਿਖਿਆ। ਤਾਂ ਜੇ ਅਸੀਂ ਜਾਣਬੁੱਝ ਕੇ ਉਹਨੂੰ ਨਜ਼ਰਅੰਦਾਜ਼ ਕਰੀਏ ਤੇ ਫਿਰ ਕਮਜ਼ੋਰੀ ਸਾਡੀ ਹੈ। ਸੋ ਇਦਾਂ ਨਾ ਕਰੀਏ। ਮੇਰਾ ਇਹੀ ਮੈਸੇਜ ਹੈ ਵੀ ਜਦੋਂ ਗੁਰੂ ਮਹਾਰਾਜ ਨੇ ਆਪ ਕੀਤਾ ਕੀਰਤਨ, ਜੀ, ਮਹਾਰਾਜ ਤੇ ਇੰਨੇ ਮਹਾਰਾਜ ਨੇ ਆਪ ਰਾਗ ਬਣਾਏ। ਜੀ, ਬਿਲਕੁਲ। ਹਾਂਜੀ। ਹੋਰ ਸਾਡੀਆਂ ਕਦਰਾਂ ਕੀਮਤਾਂ ਵਿੱਚੋਂ ਇਹ ਕੀਰਤਨ ਸੰਗੀਤ ਦੀ ਵਿੱਦਿਆ, ਕੀਰਤਨ ਗੁਰੂ ਘਰ ਵਿੱਚ ਮਹਾਰਾਜ ਨੇ ਕਿਸੇ ਨੂੰ ਨਹੀਂ ਭੇਜਿਆ ਦੇਖੋ ਸੰਗੀਤ ਸਿੱਖਣ ਲਈ। ਜੀ। ਹੁਣ ਇਹ ਤਾਂ ਮਿਲਦਾ ਵੀ ਸੰਸਕ੍ਰਿਤ ਸਿੱਖਣ ਵਾਸਤੇ ਦਸਮ ਪਾਤਸ਼ਾਹ ਨੇ ਸਿੱਖਾਂ ਨੂੰ ਭੇਜਿਆ ਸੀ ਹਾਂਜੀ। ਵੀ ਜਾਓ ਉੱਥੇ ਕਾਸ਼ੀ ਸਿੱਖ ਕੇ ਆਓ। ਕਾਸ਼ੀ ਸਿੱਖ ਕੇ ਆਓ, ਬਿਲਕੁਲ। ਤਾਂ ਜੋ ਸਿੱਖ ਕੇ ਆਏ ਸੀ ਉਹਨਾਂ ਨੂੰ ਸਤਿਕਾਰ ਦਾ ਨਾਂ ਦਿੱਤਾ, ਨਿਰਮਲੇ ਕਹਿ ਕੇ ਸਤਿਕਾਰ ਦਿੱਤਾ ਸੀ। ਜੀ, ਜੀ। ਪਰ ਇਹ ਕਿਤੇ ਨਹੀਂ ਮਿਲਦਾ ਵੀ ਮਹਾਰਾਜ ਨੇ ਸਿੱਖਾਂ ਨੂੰ ਭੇਜਿਆ ਵੀ ਜਾਓ ਫਲਾਣੀ ਥਾਂ ਤੇ ਸੰਗੀਤ ਸਿੱਖ ਕੇ ਆਓ ਜਾਂ ਰਾਗ ਸਿੱਖ ਕੇ ਆਓ, ਕਿਤੇ ਨਹੀਂ ਮਿਲਦਾ। ਜੀ। ਸੋ ਜਿਹੜੀਆਂ ਚੀਜ਼ਾਂ ਮਹਾਰਾਜ ਨੇ ਸਾਨੂੰ ਕਿਹਾ ਕਰਨ ਨੂੰ, ਜੀ। ਅਸੀਂ ਉਹ ਜੇ ਨਾ ਕਰੀਏ ਤਾਂ ਫਿਰ ਸਾਡੀ ਕਮਜ਼ੋਰੀ ਹੈ, ਉਹ ਆਪਾਂ ਨੂੰ ਨਹੀਂ ਕਰਨੀ ਚਾਹੀਦੀ। ਜੀ। ਤੇ ਇਹ ਜਿਹੜਾ ਫਿਲਮੀ ਟਿਊਨਾਂ ਨੂੰ ਮਿਕਸ ਕਰਕੇ ਬਾਣੀ ਦੇ ਨਾਲ ਗਾਣਾ ਹੈ ਤੇ ਬਹੁਤ ਵੱਡਾ ਅਪਰਾਧ ਹੈ, ਗੁਨਾਹ ਹੈ। ਮੇਰੀ ਤੇ ਇਹੋ ਹੀ ਬੇਨਤੀ ਹੈ ਜੀ, ਮੈਂ ਬੇਨਤੀ ਕਰ ਸਕਦਾ, ਮੈਂ ਹੋਰ ਕਿਸੇ ਨੂੰ ਕੀ ਸਲਾਹ ਦੇਣੀ ਹੈ ਜੀ। ਜੀ। ਸੋ ਸਾਧ ਸੰਗਤ ਜੀ, ਮੇਰਾ ਇਹਨਾਂ ਕੋਲ ਆਉਣ ਦਾ ਜਿਹੜਾ ਮਕਸਦ ਆ ਉਹ ਇਹੀ ਹੈ ਕਿ ਜੋ ਸਾਡੇ ਗੁਰੂ ਸਾਹਿਬ ਦੇ ਸਮੇਂ ਤੋਂ ਕੀਰਤਨ ਚੱਲਿਆ ਆ ਰਿਹਾ ਹੈ ਉਸ ਨੂੰ ਆਮ ਸੰਗਤਾਂ ਤੱਕ ਲੈ ਕੇ ਆਉਣਾ। ਕਿਉਂਕਿ ਕੀਰਤਨਕਾਰ ਹਨ ਜਾਂ ਉਸਤਾਦੀ ਸ਼ਾਗਿਰਦੀ ਜੋ ਕਰਦੇ ਹਨ ਜਾਂ ਸਿੱਖਦੇ ਹਨ, ਉਹਨਾਂ ਨੂੰ ਤਾਂ ਇਸ ਚੀਜ਼ ਦਾ ਪਤਾ ਲੱਗ ਸਕਦਾ ਹੈ, ਪਰ ਜਿਹੜੇ ਆਮ ਲੋਕ ਹਨ, ਪਿੰਡਾਂ ਵਾਲੇ ਲੋਕ ਹਨ ਜਾਂ ਕੀਰਤਨ ਦੇ ਨਾਲ ਨਹੀਂ ਜੁੜੇ ਹੋਏ ਹਨ ਲੇਕਿਨ ਗੁਰੂ ਘਰ ਜਾਂਦੇ ਹਨ, ਤੇ ਉਹਨਾਂ ਲੋਕਾਂ ਨੂੰ ਇਸ ਚੀਜ਼ ਦੀ ਸਮਝ ਲੱਗ ਸਕੇ। ਇਹ ਭਾਈ ਸਾਹਿਬ ਜੀ ਜਿਨ੍ਹਾਂ ਦੇ ਆਪ ਜੀ ਨੇ ਦਰਸ਼ਨ ਕੀਤੇ, ਆਪ ਜੀ ਨੂੰ ਇਹਨਾਂ ਨੇ ਗਾ ਕੇ ਵੀ ਸੁਣਾਇਆ, ਨਾਲ ਆਪਣੇ ਵਿਚਾਰ ਵੀ ਦੱਸੇ, ਜੋ ਇਹਨਾਂ ਦੇ ਪਰਿਵਾਰ ਦੇ ਵਿੱਚ ਚੱਲੀਆਂ ਆ ਰਹੀਆਂ ਰੀਤਾਂ ਨੇ ਆਪ ਜੀ ਨੂੰ ਉਹ ਵੀ ਸੁਣਾਈਆਂ ਨੇ। ਉਹਦਾ ਮਕਸਦ ਸਿਰਫ ਇਹੀ ਆ ਵੀ ਆਪ ਜੀ ਅੱਜ ਵੀ ਇਹਨਾਂ ਤੋਂ ਲਾਹਾ ਲੈ ਸਕਦੇ ਹੋ। ਇਹਨਾਂ ਦੇ ਪਿਤਾ ਜੀ ਨੇ ਭਾਈ ਅਵਤਾਰ ਸਿੰਘ ਜੀ, ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਉਹਨਾਂ ਵਿੱਚੋਂ ਵੀ ਆਪਾਂ ਖੋਜ ਕਰ ਸਕਦੇ ਹਾਂ। ਜੋ ਗੁਰੂ ਸਾਹਿਬ ਦੇ ਸਮੇਂ ਕੀਰਤਨ ਹੁੰਦਾ ਸੀ ਉਸ ਕੀਰਤਨ ਦੇ ਨਾਲ ਜੁੜ ਸਕਦੇ ਹਾਂ। ਤੇ ਮੇਰਾ ਇੱਥੇ ਆਉਣ ਦਾ ਮਕਸਦ ਇਹੀ ਸੀ ਕਿ ਸੰਗਤਾਂ ਵੱਧ ਤੋਂ ਵੱਧ ਲਾਹਾ ਲੈ ਸਕਣ। ਸੋ ਮੈਂ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਆਪ ਜੀ ਨੇ ਆਪਣਾ ਬੇਹੱਦ ਕੀਮਤੀ ਸਮਾਂ ਸਾਨੂੰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇਰਾ ਕੀਤਾ ਜਤ ਨਹੀਂ ਮੈਨੂੰ ਜੋ ਪਿਤੋਈ ਮੈਨੂੰ ਗੁਲਾਰੇ ਪੋਗਣਾਈ ਆਪੇ ਤਰਸ ਪਿਆ ਮੇਰਾ ਤੋਈ ਸੋ ਸਜਣ ਮਿਲਿਆ
नानक नाम मिले ता जीवा हम जीवे हरिया तू आपे ही सिद्ध साधि को तू आपे वाह तू आपे वाह तू आपे ही जुग जोगिया तू आपे ही आप रसिया तू आपे वाह तू आपे तू आपे ही भोगिया तू आपे आप रसदा तू आपे वाह तू आपे तू आपे करे सुभोगिया सब संगत सतगुर धन तनो धन धन तनो धन धन तनो सत संगत सतगुर धन तनो बाबा जित मिल हर मिल बाबा जित मिल हर मिल जित मिल हर भूल गया सब तो हर हर करे 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 सब तो हर हर करे बाबा हर बोल तो बोल बाबा हर बोल तो बोल सब पागल हो गया